ਸਾਡੀ ਜਿਹੜੀ ਸਿਹਤ ਹੈ ਅੱਜ ਦੀ ਡੇਟ ਦੇ 25% ਵੀ ਨਹੀਂ ਹੈ ਜੋ ਹਿਊਮਨ ਸਿਹਤ ਹੋਣੀ ਚਾਹੀਦੀ ਹੈ। ਉਹਦੇ ਕਾਰਨ ਕਿੱਥੋਂ ਲੱਭਦੇ ਹੋ ਤੁਸੀਂ? ਹੁਣ ਐਂਟੀਬਾਇਓਟਿਕ ਨਾਂ ਦੇਖੋ ਕਿੰਨਾ ਸੋਹਣਾ, ਬਾਇਓਟਿਕ ਹੁੰਦਾ ਜਿੰਦਾ, ਐਂਟੀ ਮਤਲਬ ਖਿਲਾਫ। ਇਹੋ ਜਿਹੀ ਚੀਜ਼ ਜਿਹੜੀ ਜਿੰਦਾ ਚੀਜ਼ ਦੇ ਖਿਲਾਫ ਹੈ ਉਹਨੇ ਚੰਗੇ ਮਾੜੇ ਨਹੀਂ ਦੇਖਣੇ, ਉਹ ਤਾਂ ਕੁਦਰਤ ਦੇ ਖਿਲਾਫ ਤੁਸੀਂ ਚੱਲੋਗੇ ਨਾ ਜੀ। ਤੁਸੀਂ ਇੱਕ ਬਿਮਾਰੀ ਦਾ ਇਲਾਜ ਕੱਢੋਗੇ, ਕੁਦਰਤ ਦੋ ਹੋਰ ਅੱਗੇ ਲਿਆ ਕੇ ਖੜੀ ਕਰੇਗੀ। ਆਮ ਅੱਜ ਕੱਲ੍ਹ ਰੌਲਾ ਹੈ ਆਪਣੀ ਖੇਤੀ ਦੇ ਵਿੱਚ ਵੀ ਸਪਰੇਅ ਰੇ ਤੇ ਬਿਨਾ ਨਹੀਂ ਹੋ ਸਕਦਾ। ਜੇ ਸਭ ਤੋਂ ਐਮਰਜੈਂਟ ਟਰੀਜ਼ ਦੇਖੋ ਤਾਂ ਇੱਲਾਂ ਚੀਲਾਂ ਉਹਦੇ ਤੇ ਬੈਠਦੀਆਂ ਸੀ। ਅੱਜ ਤੁਹਾਨੂੰ ਗਿੱਧ ਨਜ਼ਰ ਆਉਂਦੀ ਹੈ ਕਿਤੇ? ਉਹਦਾ ਘਰ ਹੀ ਖਤਮ ਕਰਦਾ ਤੁਸੀਂ। ਜਿਹੜਾ ਬੰਦਾ ਕੰਮ ਕਰਨ ਵਾਲਾ ਉਹਦੀ ਜ਼ਰੂਰਤ ਨਹੀਂ ਹੈ ਇੱਥੇ। ਕੰਮ ਉਹ ਕਰਨਾ ਜਿਹੜਾ ਨਜ਼ਰ ਨਾ ਆਵੇ, ਜਿਹਦੇ 'ਚ ਪੈਸੇ ਬਣਨ। ਇੱਕ ਬੰਦਾ ਝੂਠ ਬੋਲਦਾ ਕਿ ਨਹੀਂ ਉਹਦਾ ਪਤਾ ਨਹੀਂ ਹੁੰਦਾ। ਅਮਿਤਾਭ ਬੱਚਨ ਦਾ ਤਾਂ ਸਾਨੂੰ ਪਤਾ ਪੈਸੇ ਲੈ ਕੇ ਝੂਠ ਬੋਲਦਾ। ਮੈਂ ਬਲੈਤੀ ਗਊ ਦੇਖੀ 100 ਲੀਟਰ ਦੁੱਧ, 1,80,000 100 ਲੀਟਰ ਦੁੱਧ। ਤੇ ਹੁਣ ਸਰਕਾਰਾਂ ਹੀ ਬੇਈਮਾਨ ਹੋਣ ਕਿ ਉਹ ਵੀ ਸਾਡੇ 'ਚੋਂ ਹੀ ਨੇ। ਸਾਡੇ ਨਾਲ ਵੱਡੇ ਬੇਈਮਾਨ ਨੇ, ਤਾਂ ਹੀ ਸਰਕਾਰ ਬਣਾਈ ਹੈ ਉਹਨੇ। ਨਹੀਂ ਤੁਸੀਂ ਨਾ ਬਣਾ ਲਈ, ਮੈਂ ਨਾ ਬਣਾ ਲਈ, ਤੁਸੀਂ ਮਿਊਨਿਸਪੈਲਿਟੀ ਨਹੀਂ ਜਿੱਤ ਸਕਦੇ। ਤਾਂ ਚਾਹੇ ਖੇਤੀ ਸੰਕਟ ਹੈ, ਚਾਹੇ ਤੁਹਾਡਾ ਮੇਰਾ ਸੰਕਟ ਹੈ, ਇਹ ਸਾਰਾ ਬੇਈਮਾਨੀ 'ਤੇ ਖੜ੍ਹਾ। ਸਾਰੀ ਬੇਈਮਾਨੀ ਹੈ। ਜਿਹਦਾ ਜਿੰਨਾ ਘਰੂਟ ਵੱਜਦਾ ਉਹਨਾਂ ਮਾਰ ਲੈਂਦਾ। ਕਿ ਕਹਿੰਦੇ ਰੱਬ ਜਦੋਂ ਬੰਦਾ ਬਣਾਉਂਦਾ ਨਾ ਜੀ, ਉਹਦੇ ਕੰਨ 'ਚ ਕਹਿ ਕੇ ਭੇਜਦਾ ਵੀ ਤੇਰੇ ਵਰਗਾ ਤੇਰੇ ਤੋਂ ਪਹਿਲਾਂ ਕੋਈ ਨਹੀਂ ਬਣਾਇਆ। ਪੰਜਾਬੀਆਂ ਦੇ ਦੋਹਾਂ ਕੰਨਾਂ 'ਚ ਕਹਿ ਕੇ ਭੇਜਿਆ ਹੋਇਆ। ਅਮਰੀਕਾ ਅੰਗਰੇਜ਼ੀ ਦੇ ਵਿੱਚ ਕਹਿੰਦਾ ਗਰੋ ਬਿਗ, ਗੈਟ ਬਿਗ ਔਰ ਗੈਟ ਆਊਟ। ਜਾਂ ਤਾਂ ਬੜੇ ਹੋ ਜਾਓ ਤੇ ਜਾਂ ਬਾਹਰ ਚਲੇ ਜਾਓ। ਤੁਸੀਂ ਜੋ ਗਿਰਾਓਗੇ ਉਹਦੇ 'ਚ ਬਹੁਤ ਸਾਰਾ ਨਿਊਟ੍ਰੀਸ਼ਨ, ਉਹ ਨਿਊਟ੍ਰੀਸ਼ਨ ਪੌਦਿਆਂ ਦਾ ਖਾਣਾ ਹੈ ਨਾ। ਉਹ ਪੌਦਿਆਂ ਦਾ ਖਾਣਾ ਹੈਗਾ। ਉਹ ਤੁਸੀਂ ਸਿੱਟ ਕਿੱਥੇ ਰਹੇ ਹੋ? ਤੁਸੀਂ ਫਲਸ਼ 'ਚ ਜਾਂਦੇ ਹੋ, ਉਹਦੇ ਵਿੱਚ ਅੱਗੇ ਜ਼ਹਿਰੀਲਾ ਕੋਈ ਪਦਾਰਥ। ਮੈਂ ਇਹੋ ਜਿਹਾ ਬੇਈਮਾਨ, ਮੈਨੂੰ ਪਤਾ ਮੇਰਾ ਵਿਕ ਜਾਣਾ, ਮੈਂ ਸੁਆਹ ਕੇ ਵੀ ਉਗਾਉਂਦਾ। ਸੂਰ ਮੇਰਾ, ਮੈਨੂੰ ਕੋਈ ਕਹਿੰਦਾ ਮਾਖਣੀ ਤੈਨੂੰ ਕੋਈ ਬੇਵਕੂਫ ਬਣਾ ਗਿਆ, ਮੈਂ ਗਲਤ ਕਿਹਾ ਸੀ। ਬਣਾ ਕੇ ਰੱਬ ਨੇ ਭੇਜਿਆ, ਉਹ ਸਿੱਧ ਕਰ ਗਿਆ। ਲੈ ਵੀ ਦੇਸ਼ਪੁਆਧ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ। 90 ਦੇ ਵਿੱਚ ਹੈ। ਮੈਂ ਟਮਾਟਰ लगे हुए ਤੁਹਾਨੂੰ दिख रहे होने हैं। बहुत कमाल की चीज़ां हैं। खेती का बड़ा रौला पा पंजाब के खेती का बड़ा संकट भी है। अज मैं ਇਹੋ ਜਿਹੇ ਬੰਦੇ ਹੀ ਗਏ ਨੇ ਜਿਹੜਾ ਦੱਸਾ ਵੀ ਜਿਹੜੇ ਬੂਟੇ ਹੈ, ਦਰਖਤ ਹੈ ਜਾਂ खेती की हमारियाँ ਜਿਹੜੇ भी अपनी चीज़ां उग रही हैं, ਜਿਹੜੇ भी फसल पानी हो रहा, वो बातें करा। उसके ਵਿੱਚ बड़े मसले हैं। बंदा इंजीनियर भी है। कूड़ा ਜਿਹੜਾ ਹੈਗਾ कबाड़, ਆਪਾਂ कहा भी कूड़ा है बहुत, कूड़े के ਵਿੱਚ बड़िया चीज़ां पैदा करा और बड़ा कुछ पैदा करा उस बंदे का, पता नहीं क्या क्या है। सो मेरी गए ने राजपाल मखनी जी। आज बाई जी ਚੰਗਿਆੜੇ ਸੁਣਾਣੇ ਅੱਜ ਆਪਾਂ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅੱਛਾ, ਪਹਿਲਾਂ ਤਾਂ ਮੈਨੂੰ ਦੱਸੋ ਵੀ ਥਵੇਂ ਇੱਕ खेती का छोटा ਜਿਹਾ ਉਹ ਬਣਾਇਆ ਬਾਰ ਇੱਕ ਨਮੂਨੇ ਵਾਲਾ जी। बड़ा कुछ सारे पास है। थमें पहले तो इंजीनियर है जी, खेती के ਉਹਦਾ PhD डॉक्टर बने हैं, पर थमें असली बूटिਆਂ की रूह ਨੂੰ ਜਾਣਾ जी। जिस तरह ਜਿਹੜਾ ਟਮਾਟਰ ਹੈ, ਥਵੇਂ ਕਿੰਨੇ ਕਿਲੋ ਟਮਾਟਰ ਹੋਏ ਤੇ ਇੱਕ ਵਾਰ ਬਾਤ ਕਰ ਰਹੇ ਤੇ? ਇਹ ਜੀ 19 ਕਿਲੋ 200 ਗ੍ਰਾਮ ਟਮਾਟਰ ਇੱਕੋ ਹੀ ਮਤਲਬ ਪੌਦੇ ਦੇ ਉੱਤੇ ਹੋਇਆ। ਔਰ ਇਹ ਦੇਸੀ ਬੀਜ ਹੈ, ਜਿਹਨੂੰ ਅਸੀਂ ਦੇਸੀ ਕਹਿ ਦਿੰਦੇ ਹਾਂ। ਸਰ ਅਸਲੀ ਦੇਸੀ। ਹਾਂ, ਇੱਥੇ ਜਿੰਨੇ ਵੀ ਪੇੜ ਲੱਗੇ ਨਾ ਅਮਰੂਦ ਨੂੰ ਛੱਡ ਕੇ ਜੀ, ਬਾਕੀ ਆਹ ਚਾਹੇ ਕੇਲੇ ਨੇ, ਚਾਹੇ ਇਹ ਕਿਸੇ ਮੋਟਰ ਤੋਂ ਜਾਂ ਕਿਤੋਂ ਐ ਲੈ ਕੇ ਆਂਦੇ ਹੋਏ ਨੇ ਬੀਜ। ਇਹਦੇ ਵਿੱਚ ਕੋਈ ਉਹ ਨਹੀਂ ਹੈ ਵੀ ਕੋਈ ਸਪੈਸ਼ਲ ਕੋਈ ਹਾਈਬ੍ਰਿਡ ਜਾਂ ਹੋਰ ਜਿਹੜੀਆਂ ਕਥਾ ਕਹਾਣੀਆਂ ਅਸੀਂ ਕਰਦੇ ਹਾਂ, ਉਹੋ ਜਿਹਾ ਕੋਈ ਬੀਜ ਨਹੀਂ ਹੈ। ਤਾਂ ਇੱਥੇ ਅਸੀਂ ਦੋਨੋਂ ਮਤਲਬ ਸਾਇੰਸ ਨੂੰ ਵੀ ਚੰਗੀ ਤਰ੍ਹਾਂ ਸਟੱਡੀ ਕਰਿਆ ਤੇ ਜਿਹੜੀ ਸਾਡੀ ਅਜੋਕੀ ਸਾਇੰਸ ਹੈ, ਜਿਹਨੂੰ ਅਸੀਂ ਏਂਸ਼ੀਐਂਟ ਵਿਜ਼ਡਮ ਕਹਿੰਦੇ ਹਾਂ। ਸਾਇੰਸ ਦੀ ਬਾਤ ਆਪਾਂ ਕਰਾਂ ਜੀ। ਆਮ ਅੱਜ ਕੱਲ੍ਹ ਰੌਲਾ ਹੈ ਆਪਣੀ खेती के ਵਿੱਚ ਵੀ ਸਪਰੇਅ ਰੇ ਤੇ ਬਿਨਾ ਨਹੀਂ ਹੋ ਸਕਦਾ जी। थमें क्या कहा भी इसकी लोड़ क्यों नहीं? एक तो आप कहा भी पाने नहीं चाहिए, खतरनाक है। जी। थमें कह रहे हैं भी इसकी तो साइंस है कि भी नहीं, बूटे ਨੂੰ ਰੇ ਸਪਰੇ ਦੀ ਲੋੜ ਨਹੀਂ ਹੈ। ਉਹਦੇ ਬਾਰੇ ਜਰਾ ਬਰੀਕੀ ਮੈਂ ਦੱਸੋ। ਦੇਖੋ, ਜਿਹੜੀ ਗੱਲ ਮੈਂ ਕਹੂੰਗਾ ਉਹ ਬਹੁਤ ਹਰ ਬੰਦਾ ਹੀ ਕਹਿੰਦਾ ਉਹਨੂੰ। ਐਕਚੁਅਲੀ ਹਰ ਚੀਜ਼ ਨਾ ਨਿੱਜ ਨਾਲ ਜੁੜੀ ਹੋਈ ਹੈ, ਪ੍ਰੋਫਿਟ ਦੇ ਨਾਲ ਜੁੜੀ ਹੋਈ ਹੈ। ਤਾਂ ਜਿਵੇਂ ਮੈਂ ਤੁਹਾਨੂੰ ਸੀਡ ਦੀ ਗੱਲ ਕਰੀ, ਅਸੀਂ ਦੇਸੀ ਸੀਡ ਦੀ ਗੱਲ ਕਰਦੇ ਹਾਂ ਤੇ ਜਾਂ ਫਿਰ ਹਾਈਬ੍ਰਿਡ ਸੀਡ ਜਿਹੜੇ ਬਾਜ਼ਾਰ ਦੇ ਵਿੱਚੋਂ ਮਿਲਦੇ ਨੇ ਜੀ। ਉਹ ਕਹਾਣੀ ਬੀਜ ਤੋਂ ਹੀ ਸ਼ੁਰੂ ਹੁੰਦੀ ਹੈ। ਅਮਰੀਕਨ ਕੰਪਨੀਜ਼ ਨੇ ਬੀਜ ਇਹੋ ਜਿਹੇ ਬਣਾਏ ਹੋਏ ਨੇ ਜਿਹਨੂੰ ਜ਼ਿਆਦਾ ਖਾਦ ਔਰ ਜ਼ਿਆਦਾ ਸਾਰਾ ਉਹਦੇ ਤੋਂ ਸਪੋਰਟ ਤੋਂ ਬਗੈਰ ਉਹ ਚੱਲ ਹੀ ਨਹੀਂ ਸਕਦਾ। ਝਾੜ ਜ਼ਿਆਦਾ ਦੇ ਦਿੰਦਾ ਉਹ। ਇਹ ਸਾਡਾ ਵਹਿਮ ਹੈ ਜਿਹੜਾ ਸਾਡੇ ਦਿਮਾਗ ਦੇ ਵਿੱਚ ਪਾਇਆ ਹੋਇਆ। ਰੌਲਾ ਐਕਚੁਅਲੀ ਕੀ ਹੈ ਕਿ ਅਸੀਂ ਕਹਿੰਦੇ ਹਾਂ ਜ਼ਮੀਨ ਜਿਹੜੀ ਹੈ ਉਹ ਜਿਉਂਦੀ ਹੈ, ਲਾਈਵ ਸੋਇਲ ਹੈ। ਠੀਕ ਹੈ, ਜਿਉਂਦੀ ਦਾ ਮਤਲਬ ਜ਼ਮੀਨ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਜੀਵਾਣੂ ਹੈ ਜਿਹੜੇ ਤੁਹਾਨੂੰ ਨਜ਼ਰ ਨਹੀਂ ਆਉਂਦੇ, ਪਰ ਉਹ ਹਰਕਤ ਕਰ ਰਹੇ ਨੇ। ਉਹ ਮਰੀਆਂ ਹੋਈਆਂ ਚੀਜ਼ਾਂ ਜ਼ਮੀਨ ਦੇ ਵਿੱਚੋਂ ਖਾ ਰਹੇ ਨੇ, ਉਹਨੂੰ ਦੁਬਾਰਾ
ਪਲਾਂਟ ਦੇ ਫੂਡ ਮਤਲਬ ਰੇ ਕਹਿ ਲਓ ਉਹਨੂੰ ਤੁਸੀਂ, ਜਾਂ ਪਲਾਂਟ ਦੇ ਖਾਣੇ ਦੇ ਵਿੱਚ ਬਦਲ ਰਹੇ ਨੇ। ਉਹ ਜਦੋਂ ਸਾਹ ਲੈਂਦੇ ਨੇ ਹੋਰ ਕਰਦੇ ਨੇ ਤਾਂ ਜ਼ਮੀਨ ਦੇ ਅੰਦਰ ਪੋਲਾਪਣ, ਜਿਵੇਂ ਜੇ ਤੁਸੀਂ ਇੱਥੇ ਦੇਖੋ, ਇਹ ਵੀ ਦਿਖ ਰਿਹਾ ਇੱਧਰ ਆ ਜਾਓ, ਜਿੱਥੇ ਜਿਹੜੇ ਮਰਜ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਇਹ ਹੋ। ਇੰਨੀ ਪੋਲੀ ਕਿਉਂ ਹੈ ਜ਼ਮੀਨ, ਮਤਲਬ ਕਿ ਆਪਾਂ ਪੱਟਦੇ ਨੇ ਕਿ ਜੰਮ ਜਾਂਦੀ ਇਕੱਠੀ ਜਿੰਨਾ ਮਰਜ਼ੀ ਪੱਟੀ ਜਾਓ, ਇਹ ਨਹੀਂ ਹੱਥ ਹੈ ਗਲੇ ਪੱਟ ਜਾਏਗੀ। ਜਿੰਨਾ ਮਰਜ਼ੀ ਇਹਨੂੰ ਜੇ ਤੁਸੀਂ ਨੇੜੇ ਹੋ ਕੇ ਨਹੀਂ ਤਾਂ ਆਮ ਦੇਖੋ, ਕਿਤੇ ਆਪਾਂ ਗਮਲਾ ਹੋਏਗਾ ਤਾਂ ਸਖਤ ਬਹੁਤ ਮਿੱਟੀ ਹੋ ਜਾਏਗੀ। ਇਹਦੇ ਵਿੱਚ ਜਿੰਦਾ ਜੀਵਾਣੂ ਨੇ ਜੀ, ਉਹ ਜਦੋਂ ਹਰਕਤ ਕਰਦੇ ਆ ਤੁਹਾਡੇ ਮੇਰੇ ਵਾਂਗੂ ਸਾਹ ਲੈ ਰਹੇ ਨੇ, ਸਾਹ ਛੱਡ ਰਹੇ ਨੇ, ਉਹਦੇ ਨਾਲ ਜ਼ਮੀਨ ਪੋਰਸਿਟੀ ਜ਼ਮੀਨ ਦੇ ਅੰਦਰ ਰਹਿੰਦੀ ਹੈ, ਜਿਹੜੀ ਜੜ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਾਂ ਤਾਂ ਜਦੋਂ ਮੈਂ ਤੁਹਾਨੂੰ ਕਹਿਤਾ ਜੀ ਜ਼ਮੀਨ ਜਿਉਂਦੀ ਹੈ, ਤਾਂ ਤੁਹਾਡਾ ਵਾਜਬ ਸਵਾਲ ਇਹ ਹੋਊਗਾ ਵੀ ਜੇ ਜ਼ਮੀਨ ਜਿਉਂਦੀ ਹੈ ਤੇ ਭਾਈ ਇਹਦਾ ਡਾਈਜੈਸਟਿਵ ਸਿਸਟਮ, ਪਾਚਨ ਕਿਰਿਆ ਵੀ ਹੋਣੀ ਚਾਹੀਦੀ ਹੈ ਇਹਦਾ ਦਿਮਾਗ ਵੀ ਹੋਣਾ ਚਾਹੀਏ, ਇਹਦਾ ਸਰਕੂਲੇਟਰੀ ਸਿਸਟਮ, ਖੂਨ ਦਾ, ਔਰ ਤੁਹਾਡਾ ਹਰ ਸਵਾਲ ਵਾਜਬ ਹੈ ਔਰ ਉਹਦਾ ਜਵਾਬ ਵੀ ਹੈ। ਜੀ ਦੇਖੋ ਜ਼ਮੀਨ ਦੇ ਅੰਦਰ ਜਦੋਂ ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਪਾਓਗੇ ਜਿਹੜੀ ਕਦੀ ਜਿੰਦਾ ਸੀ, ਉਹਨੂੰ ਅਸੀਂ ਆਰਗੈਨਿਕ ਕਹਿੰਦੇ ਹਾਂ, ਚਾਹੇ ਉਹ ਬੂਟਾ ਪੌਦਾ, ਚਾਹੇ ਜਾਨਵਰ ਜਨੌਰ, ਚਾਹੇ ਤੁਸੀਂ ਜਾਂ ਮੈਂ, ਤਾਂ ਜ਼ਮੀਨ ਉਹਨੂੰ ਹਜ਼ਮ ਕਰ ਜੂਗੀ। ਇਹ ਉਹਦੀ ਪਾਚਨ ਕਿਰਿਆ ਹੈ। ਜੇ ਉਸੇ ਜ਼ਮੀਨ ਦੇ ਅੰਦਰ ਤੁਸੀਂ ਬੀਜ ਲਗਾਉਂਦੇ ਹੋ, ਸੀਡ ਲਾਉਂਦੇ ਹੋ, ਤਾਂ ਉਹਦਾ ਬੂਟਾ ਬਣ ਜਾਂਦਾ। ਇਹ ਜ਼ਮੀਨ ਦੇ ਦਿਮਾਗ ਹੋਣ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਜਦੋਂ ਜ਼ਮੀਨ ਦੇ ਅਸੀਂ ਸਾਲਟਸ, ਨਮਕ ਪਾਉਂਦੇ ਹਾਂ, ਕਿਸੇ ਵੀ ਤਰ੍ਹਾਂ ਦੀ ਖਾਦ ਹੈ ਤਾਂ ਨਮਕ ਹੀ ਆ ਉਹ, ਤਾਂ ਜਿਵੇਂ ਤੁਹਾਡੇ ਸਰੀਰ ਦੇ ਅੰਦਰ ਜਿਹੜਾ ਨਮਕ ਹੈ ਉਹਨੂੰ ਤੁਹਾਡੀ ਕਿਡਨੀ ਸਾਫ਼ ਕਰਕੇ ਪਿਸ਼ਾਬ ਦੇ ਰਾਹੀਂ ਬਾਹਰ ਕੱਢ ਦਿੰਦੀ ਹੈ, ਜਾਂ ਪਸੀਨੇ ਦੇ ਰਾਹੀਂ ਤੁਹਾਡੇ ਸਰੀਰ ਦੇ ਵਿੱਚੋਂ ਬਾਹਰ ਕੱਢਦੀ ਹੈ। ਧਰਤੀ ਨੇ ਵੀ ਇਹਦੇ ਵਿੱਚ ਪਏ ਹੋਏ ਜਿੰਨੇ ਸਾਲਟ ਨੇ ਉਹ ਬਾਹਰ ਕੱਢਣੇ ਨੇ। ਔਰ ਅੱਜ ਜੇ ਤੁਸੀਂ ਇਸ ਚੀਜ਼ ਨੂੰ ਦੇਖੋ ਤਾਂ ਅਬੋਹਰ ਵਾਲੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਪ੍ਰੈਵਲੈਂਟ ਹੈ। ਸਲਾਈਨ ਸੋਇਲਸ ਕਹਿ ਦਿੰਦੇ ਨੇ ਉਹਨੂੰ, ਨਮਕ, ਸਲਾਈਨ ਮਤਲਬ ਨਮਕ, ਸਲੂਣਾ, ਹਾਂ ਸਲੂਣਾ। ਉਹ ਜਿਹੜੀ ਸੈਲੇਨਿਟੀ ਹੈ ਉਹ ਉੱਪਰ ਆ ਗਈ ਜ਼ਮੀਨ ਦੇ ਵਿੱਚ। ਉਹ ਕਹੀ ਜਾਂਦੇ ਨੇ ਭਾਪ ਬਣਿਆ ਤਾਂ ਕਰਕੇ, ਕੁਝ ਨਹੀਂ ਹੈਗਾ। ਜ਼ਮੀਨ ਦੀ ਆਪਣੀ ਪ੍ਰਕਿਰਿਆ ਕਿ ਉਹ ਸਾਰੀ ਜਿਹੜੀ ਉਹ ਨਮਕ ਹੈ ਉਹਨੂੰ ਉੱਪਰ ਲੈ ਕੇ ਆ ਰਹੀ ਹੈ, ਤਾਂ ਨਮਕ ਦੇ ਵਿੱਚ ਕੋਈ ਬੂਟਾ ਹੋ ਨਹੀਂ ਸਕਦਾ। ਹੁਣ ਰੌਲਾ ਆ ਕੇ ਖੜਾ ਹੋ ਗਿਆ ਕਿ ਜੀ ਇਹਦਾ ਝਾੜ ਵੱਧ ਗਿਆ। ਰੌਲਾ ਕੀ ਹੈ, ਪਹਿਲਾਂ ਹੁੰਦੀ ਸੀ ਮਿਸ਼ਰਿਤ ਖੇਤੀ, ਬਹੁਤ ਤਰ੍ਹਾਂ ਦੀ ਖੇਤੀ ਕਰਦੇ ਸੀ ਲੋਕ। ਮਤਲਬ ਅੱਜ ਤਾਂ ਹੁਣ ਸਿਰਫ ਅਸੀਂ ਅਮਰੀਕਾ ਵਾਲੇ ਸਿਸਟਮ 'ਚ, ਹਾਂ ਅਮਰੀਕਾ ਦੇ ਸਿਸਟਮ 'ਚ ਚਲੇ ਗਏ। ਜੀ ਅਮਰੀਕਾ ਅੰਗਰੇਜ਼ੀ ਦੇ ਵਿੱਚ ਕਹਿੰਦਾ ਗਰੋ ਬਿਗ, ਗੈਟ ਬਿਗ ਔਰ ਗੈਟ ਆਊਟ, ਜਾਂ ਤਾਂ ਬੜੇ ਹੋ ਜਾਓ ਤੇ ਜਾਂ ਬਾਹਰ ਚਲੇ ਜਾਓ। ਠੀਕ ਹੈ, ਉਦੋਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਨਹੀਂ ਸੀਗਾ ਜੀ, ਉਦੋਂ ਮਿਸ਼ਰਿਤ ਖੇਤੀ ਹੁੰਦੀ ਸੀ। ਪਰ ਜਦੋਂ ਆਹ ਰੌਲਾ ਪਿਆ ਕੱਲੇ ਕਣਕ ਝੋਨੇ ਦਾ, ਸਾਰੀਆਂ ਖੇਤੀਆਂ ਛੱਡ ਕੇ ਕੱਲਾ ਕਣਕ ਝੋਨਾ ਹੋਣ ਲੱਗ ਗਿਆ। ਉਹਦੇ ਵਿੱਚ ਸਾਲਟਸ ਪਾ ਕੇ ਇੱਕ ਆਰਟੀਫੀਸ਼ੀਅਲ ਜੀ ਖੇਤੀ ਅਸੀਂ ਤਿਆਰ ਕਰ ਲਈ ਜੀ। ਜੇ ਤੁਹਾਡੀ ਮਿੱਟੀ ਜਿਉਂਦੀ ਹੈ ਤਾਂ ਤੁਸੀਂ ਇਹ ਕਿਸੇ ਵੀ ਪਲਾਂਟ ਦੀ ਸਿਹਤ ਦੇਖ ਸਕਦੇ ਹੋ, ਤਾਂ ਆਊਟਪੁੱਟ ਦੇਖ ਸਕਦੇ ਹੋ। ਬਿਲਕੁਲ, ਉਹ ਤੁਹਾਨੂੰ ਕੋਈ ਉਹਦੇ 'ਚ ਘਾਟ ਆਉਣ ਵਾਲੀ ਹੈ ਨਹੀਂ। ਤਾਂ ਜਿਹੜੇ ਕ੍ਰਾਈਸਿਸ ਤੇ ਲਿਆ ਕੇ ਪੰਜਾਬ ਨੂੰ ਖੜਾਉਣਾ ਸੀਗਾ, ਇਹ ਸਾਰੀ ਰੈਵੋਲੂਸ਼ਨ ਨੇ, ਉੱਥੇ ਆ ਕੇ ਅਸੀਂ ਖੜੇ ਹੋ ਗਏ। ਕੀ ਹੋਇਆ ਇਹਦੇ 'ਚ, ਗੱਲ ਮੇਰੀ ਕੌੜੀ ਲੱਗੂਗੀ ਤੁਹਾਨੂੰ। ਨਾ ਆਪਾਂ ਪੂਰੀ ਚੰਗਿਆੜੇ ਸੁਣਾਣੇ ਕੋਈ ਮਿੱਠੀ ਕੋਈ ਗੱਲ ਨਹੀਂ। ਦੇਖੋ ਨਹੀਂ ਮੈਂ ਜਿਹੜੀ ਬਾਤ ਕਰ ਰਿਹਾ, ਜਿਹੜੀ ਅਸਲੀਅਤ ਹੈ, ਵੀ ਚਾਹੇ ਕੌੜੀ ਵੀ ਲੱਗੇ ਸੁਣਾਓ। ਕਿਉਂਕਿ ਨਾ ਕਈ ਵਾਰੀ ਉਹ ਆਪਾਂ ਗੱਲਾਂ ਮਿੱਠੀਆਂ ਕਰਦੇ ਹਾਂ, ਕਹਿੰਦੇ ਕੁਝ ਜ਼ਹਿਰਾਂ ਖੰਡ ਲਪੇਟੀਆਂ ਨੇ, ਪੈਸੇ ਦੀਆਂ ਭਰੀਆਂ ਪੇਟੀਆਂ ਨੇ। ਕੀ ਬਾਤ ਹੈ। ਪ੍ਰੋਬਲਮ ਇਹ ਹੈ ਕਿ ਮੇਰੇ 'ਚ ਕਮੀ ਇਹ ਹੈ ਕਿ ਮੈਂ ਚਾਹ ਕੇ ਵੀ ਤੁਹਾਨੂੰ ਖੁਸ਼ ਨਹੀਂ ਕਰ ਸਕਦਾ। ਹੁਣ ਕੀਤਾ ਕੀ ਉਹ ਸਿਸਟਮ ਨੇ, ਉਹਨੇ ਸਿਸਟਮ ਨੇ ਸੌਖਾ ਕੀਤਾ। ਇਹਨੂੰ ਸੌਖਾ ਕਰਨ ਦੇ ਨਾਲ ਸਾਡੇ ਹੱਡਾਂ 'ਚ ਵੀ ਪੀਕ ਪੈ ਗਈ। ਅਸੀਂ ਫਾਰਮਿੰਗ 40 ਦਿਨ ਦੀ ਫਾਰਮਿੰਗ ਛੱਡਤੀ, ਇਦੋਂ ਜ਼ਿਆਦਾ ਫਾਰਮਿੰਗ ਹੀ ਨਹੀਂ ਛੱਡੀ। ਰਿਸੋਰਸਿਸ ਨੇ ਜਿਹੜੇ ਸਾਡੇ, ਉਹ ਜਿਹੜਾ ਇਹ ਬਾਜ਼ਾਰਵਾਦ ਆਇਆ, ਵਿੰਡੋ ਸ਼ਾਪਿੰਗ ਕਹਿੰਦੇ ਨੇ, ਖਿੜਕੀਆਂ ਜੀ ਇੰਨਾ ਕੁਝ ਲਾਇਆ ਹੋਇਆ ਵੀ ਤੁਹਾਨੂੰ ਲਿਓਰ ਕਰ ਕਰਕੇ ਉਧਰਲੇ ਪਾਸੇ। ਔਰ ਇੱਕ ਹੋਰ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਕਹਿਣੀ ਚਾਹੂੰਗਾ ਕਿ ਕਹਿੰਦੇ ਰੱਬ ਜਦੋਂ ਬੰਦਾ ਬਣਾਉਂਦਾ ਨਾ ਜੀ, ਉਹਦੇ ਕੰਨ 'ਚ ਕਹਿ ਕੇ ਭੇਜਦਾ ਵੀ ਤੇਰੇ ਵਰਗਾ ਤੇਰੇ ਤੋਂ ਪਹਿਲਾਂ ਕੋਈ ਨਹੀਂ ਬਣਾਇਆ। ਪੰਜਾਬੀਆਂ ਦੇ ਦੋਹਾਂ ਕੰਨਾਂ 'ਚ ਕਹਿ ਕੇ ਭੇਜਿਆ ਹੋਇਆ। ਅਸੀਂ ਇਮੋਸ਼ਨਲ ਬੰਦੇ ਆ, ਸਾਨੂੰ ਦੋ ਪੰਪ ਮਾਰ ਕੇ ਚਾਹੇ ਜੰਡ ਤੇ ਚਾੜ ਲਓ ਜੀ। ਚੰਗੇ ਔਰ ਦੋਹੇ ਮਾੜੇ ਦੋਹੇ ਕੰਮ ਲਏ ਜਾ ਸਕਦੇ ਨੇ। ਜਿਹੜੀ ਜੇ ਤੁਸੀਂ ਇਹ ਸੋਚੋ ਕਿ ਗ੍ਰੀਨ ਰੈਵੋਲੂਸ਼ਨ ਦਾ, ਅਸੀਂ ਜਿਹੜੀ ਹਰਿਤ ਕ੍ਰਾਂਤੀ ਦਾ ਇੰਨਾ ਰੌਲਾ ਪਾਉਂਦੇ ਆ, ਉਹਦੇ ਵਿੱਚ ਜਿੱਥੇ ਇੱਕ ਪਾਸੇ ਇਮੋਸ਼ਨ ਨਾਲ ਖੇਡਿਆ, ਉੱਥੇ ਸਾਡਾ ਨਿੱਜ ਵੀ, ਲਾਲਚ ਵੀ ਸਾਡਾ ਵਿੱਚ ਬੜਿਆ ਹੋਇਆ ਸੀਗਾ। ਠੀਕ ਹੈ, ਅੱਜ ਅਸੀਂ ਦੋਸ਼ ਕਿਸੇ ਦੇ ਸਿਰ ਤੇ ਰੱਖੀ ਜਾਈਏ ਤਾਂ ਉਹ ਹੈ ਨਹੀਂ। ਬੇਈਮਾਨਾ ਹਰ ਜਗ੍ਹਾ ਦੇ ਉੱਤੇ ਸਾਡੇ ਅੰਦਰ ਘਰ ਕਰ ਗਿਆ ਹੋਇਆ। ਲਾਲ ਬੱਤੀ ਦੇ ਉੱਤੇ ਜੇ ਪੁਲਿਸ ਵਾਲਾ ਨਾ ਖੜਾ ਹੋਵੇ, ਕਿੰਨੇ ਬੰਦੇ ਰੋਕਣਗੇ ਉਹ ਦੇਖ ਲੈਣਾ ਤੁਸੀਂ। ਠੀਕ ਹੈ, ਬੇਈਮਾਨਾ ਇਕੱਲੇ ਪੈਸੇ ਦਾ ਤਾਂ ਨਹੀਂ ਹੈਗਾ। ਇੱਕ ਤਾਂ ਇਹ ਹੋ ਗਿਆ ਵੀ ਕੰਮ ਕਰਨ ਦੀ ਜਿਹੜੀ ਸਾਡੀ ਉਸ ਸਿਸਟਮ ਸੀਗਾ, ਉਹਨੂੰ ਢਾਹ ਲੱਗ ਗਈ, ਉਹਨਾਂ ਅਸੀਂ ਮਿਹਨਤ ਕਰਨੀ ਨਹੀਂ ਚਾਹ ਰਹੇ। ਦੂਸਰੀ ਚੀਜ਼ ਹੈ, ਸਾਲਟਸ ਇੰਨੇ ਪਾਤੇ ਜ਼ਮੀਨ ਦੇ ਅੰਦਰ ਕਿ ਹੁਣ ਇੱਕ ਤਰ੍ਹਾਂ ਦੀ ICU ਦੇ ਉੱਤੇ ਜ਼ਮੀਨ ਹੈ। ਆ ਬਿੱਲਾਂ ਬੁੱਲਾਂ ਦਾ ਰੌਲਾ ਪਾ ਲਿਆ। ਜਿਹੜਾ ਬਿੱਲ ਹੁੰਦਾ, ਕੋਈ ਵੀ ਲਾਅ ਹੁੰਦਾ,
ਇੱਕ ਟੂਲ ਹੁੰਦਾ, ਇੱਕ ਸਾਧਨ ਹੈ, ਇੱਕ ਚਾਕੂ ਹੈ। ਮੇਨ ਚੀਜ਼ ਇਹ ਹੈ ਵੀ ਉਹ ਵਰਤਿਆ ਕਿਵੇਂ ਜਾਣਾ, ਉਹਦੇ ਤੇ ਜ਼ਿਆਦਾ ਫੋਕਸ ਹੁੰਦਾ। ਤੇ ਮੈਂ ਬਿੱਲ ਪੜ੍ਹੇ ਨੇ ਅੱਖਰ ਬਾਏ ਅੱਖਰ, ਕਈ ਵਾਰੀ ਪੜ੍ਹੇ ਨੇ। ਹਰੇਕ ਬਿੱਲ ਦੇ ਵਿੱਚ ਬਾਕੀ ਲਾਜ਼ ਦੇ ਵਾਂਗੂ ਐਂਡ ਦੇ ਉੱਤੇ ਨਾ ਇੱਕ ਚੋਰ ਮੋਰੀ ਇੱਕ ਗਿੱਦੜ ਸਿੰਘੀ ਛੱਡੀ ਹੁੰਦੀ ਹੈ, ਸਬਜੈਕਟਡ ਟੂ ਕੰਡੀਸ਼ਨਸ। ਹਰੇਕ ਉਹਦੇ ਤੋਂ ਬਾਅਦ ਉਹਦੇ ਵਿੱਚ ਸਾਰਾ ਹੀ ਘਾਲਾ ਮਾਲਾ ਆ ਜਾਂਦਾ। ਲੜਾਈ ਅੱਜ ਦੀ ਡੇਟ ਦੇ ਵਿੱਚ ਹੋਂਦ ਦੀ ਹੈ। ਲੜਾਈ ਜਿਹੜੀ ਹੋਂਦ ਦੇ ਵਿੱਚ ਹੈ, ਮੈਨੂੰ ਜਿਹੜੀ ਗੱਲ ਸਮਝ ਆਉਂਦੀ ਹੈ, ਜਿੱਥੇ ਤੱਕ ਉਗਾਉਣ ਦਾ ਸਵਾਲ ਹੈ ਉਹ ਤਾਂ ਹੈ ਹੀ ਹੈ। ਜ਼ਮੀਨਾਂ ਸਾਡੀਆਂ ਜ਼ਹਿਰੀਲੀਆਂ ਹੋ ਗਈਆਂ, ਕੁਛ ਇੱਕ ਚੀਜ਼ਾਂ ਨਹੀਂ ਉਗਾ ਰਹੇ ਹਾਂ ਅਸੀਂ, ਉਹ ਬਾਰੇ ਚਰਚਾ ਬਹੁਤ ਹੁੰਦੀ ਹੈ, ਸਾਰੇ ਪਾਸੇ ਹੁੰਦੀ ਹੈ। ਖੜੀ ਸਾਰੀ ਗੱਲ ਹੈ ਸੇਲ ਦੇ ਉੱਤੇ ਆ ਕੇ। ਸੇਲ ਨਹੀਂ ਹੋ ਰਹੀ। ਤੁਸੀਂ ਇਹਦੀ ਉਂਗਲੀ ਇੱਕ ਬੰਦੇ ਵੱਲ ਨਹੀਂ ਕਰ ਸਕਦੇ। ਮੈਂ ਕਹਾ ਕਿ ਮਨਜੀਤ ਸਿੰਘ ਜੀ ਇਹਦੇ ਜ਼ਿੰਮੇਵਾਰ ਹੈ ਜਾਂ ਫਲਾਣਾ ਬੰਦਾ ਜ਼ਿੰਮੇਵਾਰ ਹੈ। ਕੁੱਲ ਮਿਲਾ ਕੇ ਸਾਰਾ ਸਮਾਜ ਹੀ ਸਾਡਾ ਜਿਹੜਾ ਨਾ ਬੇਈਮਾਨ ਹੈ। ਬੇਈਮਾਨਾ ਜਿਹਦਾ ਜਿੰਨਾ ਘਰੂਟਾ ਵੱਜਦਾ ਉਨਾ ਮਾਰਦਾ। ਉਹ ਵੱਡੇ ਬੇਈਮਾਨ ਨੂੰ ਤੁਸੀਂ ਵੱਡਾ ਬੇਈਮਾਨ ਕਹਿੰਦੇ, ਛੋਟੇ ਨੂੰ ਛੋਟਾ ਕਹਿ ਦਿੰਦੇ। ਜੇ ਤੁਸੀਂ ਰੈਲੀ ਦੀ ਗੱਲ ਕਰਦੇ ਹੋ ਤਾਂ ਰੈਲੀ ਜਿਹੜਾ ਕਰ ਰਿਹਾ ਉਹ ਤਾਂ ਕਰ ਰਿਹਾ, ਜਿਹੜੇ ਉੱਥੇ ਗਏ ਨੇ ਉਹ ਵੀ ਤਾਂ ਬਰਾਬਰ ਦੇ ਹੀ ਉਹਦੇ ਜ਼ਿੰਮੇਵਾਰ ਨੇ ਨਾ ਜੀ। ਤਾਂ ਹੁਣ ਉਹ ਜਿਹੜੀ ਕਹਾਣੀ ਆ ਕਿ ਖੜ ਗਈ, ਉਹ ਖੜ ਗਈ ਸੇਲ ਦੇ ਉੱਤੇ, ਸਮਾਰਟ ਵਰਕ ਦੇ ਉੱਤੇ। ਜਿਵੇਂ ਪਿੰਡਾਂ ਦੇ ਵਿੱਚ ਮੇਰੇ ਜਿਹੜੇ ਦੋਸਤ ਨੇ ਜਿਹੜੇ 50 ਸਾਲ ਤੋਂ ਉੱਪਰ ਵਾਲੇ ਨੇ, 50 52 55, ਜਿਹੜੇ ਯੰਗਸਟਰਸ ਨੇ, ਉਹਨਾਂ ਦੀ ਆਪਣੀ ਸੋਚ ਹੈ, ਉਹਨਾਂ ਦੀਆਂ ਆਪਣੀ ਫਰਸਟ੍ਰੇਸ਼ਨਸ ਹੈ, ਉਹਦੀ ਗੱਲ ਬਾਅਦ 'ਚ ਕਰ ਲਾਂਗੇ। ਉਹ ਜਿਹੜੇ ਮਿੱਟੀ ਨਾਲ ਮਿੱਟੀ ਹੋ ਰਹੇ ਨੇ, ਉਹ ਜਿਹੜੇ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੈਗੇ ਨੇ ਲੋਕ ਇਹੋ ਜਿਹੇ, ਮੁੱਕੇ ਨਹੀਂ ਹੈਗੇ। ਪਹਿਲਾਂ ਬਹੁਤ ਜ਼ਿਆਦਾ ਲੋਕ ਹੁੰਦੇ ਸੀ, ਮੈਂ ਤੁਹਾਡੇ ਕੋਲੇ 10 ਰੁਪਏ ਰੱਖ ਗਿਆ ਤੇ ਉਹ ਤੁਹਾਨੂੰ ਟੈਨਸ਼ਨ ਹੁੰਦੀ ਸੀ ਵੀ ਇਹਦੇ ਮੋੜਨੇ ਨੇ, ਹੈ ਨਾ। ਹੁਣ ਖੜੀ ਕਹਾਣੀ ਖੜ ਕਿੱਥੇ ਗਈ? ਖੜ ਗਈ ਸਮਾਰਟ ਵਰਕ ਤੇ ਜੀ। ਜਦੋਂ ਮੈਨੇਜਮੈਂਟ ਤੁਸੀਂ ਪੜ੍ਹਦੇ ਹੋ ਲੱਖਾਂ ਰੁਪਏ ਦੇ ਕੇ, ਉਹ ਤੁਹਾਨੂੰ ਕਹਿੰਦੇ ਹਾਰਡ ਵਰਕ ਨਹੀਂ ਕਰਨਾ, ਸਮਾਰਟ ਵਰਕ ਕਰਨਾ। ਹੁਣ ਮੈਂ ਸੋਚਦਾ ਰਿਹਾ ਵੀ ਸਮਾਰਟ ਵਰਕ ਦਾ ਮਤਲਬ ਇੱਕੋ ਹੀ ਅੱਖਰ ਹੈ ਪੰਜਾਬੀ 'ਚ, ਠੱਗੀ। ਅੱਜ ਦੀ ਡੇਟ ਦੇ ਵਿੱਚ ਮੰਨ ਲਓ ਜੇ ਕਿਸੇ ਨੇ ਗਾਈਆਂ ਰੱਖੀਆਂ ਜਾਂ ਮੈਸਾਂ ਰੱਖੀਆਂ ਜਾਂ ਕੋਈ ਡੈਰੀ ਦਾ ਕੰਮ ਕਰਦਾ, ਮੈਂ ਜਾਣਦਾ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ, ਉਹ ਇਮਾਨਦਾਰੀ ਨਾਲ ਪੱਠੇ ਵੀ ਉਹਨੂੰ ਵਧੀਆ ਪਾ ਰਿਹਾ, ਸਭ ਕੁਝ ਵਧੀਆ ਕਰ ਰਿਹਾ, ਉਹਦੀ ਸੇਵਾ ਟਹਿਲ ਵੀ ਪੂਰੀ ਕਰ ਰਿਹਾ। ਉਹਦੀ ਆਪਣੀ ਕਾਸਟ, ਜੇ ਮੈਂ ਦੇਸੀ ਗਊ ਦੀ ਗੱਲ ਕਰਨਾ, ਦੇਸੀ ਨੂੰ ਰਿਲੀਜਨ ਨਾਲ ਨਾ ਜੋੜੋ, ਜਿਹੜੀ ਇੱਥੇ ਹੀ ਹੋਣ ਵਾਲੀ ਗਊ ਹੈ, ਇਸ ਵਾਤਾਵਰਨ 'ਚ ਵਧੀਆ ਰਹਿੰਦੀ ਹੈ, ਤਾਂ ਓਬਵੀਅਸਲੀ ਜਿਹੜੀ ਸਵਸਥ ਰਹੂਗੀ ਗਊ, ਉਹਦਾ ਦੁੱਧ ਵੀ ਬੈਟਰ ਹੀ ਹੋਊਗਾ। ਅਤੇ ਉਹ 75 ਰੁਪਏ ਲੀਟਰ ਉਹਨੂੰ ਖੁਦ ਪੈ ਰਿਹਾ, ਜਦ ਕਿ ਉਹਨੂੰ ਕੈਲਕੂਲੇਸ਼ਨ ਵੀ ਨਹੀਂ ਲੱਗ ਰਹੀ। ਕਾਰਨ ਕੀ ਹੈ ਕਿ ਜਿਹੜੇ ਦੂਸਰੇ ਸਮਾਰਟ ਬੰਦੇ ਨੇ ਇਸੇ ਧੰਦੇ ਦੇ ਵਿੱਚ ਨੇ, ਸਮਾਰਟ ਬੰਦੇ ਨੇ, ਉਹਨੇ ਗਊ ਕਿਹੜੀ ਰੱਖੀ, ਮੱਝ ਕਿਹੜੀ ਰੱਖੀ, ਉਹਦੇ ਚੱਕਰ 'ਚ ਨਾ ਪਾਓ। ਉਹਨਾਂ ਨੇ ਵੇਚਣ ਦਾ ਤਰੀਕਾ ਇਹੋ ਜਿਹਾ ਬਣਾ ਲਿਆ ਹੋਇਆ ਕਿ ਉਹ 35 ਰੁਪਏ 'ਚ ਵੀ ਵੇਚ ਕੇ ਕਮਾਈ ਜਾ ਰਹੇ ਨੇ। ਅਤੇ ਜੇ ਤੁਹਾਨੂੰ ਐਂ ਲੱਗੇ ਵੀ ਤੁਹਾਨੂੰ ਸਮਝ ਆ ਗਈ ਵੀ ਇਹ ਕੀ ਠੱਗੀਆਂ ਲਾ ਰਿਹਾ, ਤਾਂ ਤੁਹਾਨੂੰ ਨਹੀਂ ਸਮਝ ਆਈ ਅਜੇ, ਕਿਉਂਕਿ ਸਾਰਾ ਫੋਕਸ ਜਿਹੜਾ ਸਾਡਾ ਉਸ ਪਾਸੇ ਆ। ਤਾਂ ਬਿਲਾਂ ਬੁਲਾਂ ਦੀ ਜੇ ਤੁਸੀਂ ਗੱਲ ਕਰਦੇ ਹੋ, ਇਹ ਜੇ ਤੁਹਾਡੀ ਸੇਲ ਪ੍ਰੋਪਰ ਹੋਵੇ, ਜੇ ਤੁਹਾਡਾ ਫੋਕਸ ਖੇਤੀ ਦੇ ਉੱਪਰ ਪੂਰਾ ਪ੍ਰੋਪਰ ਹੋਵੇ, ਤਾਂ ਬਿੱਲ ਤਾਂ ਜਿਹੜਾ ਮਰਜ਼ੀ ਆ ਜਾਏ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਕੋਈ ਫਰਕ ਨਹੀਂ ਪੈਂਦਾ। ਪਰ ਹਾਂ, ਜੇ ਹੁਣ ਸਰਕਾਰਾਂ ਹੀ ਬੇਈਮਾਨ ਹੋਣ, ਕਿ ਉਹ ਵੀ ਸਾਡੇ 'ਚੋਂ ਹੀ ਨੇ, ਸਾਡੇ ਨਾਲੋਂ ਵੱਡੇ ਬੇਈਮਾਨ ਨੇ, ਤਾਂ ਹੀ ਸਰਕਾਰ ਬਣਾਈ ਹੈ ਉਹਨੇ ਵੀ। ਤੁਸੀਂ ਨਾ ਬਣਾ ਲਈ, ਮੈਂ ਨਾ ਬਣਾ ਲਈ, ਤੁਸੀਂ ਮਿਊਨਿਸਪੈਲਿਟੀ ਨਹੀਂ ਜਿੱਤ ਸਕਦੇ। ਤਾਂ ਉਹ ਸਮਾਰਟ ਵਰਕ ਜਿਹੜੇ ਜ਼ਿਆਦਾ ਕਰਦੇ ਨੇ, ਉਹਨਾਂ ਨੇ ਤੁਹਾਡੇ ਜੇਬ 'ਚ ਜੋ ਕੁਛ ਵੀ ਆ, ਉਹਨਾਂ ਨੂੰ ਸਾਰਾ ਦਾ ਸਾਰਾ ਚਾਹੀਦਾ। ਪੈਸੇ ਦਾ ਮਸਲਾ ਨਹੀਂ ਹੈਗਾ, ਪੈਸੇ ਤੋਂ ਉੱਪਰਲਾ ਮਸਲਾ ਕੰਟਰੋਲ ਦਾ ਮਸਲਾ ਹੈਗਾ। ਜੇ ਤੁਸੀਂ ਰੋਟੀ ਖਾ ਰਹੇ ਹੋ, ਜੇ ਤੁਸੀਂ ਤੁਹਾਡਾ ਦਿਮਾਗ ਕੰਮ ਕਰ ਰਿਹਾ ਹੈ, ਤਾਂ ਰਾਜ ਕਰਨਾ ਬੜਾ ਮੁਸ਼ਕਿਲ ਹੋ ਜਾਊਗਾ ਤੁਹਾਡੇ, ਤੁਸੀਂ ਟਿਕਣ ਨਹੀਂ ਦੇਣਾ ਹੈਗਾ। ਤਾਂ ਖੇਤੀ ਦਾ ਜਿਹੜਾ ਇਹ ਸਾਰਾ, ਖੇਤੀ 'ਚ ਮੈਂ ਇੱਕ ਸਵਾਲ ਹੋ ਰਿਹਾ ਵੀ ਜਿਹੜਾ ਆਪਾਂ ਆਮ ਪੰਜਾਬ ਦਾ ਸੰਕਟ ਹੈ ਵੀ ਤਾਂ ਜੀ ਉਹ ਹੈ ਆਪਾਂ ਨੂੰ ਤਬਾਹ ਕਰ ਰਿਹਾ, ਫਲਾਣਾ ਕਰ ਰਿਹਾ, ਕੋਈ ਨਹੀਂ ਕਰ ਲਿਓ। ਤੇ ਕੁਦਰਤੀ ਤੌਰ ਤੇ ਆਪਾਂ ਕਿਸ ਤਰ੍ਹਾਂ ਖੇਤੀ ਨੂੰ ਦੁਬਾਰਾ ਸਲੀਹ ਪਰ ਲਿਆ ਸਕਾਂ? ਥਵੇਂ ਤਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਬੂਟਿਆਂ ਦੀ ਜਿਹੜੀ ਬਣਤਰ ਹੈ, ਜੀਵ ਬਾਤਾਂ ਕਰ ਰਿਹਾ, ਹੋਰ ਸਾਰੀਆਂ ਬਾਤਾਂ ਆ ਸਕਾ ਖੇਤੀ ਉੱਥੇ ਜਿੱਥੇ ਪਹਿਲਾਂ ਚੱਲੀ ਸੀ ਕਿਤੇ? ਇਹੋ ਜਿਹਾ ਕੋਈ ਚੀਜ਼ ਨਹੀਂ ਹੈ ਕਿ ਵੀ ਨਹੀਂ ਆ ਸਕਦਾ। ਖੇਤੀ ਜਿੱਥੇ ਪਹਿਲਾਂ ਸੀ ਉਸ ਤੋਂ ਕਿਤੇ ਅੱਗੇ ਆ ਸਕਦੀ ਹੈ, ਕਿਉਂਕਿ ਕਾਰਨ ਕੀ ਹੈ ਕਿ ਜਿਹੜਾ ਟਾਈਮ ਦੇ ਨਾਲ ਨਾਲ ਐਵੋਲੂਸ਼ਨ, ਨਵੀਆਂ ਚੀਜ਼ਾਂ ਅਸੀਂ ਸਿੱਖ ਰਹੇ ਹਾਂ, ਉਹਦੇ ਨਾਲ ਅਸੀਂ ਉੱਪਰ ਨੂੰ ਹੀ ਜਾਣਾ। ਪਰ ਤੁਸੀਂ ਇਹਦੇ 'ਚ ਇੱਕ ਚੀਜ਼ ਮਿਸ ਕਰ ਰਹੇ ਹੋ ਜੀ। ਮਿਸ ਇਹ ਕਰ ਰਹੇ ਹੋ ਕਿ ਮੇਰੇ ਕੋਲ ਸੋਨੇ ਦੀ ਥਾਲੀ ਹੈ, 5 ਏਕੜ ਜਗ੍ਹਾ ਅੱਜ ਦੀ ਰੇਟ ਦੇ ਵਿੱਚ ਜੇ ਮੰਨਦੇ ਹੋ ਤਾਂ 1 ਕਰੋੜ ਰੁਪਏ ਦੀ ਜਗ੍ਹਾ ਤਾਂ ਹੈ ਮੇਰੇ ਕੋਲ। ਉਹਦੇ 'ਤੇ ਕਰਨ ਵਾਸਤੇ ਜੇ ਸਾਧਨ ਨੇ ਮੇਰੇ ਕੋਲ, ਉਹ ਸਾਧਨ ਨਹੀਂ ਜਿਹੜੇ ਮੈਨੂੰ ਚਾਹੀਦੇ ਨੇ। ਇੱਕ ਉਹਦੀ ਜਾਪਾਨੀ ਸਾਇੰਟਿਸਟ ਹੈ ਫੁਕੂਕੋਆ, ਉਹ ਕਹਿੰਦਾ 1 straw revolution, ਉਹ ਕਹਿੰਦਾ ਡੂ ਨਥਿੰਗ, ਕੁਛ ਨਹੀਂ ਕਰਨਾ। ਅੱਜ ਆਰਗੈਨਿਕ ਦੀ ਗੱਲ ਹੁੰਦੀ ਹੈ, ਅਗਲਾ ਕਹਿੰਦਾ ਜੀ ਕੁਛ ਨਹੀਂ ਕਰਨਾ, ਇੱਕ ਵਾਰੀ ਮਿਹਨਤ ਕਰਨੀ ਹੈ। ਇਹ ਗਲਤ ਕਹਿੰਦੇ ਆ ਸਾਰੇ। ਜੋ ਇੰਨਾ ਕੁਛ ਉਲਟਾ ਸਿੱਧਾ ਕੀਤਾ ਹੋਇਆ ਉਹਨੂੰ ਵਾਪਸ ਵੀ ਤਾਂ ਕਰਨਾ ਪਊਗਾ ਨਾ ਤੁਹਾਨੂੰ।
ਮੈਂ ਇਹੋ ਜਿਹੇ ਖੇਤ ਦੇਖੇ ਨੇ, ਹੁਣ 100 ਏਕੜ ਦਾ ਖੇਤ ਹੈ, ਉਹ ਕਹਿੰਦਾ ਜੀ ਮੈਂ ਆਰਗੈਨਿਕ ਕਰਦਾ, ਉਹਨੇ ਛੱਡਤਾ। ਛੱਡਣ ਨਾਲ ਆਰਗੈਨਿਕ ਹੋ ਜੂਗੀ? ਛੱਡਣ ਨਾਲ ਤਾਂ ਨਹੀਂ ਆਰਗੈਨਿਕ ਹੁੰਦੀ ਜੀ। ਜਿਹੜਾ ਜ਼ਮੀਨ ਦੇ ਅੰਦਰ ਖੁਰਾਕ ਹੈ ਉਹ ਪੱਤਿਆਂ ਨੇ ਬੂਟਿਆਂ ਨੇ ਚੱਕ ਲਿਆ। ਇਹਦੇ ਤੇ 70% ਇਹਦਾ ਜਿਹੜਾ ਖਾਣਾ ਫਰੂਟ 'ਚ ਚਲਾ ਗਿਆ। ਤੁਸੀਂ ਫਰੂਟ ਤੋੜ ਕੇ ਖਾ ਲਿਆ, ਚਾਹੇ ਉਹ ਕਣਕ ਦਾ ਦਾਣਾ ਹੈ, ਚਾਹੇ ਅਮਰੂਦ ਹੈ, ਚਾਹੇ ਕੁਛ ਹੈ, ਉਹ ਖਾ ਕੇ ਜੋ ਤੁਸੀਂ ਗਿਰਾਇਆ ਵਾਪਸ ਧਰਤੀ 'ਚ ਨਹੀਂ ਆ ਰਿਹਾ। ਉਹ ਤਾਂ ਫਲੱਸ਼ ਦੇ ਵਿੱਚ ਦੀ ਹੁੰਦਾ ਹੋਇਆ ਉਹ ਪਤਾ ਨਹੀਂ ਕਿੱਥੇ ਘੱਗਰ ਦਰਿਆ ਦੇ ਵਿੱਚ ਦੀ ਹੋ ਕੇ ਬਾਹਰ ਚਲਾ ਗਿਆ। ਜਿਹੜਾ ਉਹਦਾ ਛਿਲਕਾ ਹੈ ਉਹ ਢੇਰਾਂ 'ਤੇ ਛੱਡ ਰਿਹਾ, ਗਲ ਰਿਹਾ, ਬਦਬੂ ਮਾਰ ਰਿਹਾ, ਤਾਂ ਜ਼ਮੀਨ ਤਾਂ ਖਾਲੀ ਹੋਊਗੀ ਨਾ ਜੀ। 10,000 ਸਾਲ ਪਹਿਲਾਂ ਜਦੋਂ ਖੇਤੀ ਹੁੰਦੀ ਸੀ, ਜਿਹਨੂੰ ਜ਼ੂਮ ਖੇਤੀ ਕਹਿੰਦੇ ਸੀ, ਉਦੋਂ ਇਸ ਟੋਟੇ ਨੂੰ ਛੱਡ ਕੇ ਕਿਤੇ ਹੋਰ ਕਰ ਲੈਂਦੇ ਸੀ। ਉਹਦੇ ਤੇ ਪੱਤੇ ਪੁੱਤੇ ਗਿਰੀ ਜਾਂਦੇ ਸੀ, ਹੋਰ ਹੁੰਦੇ ਸੀਗੇ। ਹੁਣ ਇਹ ਜ਼ਮੀਨ ਦੇ ਪੱਲੇ ਤਾਂ ਕੁਝ ਹੈ ਨਹੀਂ, ਔਰ ਇੱਥੇ ਜਿੱਥੇ ਇੱਕ ਬੂਟਾ ਲੱਗਣਾ ਸੀ ਉੱਥੇ 1000 ਬੂਟਾ ਲਗਾਇਆ ਹੋਇਆ। ਤੁਸੀਂ ਇਹਨੂੰ ਨੈਚੁਰਲ ਕਹਿ ਦਿੰਦੇ ਹੋ। ਨੈਚੁਰਲ ਥੋੜ੍ਹਾ ਹੋ ਗਿਆ ਇਹ। ਉਹਨੂੰ ਪਾਣੀ ਵੀ ਦੇਣਾ, ਉਹਨੂੰ ਹੁਣ ਜੇ ਜਿਹੜੀ ਖਾਦ ਉਹਨੂੰ ਦੇਣ ਵਾਲੀ ਹੈ, ਇੰਨੀ ਖਾਦ ਕੈਮੀਕਲ ਦੇ ਰਹੇ ਹੋ ਤੁਸੀਂ। ਇੱਕ ਆਰਟੀਫਿਸ਼ੀਅਲ ਜੀ ਖੇਤੀ ਤਿਆਰ ਹੋ ਰਹੀ ਹੈ। ਫਿਰ ਤੁਸੀਂ ਕਹੋ ਕਿ ਜੀ ਇਹ ਜਿਹੜੀ ਸ਼ਿਮਲਾ ਮਿਰਚ ਦੇਖੋ ਕਿੰਨੀ ਚਮਕ ਰਹੀ ਹੈ, ਕਿੰਨੀ ਮੋਟੀ ਹੈ ਕੈਮੀਕਲ ਖੇਤੀ ਦੀ। ਮੰਨ ਲਓ ਜੇ ਤੁਹਾਡੇ ਸੋਜਨ ਹੋ ਜਾਵੇ ਤਾਂ ਤੁਹਾਡੀ ਸਕਿਨ ਚਮਕਣ ਲੱਗ ਜੂਗੀ ਕਿ ਨਹੀਂ ਚਮਕਣ ਲੱਗ ਜੂਗੀ? ਜਦੋਂ ਤੁਸੀਂ ਬਹੁਤ ਜ਼ਿਆਦਾ ਨਮਕ ਖਾ ਲੋਗੇ, ਅਡੀਮਾ ਹੋ ਜਾਂਦਾ, ਪਾਣੀ ਬਲੌਕ ਹੋ ਜਾਂਦਾ ਸਕਿਨਸ ਦੇ ਅੰਦਰ। ਉਹ ਇਸੇ ਕਰਕੇ ਉਹ ਐਂ ਚਮਕਦਾ ਦਿਖਦਾ ਤੁਹਾਨੂੰ ਫਰੂਟ ਵੱਡਾ ਵੀ, ਪਰ ਉਹ 1.5-2 ਦਿਨ ਦੀ ਉਹ ਲਾਈਫ ਹੁੰਦੀ ਹੈ, ਮੁੜ ਕੇ ਉਹ ਸਾਰਾ ਦਾ ਸਾਰਾ ਮੁਰਝਾ ਜਾਣਾ। ਹੈ ਤਾਂ ਤੁਸੀਂ ਵੀ ਮਿੱਟੀ ਦੇ ਬਣੇ, ਮੈਂ ਵੀ ਮਿੱਟੀ ਦੇ ਹੀ ਬਣਿਆ ਹੋਇਆ। ਉਹ ਜਿਹੜੀ ਮਿੱਟੀ ਤੁਸੀਂ ਖਾ ਕੇ ਆਹ ਵਾਲੀ ਮਿੱਟੀ ਬਣਾ ਰਹੇ ਹੋ, ਉਹੋ ਜਿਹੀ ਉਹ ਬਣੂਗੀ ਜਿਹੋ ਜਿਹੀ ਉੱਥੋਂ ਆਉਣੀ ਹੈ। ਤਾਂ ਹੁਣ ਉਹ ਬੇਈਮਾਨੇ ਦੀ ਗੱਲ ਜੇ ਅੱਗੇ ਕਰੀਏ, ਆਰਗੈਨਿਕ ਜਿਹੜਾ ਬੰਦਾ ਇਮਾਨਦਾਰੀ ਨਾਲ ਵੀ ਕਰ ਰਿਹਾ, ਬਹੁਤ ਲੋਕਾਂ ਕੋਲ ਉਹਦੀ ਪੂਰੀ ਨੌਲੇਜ ਹੈ ਨਹੀਂ। ਆਰਗੈਨਿਕ ਸੌਖਾ ਨਹੀਂ ਹੈਗਾ। ਇਸ ਜ਼ਮੀਨ ਦੇ ਵਿੱਚ ਦੁਬਾਰਾ ਉਹਨਾਂ ਜ਼ਮੀਨੀ ਮਾਦਾ ਪੈਦਾ ਕਰਨਾ ਇਹ ਖਾਲਾ ਜੀ ਦਾ ਘਰ ਨਹੀਂ ਹੈਗਾ। ਟਾਈਮ ਲੱਗਦਾ, ਪੈਸਾ ਲੱਗਦਾ, ਔਰ ਨੌਲੇਜ ਲੱਗਦੀ ਹੈ। ਜੇ ਤੁਸੀਂ ਖਾਲੀ ਉਹਨੂੰ ਛੱਡ ਕੇ ਕਹੋ ਵੀ ਮੇਰੇ ਤਾਂ ਯਾਰ ਅਮਰੂਦ ਇੰਨੇ ਕੁ ਹੁੰਦੇ ਨੇ, ਆਰਗੈਨਿਕ ਨੇ, ਉਹ ਮਾਲ ਨਿਊਟ੍ਰੀਸ਼ਨਡ ਨੇ, ਕੁਪੋਸ਼ਣ ਦੇ ਸ਼ਿਕਾਰ ਨੇ, ਉਹ 'ਚ ਪੂਰੇ ਤੱਤੇ ਹੈ ਨਹੀਂ। ਤੋ ਖੇਤੀ ਦਾ ਬਚਨ 2 ਹੀ ਮਾਡਲ ਨੇ ਜੀ। ਇੱਕ ਮਾਡਲ ਤਾਂ ਹੈਗਾ ਕਿ ਤੁਹਾਡੇ ਕੋਲੇ ਹਜ਼ਾਰਾਂ ਏਕੜ ਜਗ੍ਹਾ ਹੋਵੇ। ਆਸਟ੍ਰੇਲੀਆ 'ਚ ਮੇਰਾ ਦੋਸਤ ਹੈ, 500 ਏਕੜ ਜਗ੍ਹਾ ਜੀ। 50 ਏਕੜ ਦੇ ਵਿੱਚ ਉਹਨੇ ਲਾਇਆ ਮੁਰਗਿਆਂ ਦਾ ਫਾਰਮ, ਪੂਰਾ ਹਾਈਟੈਕ ਬਣਾਉਂਦੇ ਨੇ ਉਹ। 450 ਏਕੜ ਜਗ੍ਹਾ ਪਿਛਲੀ ਵਾਰੀ ਕੁਝ ਠੀਕ ਲੱਗ ਰਹੀ ਸੀ, ਐਤਕੀ ਖਾਲੀ ਪਈ ਸੀ। ਉਹ ਮੈਂ ਕਿਹਾ ਕੀ ਖੱਬਲ ਜਿਹਾ ਖੜਾ ਹੈ ਉਰੇ, ਤੇ ਉਹ ਕਹਿੰਦਾ ਯਾਰ ਪਿਛਲੀ ਵਾਰੀ ਕਿਸੇ ਨੂੰ ਫ੍ਰੀ ਦੇਤੀ ਸੀ, ਛੋਟਾ ਖੇਤ ਕੋਈ ਲੈਂਦਾ ਨਹੀਂ। 450 ਏਕੜ ਮਤਲਬ ਛੋਟਾ ਖੇਤ। ਅੱਛਾ। ਜਿੱਥੇ ਹਜ਼ਾਰਾਂ ਏਕੜ ਦੇ ਵਿੱਚ ਖੇਤੀ ਹੋਣੀ ਹੈ, ਉੱਥੇ ਵੱਡੇ ਸਕੇਲ ਦੇ ਉੱਤੇ ਬਹੁਤ ਮਜਬੂਰੀਆਂ ਹੋ ਜਾਣਗੀਆਂ। ਤੁਸੀਂ ਹੱਥ ਨਾਲ ਕੱਖ ਕੰਡਾ ਨਹੀਂ ਕੱਢ ਸਕਦੇ ਕਿ ਉਹ ਮਜਬੂਰੀਆਂ ਦੇ ਵਿੱਚ ਉਹ ਆਰਟੀਫਿਸ਼ੀਅਲ ਖੇਤੀ ਤੁਹਾਨੂੰ ਕਰਨੀ ਪਊਗੀ ਇੱਕ ਲੈਵਲ 'ਤੇ। ਦੂਸਰਾ ਜਿਹੜਾ ਬਹੁਤ ਵਧੀਆ ਮਾਡਲ ਹੈ ਉਹ 2-2.5 ਏਕੜ ਵਾਲਾ, ਜਿਹੜੇ ਅਸੀਂ ਭੁੱਖੇ ਮਰ ਰਹੇ ਹਾਂ ਉਹਨਾਂ ਵਾਸਤੇ ਹੈ। ਉਹ 2-2.5 ਏਕੜ ਦੇ ਵਿੱਚ ਜਿੱਥੇ ਤੁਸੀਂ ਆਪਣੀ ਇਨਵੋਲਵਮੈਂਟ ਕਰਕੇ ਜੋ ਉੱਥੋਂ ਪੈਦਾ ਕਰ ਸਕਦੇ ਹੋ। US ਦੇ ਵਿੱਚ ਆਰਗੈਨਿਕ ਨੂੰ ਆਰਗੈਨਿਕ ਕਹਿੰਦੇ ਨੇ, ਸਾਡੇ ਵਾਂਗੂ ਤਾਂ ਜੋ ਮਰਜ਼ੀ ਕਹਿ ਲਈਏ ਅਸੀਂ, ਕੋਈ ਦਿੱਕਤ ਨਹੀਂ ਹੈ। ਉਹ ਜਿਹੜਾ ਫੂਡ ਹੈ ਉਹ ਅਮੀਰ ਲੋਕ ਅਫੋਰਡ ਕਰਦੇ ਨੇ, ਕਿਉਂਕਿ ਉਹਨੂੰ ਪੈਦਾ ਕਰਨਾ ਇੰਨਾ ਆਸਾਨ ਨਹੀਂ ਹੈਗਾ। ਬਟ ਪੰਜਾਬ ਦੇ ਅੰਦਰ ਜਾਂ ਕਿਸੇ ਵੀ ਖਿੱਤਾ ਜਿੱਥੇ ਖੇਤੀ ਦੇ ਅਨੁਕੂਲ ਮਾਹੌਲ ਹੈਗਾ, ਮਿੱਟੀ ਦਾ ਅਸੀਂ ਮਿੱਟੀ ਨਹੀਂ, ਹੁਣ ਇਹਨੂੰ ਸੋਇਲ ਨਹੀਂ ਹੈ, ਡਰਟ ਹੈ, ਇਹ ਘੱਟਾ ਹੈ, ਇਹ ਮਿੱਟੀ ਨਹੀਂ ਹੈ, ਸਭ ਕੁਝ ਤਾਂ ਕੱਢ ਲਿਆ ਇਹਦੇ 'ਚੋਂ। ਉਹਦੇ ਉੱਪਰ ਜੇ ਸਹੀ ਢੰਗ ਤਰੀਕੇ ਦੇ ਨਾਲ ਖੇਤੀ ਕੀਤੀ ਜਾਵੇ ਤੇ ਉਹਦੇ ਵਿੱਚ ਆਊਟਪੁੱਟ ਆ ਸਕਦੀ ਹੈ। ਲੇਕਿਨ ਉਹਦੇ 'ਚ ਵੀ ਸਵਾਲ ਅੱਗੇ ਆ ਕੇ ਖੜਾ ਹੋਊਗਾ ਮਾਰਕੀਟਿੰਗ ਦਾ। ਜੇ ਜਦ ਤੱਕ ਤੁਹਾਡਾ ਅੱਜ ਪੰਜਾਬ ਦੇ ਵਿੱਚ ਤੁਸੀਂ ਘੱਟ ਥੋੜ੍ਹਾ ਪ੍ਰੋਡਿਊਸ ਕਰ ਰਹੇ, ਵੀ ਆਰ ਓਵਰ ਪ੍ਰੋਡਿਊਸਿੰਗ। ਅਸੀਂ ਇੰਨਾ ਪ੍ਰੋਡਿਊਸ ਕਰ ਰਹੇ ਹਾਂ। ਇੱਕ ਤਾਂ ਮਹਿੰਗਾਈ ਆਸ-ਪਾਸ ਇਹੋ ਜਿਹੀਆਂ ਕਰਤੀਆਂ ਹੁਕਮਰਾਨਾਂ ਨੇ ਵੀ ਤੁਹਾਡਾ ਪ੍ਰੋਡਕਟ ਹੀ ਮਹਿੰਗਾ ਪੈ ਜਾਵੇ। ਪਹਿਲੀ ਗੱਲ ਤਾਂ ਤੁਹਾਡਾ ਪ੍ਰੋਡਕਟ ਮਹਿੰਗਾ ਪੈ ਰਿਹਾ ਹੈ। ਦੂਸਰੀ ਗੱਲ, ਜਿੱਥੇ ਤੱਕ ਨੌਲੇਜ ਦਾ ਸਵਾਲ ਹੈ, ਉਹ ਸਾਰੀ ਕੈਮੀਕਲ ਦੇ ਉੱਤੇ ਹੀ ਫੋਕਸਡ ਹੈ। ਜਦੋਂ ਕੈਮੀਕਲ ਦੇ ਨਾਲ ਤੁਸੀਂ ਕਰ ਰਹੇ, ਉਹਦੇ 'ਚੋਂ ਬਾਹਰ ਨਹੀਂ ਨਿਕਲ ਰਹੇ, ਕੁਆਲਿਟੀ ਤੁਹਾਡੀ ਬਣ ਨਹੀਂ ਰਹੀ। ਸੇਲਸ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ 1000 ਰੁਪਏ ਕੁਇੰਟਲ ਉਹ ਪ੍ਰੋਡਿਊਸ ਕਰ ਪਾਉਂਦੇ ਨੇ ਜੀ। ਉਹ ਸਾਡੇ ਇੱਥੇ ਕਾਸਟ ਹੀ ਜਾ ਕੇ 1500-1600 ਪਊਗੀ। ਫਿਰ ਉਦੋਂ ਬਾਅਦ ਉਹਦੇ ਲੌਜਿਸਟਿਕਸ ਨਾਭੇ ਸਪੈਸ਼ਲ ਲੱਗਦੀ ਆ, ਚੱਕ ਕੇ ਉੱਥੇ ਲੈ ਗਏ, ਇੱਥੇ ਲੈ ਗਏ। ਤੋ ਇੰਨਾ ਸਰਲ ਨਹੀਂ ਹੈਗਾ ਜਿਹੜਾ ਇਹ ਸੰਕਟ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਇੰਨਾ ਸੌਖਾ। ਤੁਮੇ ਉਰੇ ਮਤਲਬ ਕਿ ਉਰੇ ਨਮੂਨਾ ਬਣਾਇਆ ਵਾ ਇੱਕ ਜੀ, ਇਹਦੇ ਬਾਰੇ ਮੈਨੂੰ ਦੱਸੋ ਵੀ ਤੁਮੇ ਕਿਆ ਕਿਸ ਤਰ੍ਹਾਂ ਜਿਹੜੀ ਪੈਦਾਵਾਰ ਹੈ ਸਾਰਾ ਕੁਝ ਉਸ 'ਤੇ ਪਤਾ ਲੱਗੇ ਕੁਝ। ਇਹ ਨਮੂਨਾ ਬਣਾਉਣ ਦਾ ਮਕਸਦ ਇੱਕ ਤਾਂ ਇੱਥੇ ਖਾਦ ਅਸੀਂ ਬਣਾ ਵੀ ਕਿਵੇਂ ਬਣਨੀ ਚਾਹੀਦੀ ਹੈ, ਉਹਦੇ ਬਾਰੇ ਗੱਲਾਂ ਬਾਤਾਂ ਚਲੋ ਜੋ ਵੀ ਸਮਝ ਆਉਂਦੀ ਹੈ। ਦੂਸਰਾ, ਇਹਦੇ 'ਤੇ 5 ਫੁੱਟ ਬਾਏ 5 ਫੁੱਟ ਦੇ ਉੱਤੇ ਸਾਰੇ ਬੂਟੇ ਲੱਗੇ ਹੋਏ ਨੇ, ਅਤੇ ਇਹਦੇ ਵਿੱਚ ਜਿਹੜਾ ਵੀ ਤੁਸੀਂ ਬੂਟਾ ਦੇਖੋਗੇ, ਚਾਹੇ ਉਹ ਚੀਕੂ ਦੇਖ ਲਓ, ਚਾਹੇ ਅਮਰੂਦ ਦੇਖ ਲਓ। ਇਸ ਵੇਲੇ ਤਾਂ ਫਰੂਟਿੰਗ ਸੀਜ਼ਨ ਹੈ ਨਹੀਂ, ਅਤੇ ਅੱਜ ਦੀ ਡੇਟ ਦੇ ਵਿੱਚ ਜੇ ਔਰਚਰਡ ਲਗਾਉਂਦੇ ਨੇ, ਜੇ ਦਰਖਤ ਹੀ ਤੁਹਾਡਾ ਉਹ ਇੰਨਾ ਉੱਪਰ ਹੋ ਗਿਆ,
ਉਹਦੇ ਤੋਂ ਤੋੜਨਾ ਲਾਣਾ ਕਰਨਾ ਹੀ ਆਪਣੇ ਆਪ ਦੇ ਵਿੱਚ ਹੀ ਬਹੁਤ ਮਹਿੰਗਾ ਜੀ। ਇਹਨਾਂ ਨੂੰ ਅਸੀਂ ਛੋਟੀ ਕੈਨਪੀ ਮੇਨਟੇਨ ਕਰਿਆ ਹੋਇਆ, ਬੂਟੇ ਨੂੰ ਪਤਾ ਕਦੋਂ ਪੱਤਾ ਕੱਢਣਾ, ਕਦੋਂ ਇਹਦੇ ਤੇ ਫਰੂਟ ਕੱਢਣਾ। ਜਿਵੇਂ ਤੁਸੀਂ ਬੂਟੇ ਨੂੰ ਕਹੋਗੇ ਉਵੇਂ ਹੀ ਕਰੀ ਜਾਊਗਾ, ਤੁਹਾਨੂੰ ਫਰੂਟ ਤੇ ਉਹ ਓਨਾ ਹੀ ਦੇ ਦਊਗਾ। ਅੱਛਾ, ਸੁਣਦਾ ਬੂਟਾ? ਬਿਲਕੁਲ ਸੁਣਦਾ। ਉਹਦੀ ਭਾਸ਼ਾ, ਇਹਦੇ ਅੰਦਰ ਹਾਰਮੋਨ ਸਿਕਰੀਟ ਹੁੰਦੇ ਨੇ ਤੇ ਪਰ ਉਹਨੂੰ ਥੱਲਿਓਂ ਖੁਰਾਕ ਪੂਰੀ ਚਾਹੀਦੀ ਹੈ। ਜੇ ਉਹਨੂੰ ਖਾਣਾ ਹੀ ਨਹੀਂ ਮਿਲਿਆ ਤਾਂ ਉਹ ਕੀ ਕਰੂਗਾ, ਉਨੇ ਸਾਰੇ ਬੱਚੇ ਪੈਦਾ ਨਹੀਂ ਕਰ ਸਕਦਾ। ਤੋ ਇਹਦੇ ਵਿੱਚ ਜਿਵੇਂ ਆਹ ਛੋਟਾ ਜਿਹਾ ਚੀਕੂ ਖੜਾ, ਇਹ ਤੋਂ 85 ਕਿਲੋ ਚੀਕੂ ਅਸੀਂ ਲਿਆ ਜੀ। 85 ਕਿਲੋ ਜੀ, ਜਦ ਕਿ ਵੱਡੇ ਪੇੜ ਦੇ ਉੱਪਰ ਵੀ ਇੰਨਾ ਕੁਝ ਨਹੀਂ ਹੁੰਦਾ। ਹੁਣ ਵੀ ਲੱਗੇ ਹੋਏ ਨੇ, ਨੈਕਸਟ ਬਰਡਿੰਗ ਉਹਦੀ ਆਈ ਹੋਈ ਹੈ। ਆਮ ਜਿਹੜੇ ਬੜੇ ਮੈਂ ਦੇਖਦਾ ਇਹ ਅਮਰੂਦ ਦੇ 85 ਕਿਲੋ ਇਹਨੂੰ ਟੀਕਾ ਟਕਦਾ ਨਾ ਕੋਈ? ਟੀਕਾ ਜੇ ਟੀਕਾ ਲਾ ਲਿਆ ਹੁੰਦਾ ਫਿਰ ਤਾਂ ਜੀ ਬਾਹਲਾ ਸਖਾਲਾ ਹੋ ਜਾਂਦਾ ਕੰਮ। ਇਹਨੂੰ ਟੀਕਾ ਕੁਛ ਨਹੀਂ, ਇਹਦੀ ਜ਼ਮੀਨ ਦੇ ਅੰਦਰ ਹੀ ਜੈਵਿਕ ਕਿਆ ਪਾ ਰਹੇ ਥਵੇਂ ਉਰੇ ਜ਼ਮੀਨ ਵਾ? ਮੈਂ ਦੱਸਦਾ ਕੀ ਪਾ ਰਹੇ ਹਾਂ। ਜ਼ਮੀਨ ਨੂੰ ਅਜੋਕੀ ਸਾਇੰਸ ਇਹ ਕਹਿੰਦੀ ਹੈ ਵੀ 17 ਤਰ੍ਹਾਂ ਦੇ ਨਿਊਟ੍ਰੀਐਂਟਸ ਹੈ ਜਿਹੜੇ ਇਹਨੂੰ ਚਾਹੀਦੇ ਨੇ। ਦੇਖੋ ਸਾਇੰਸ ਜਿਹੜੀ ਹੈਗੀ ਹੈ ਉਹਦੀ ਲਿਮਿਟ ਹੈ, ਕੁਦਰਤ ਦੀ ਕੋਈ ਲਿਮਿਟ ਨਹੀਂ ਹੈਗੀ। ਅੱਜ ਸਾਨੂੰ ਪਹਿਲਾਂ 16 ਲੱਭੇ ਸੀ, ਹੁਣ ਥੋੜੀ ਦੇਰ ਪਹਿਲਾਂ 17ਵਾਂ ਲੱਭੇਗਾ ਕਲੋਰੀਨ, ਫਿਰ 18ਵਾਂ ਵੀ ਲੱਭ ਜਾਊਗਾ। ਜਿਸ ਤਰ੍ਹਾਂ ਕਹਿੰਦੇ ਨਹੀਂ ਫਲਾਣਾ ਗ੍ਰਹਿ ਟੋਲੇਗਾ ਹੋਰ ਤੇ ਹੈਗੇ। ਬਸ ਐਂ ਹੀ ਕਰਨਾ, ਠੀਕ ਹੈ। ਉਹ ਮੈਂ ਸਾਇੰਸ ਦੀ ਰਿਸਪੈਕਟ ਕਰਦਾ ਕਿਉਂਕਿ ਵਿਗਿਆਨ ਇੱਕੋ ਹੀ ਹੁੰਦਾ। ਲੇਕਿਨ ਜੇ ਤੁਸੀਂ ਪੁਰਾਣੇ ਜੰਗਲ ਨੂੰ ਦੇਖੋ, ਪੁਰਾਣੇ ਜੰਗਲ 'ਚ ਕੀ ਹੁੰਦਾ ਸੀਗਾ, ਜੇ ਐਮਾਜ਼ੋਨ ਜੰਗਲ ਦੇਖੋ ਤੁਸੀਂ, ਤਾਂ ਉੱਥੇ ਸਾਰੇ ਤੁਹਾਡੇ ਸਾਡੇ ਵਰਗੇ ਵੀ ਉੱਥੇ ਤੁਰੇ ਫਿਰਦੇ ਸੀ ਬਗੈਰ ਕੱਪੜਿਆਂ ਤੋਂ, ਕੋਈ ਕਿਸੇ ਨੂੰ ਮਾਰ ਰਿਹਾ ਖਾ ਰਿਹਾ। ਜਿਹੜਾ ਫਰੂਟ ਗਿਰਦਾ ਸੀ ਉਹ ਮੈਂ ਖਾਂਦਾ ਸੀ, ਜੋ ਮੈਂ ਗਿਰਾਂਦਾ ਸੀ ਉਹ ਧਰਤੀ 'ਚ ਜਾਂਦਾ ਸੀ, ਜਦੋਂ ਮੈਂ ਗਿਰਦਾ ਸੀ ਤਾਂ ਮੈਂ ਵੀ ਧਰਤੀ 'ਚ ਜਾਂਦਾ ਸੀ। ਕੀ ਬਾਤ ਹੈ। ਤਾਂ ਉਹ ਸਰਕਲ ਜਿਹੜਾ ਸੀਗਾ ਨਾ, ਜੋ ਉਪਜੇ ਸੋ ਬਿੰਸ ਹੈ ਪਰੋ ਆਜ ਕੇ ਕਾਲ, ਉਹ ਸਾਈਕਲ ਚੱਲਦਾ ਸੀਗਾ ਲਗਾਤਾਰ। ਹੁਣ ਇਹਦੇ ਵਿੱਚੋਂ ਅਸੀਂ ਨਿਊਟ੍ਰੀਸ਼ਨ ਬਾਹਰ ਲੈ ਗਏ, ਖਾਲੀ ਧਰਤੀ ਦੇ ਵਿੱਚ ਸਾਲਟਸ ਪਾ ਰਹੇ ਹਾਂ। ਇਹਦੇ ਵਿੱਚ ਜਦੋਂ ਉਹ ਸਾਰੀਆਂ ਚੀਜ਼ਾਂ ਵਨ ਸਵੰਨੀ ਜਿਹੜੀ ਤੁਹਾਡੀ ਵਨਸਪਤੀ ਹੈ ਉਹ ਖੁਰ ਕੇ ਖਤਮ ਹੋ ਕੇ ਇਹਦੇ ਅੰਦਰ ਜਾਊਗੀ, ਉਹਦੇ ਵਿੱਚ ਉਹ ਸਾਰੇ ਤੱਤ ਨੇ ਜਿਹੜੇ ਸਾਇੰਸ ਦੀ ਪਕੜ ਤੋਂ ਬਾਹਰ ਵੀ ਨੇ। ਉਹ ਤਾਂ ਸਾਡੀ ਜ਼ਮੀਨ ਜਿਹੜੀ ਇਸ ਵੇਲੇ ਧੂੜ ਬਣ ਚੁੱਕੀ ਹੈ, ਸੋਇਲ ਹੈ ਨਹੀਂ, ਉਹਦੇ ਅੰਦਰ ਜਿਹੜੀ ਚੀਜ਼ ਕਦੀ ਜਿਉਂਦੀ ਸੀ, ਹੁਣ ਜਿਵੇਂ ਰੂੜੀ ਹੁਣ ਪਾਣ ਲੱਗ ਗਏ ਜੀ, ਰੂੜੀ ਰੇਹ ਨਹੀਂ ਹੁੰਦੀ। ਅੱਛਾ, ਰੂੜੀ ਰੇਹ ਨਹੀਂ, ਆਮ ਕਰਕੇ ਉਹੀ ਰੌਲਾ ਵੀ ਰੂੜੀ ਰੇਹ ਪਾਓ। ਰੂੜੀ ਰੇਹ ਨਹੀਂ ਹੁੰਦੀ ਜੀ। ਸ਼ੁਰੂ ਹੁੰਦੀ ਹੈ ਕਹਾਣੀ ਉੱਪਰੋਂ, ਸੂਰਜ ਤੋਂ। ਸੂਰਜ ਪੱਤਿਆਂ ਤੇ ਪੈਂਦਾ, ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਹੈ ਉਹਨੂੰ ਗਲੂਕੋਜ਼, ਸ਼ੂਗਰ ਸਮਝ ਲਓ ਤੁਸੀਂ, ਉਹਨੂੰ ਚੀਨੀ ਬਣਾ ਕੇ ਆਪਣੇ ਸਰੀਰ ਦੇ ਵਿੱਚ ਦਰਖਤ ਜਾਂ ਪੌਦਾ, ਪੇੜ ਪੌਦਾ ਉਹਦੇ ਆਪਣਾ ਸਰੀਰ ਬਣਾਉਂਦਾ, ਨਾਲੇ ਆਪਣੇ ਵਿੱਚ ਰੱਖਦਾ। ਅਸੀਂ ਦਰਖਤ ਖਾਈਏ, ਉਹਦਾ ਫਲ ਖਾਈਏ ਜਾਂ ਬੱਕਰੀ ਖਾਈਏ, ਖਾਂਦੇ ਅਸੀਂ ਸੂਰਜ ਦੀ ਊਰਜਾ। ਉਹ ਤੁਹਾਡੇ ਢਿੱਡ 'ਚ ਇੱਥੇ ਬਲ ਰਹੀ ਹੈ, ਜਿਹਨੂੰ ਜਟਾਰ ਅਗਨੀ ਵੀ ਕਹਿੰਦੇ ਨੇ। ਗਰਮ ਹੈ ਤੁਹਾਡਾ ਪਿੰਡਾ, ਨਹੀਂ ਕਹਿੰਦਾ ਠੰਡਾ ਹੋ ਗਿਆ ਇਹ, ਉਹ ਅੰਦਰੋਂ ਬਲ ਰਿਹਾ, ਉਹ ਆਕਸੀਜਨ ਦੇ ਨਾਲ ਬਲ ਰਿਹਾ। ਜਿਵੇਂ ਧੂਕਣੀ ਫੂਕ ਮਾਰਦੇ ਹੋ, ਇੱਥੋਂ ਕਾਰਬਨ ਡਾਈਆਕਸਾਈਡ ਤੁਹਾਡੀ ਬਾਹਰ ਨਿਕਲ ਰਹੀ ਹੈ, ਤੁਸੀਂ ਆਪਣਾ ਸਰੀਰ ਬਣਾ ਰਹੇ ਹੋ। ਜਦੋਂ ਤੁਹਾਡਾ ਸਰੀਰ ਗਿਰੂਗਾ, ਕਿਸੇ ਜਾਨਵਰ ਦਾ ਜਾਂ ਜਿਹੜੀ ਵੀ ਕਦੀ ਵੀ ਜਿਉਂਦਾ, ਉਹ ਜਦੋਂ ਧਰਤੀ 'ਤੇ ਗਿਰ ਗਿਆ ਉਹਨੇ ਫਿਰ ਟੁੱਟਣਾ। ਹਾਲੇ ਤਾਂ ਬਣਿਆ ਨਾ, ਇੱਕ ਬਿੰਦ ਤੋਂ ਬਣਿਆ ਸੀਗਾ, ਫਿਰ ਉਹ ਟੁੱਟੂਗਾ। ਉਹਨੂੰ ਟੁੱਟਣ ਵਾਸਤੇ ਸੂਖਸ਼ਮ ਜੀਵੀ ਉਹਨੂੰ ਤੋੜਦੇ ਨੇ। ਜੇ ਸਰਲ ਭਾਸ਼ਾ 'ਚ ਤੁਸੀਂ 84 ਲੱਖ ਜੀਵਨਾਂ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਸ਼੍ਰਿੰਖਲਾ ਹੈ ਲੰਬੀ, ਇੱਕ ਦਾ ਮਲ ਮੂਤਰ ਦੂਸਰਾ ਖਾਂਦਾ, ਹਾਈਡਰੋਲਿਸਿਸ, ਐਸੋਟੋਨਾਈਸਿਸ, ਉਹਦਾ ਅੱਗੇ ਖਾਂਦਾ। ਉਹਨੂੰ ਤੋੜਦੇ ਬਿਲਕੁਲ ਸੂਖਸ਼ਮ ਅਵਸਥਾ ਦੇ ਵਿੱਚ ਉਹਨੂੰ ਲੈ ਜਾਂਦੇ ਨੇ, ਜਿਹਨੂੰ ਆਇਨਿਕ ਸਟੇਜ ਕਹਿੰਦੇ ਨੇ। ਇਹਦੇ ਆਸ-ਪਾਸ ਜਿੰਨਾ ਮਰਜ਼ੀ ਖਾਣਾ ਪਿਆ ਹੋਵੇ, ਜਦ ਤੱਕ ਉਹ ਆਇਨਿਕ ਸਟੇਜ ਦੇ ਵਿੱਚ ਨਹੀਂ ਹੈਗਾ, ਬੂਟਾ ਉਹਨੂੰ ਚੱਕਦਾ ਨਹੀਂ ਹੈ। ਤਾਂ ਹੁਣ ਜੇ ਤੁਸੀਂ ਮੰਨ ਲਓ ਗੋਬਰ ਲਿਆਂਦਾ, ਗੋਬਰ ਕੀ ਹੈ, ਫਰੂਟ 'ਚ 60% ਮੈਂ ਦੱਸਿਆ ਖਾਣਾ ਸੀਗਾ, ਉਹ ਤੋੜ ਕੇ ਮੈਂ ਲੈ ਗਿਆ। ਜਿਹੜੇ ਬਾਕੀ ਇਹਦੇ ਪੱਤੇ, ਡਾਲੀਆਂ ਡੁਲੀਆਂ ਬਚ ਗਏ, ਪਸ਼ੂ ਆਹਾਰ ਹੈ। ਜਿਹੜਾ ਕੱਖ ਹੁੰਦਾ ਤੁਹਾਡਾ ਜ਼ਮੀਨ ਦੇ ਵਿੱਚ, ਉਹਦੇ ਵਿੱਚ ਕੁਝ ਨਹੀਂ ਹੁੰਦਾ। ਤੁਸੀਂ ਕਹਿੰਦੇ ਇਹਦੇ ਕੱਖ ਨਹੀਂ ਪੱਲੇ, ਉਹ ਤਾਂ ਹੀ ਐਂ ਹੀ ਹੋ ਜਾਂਦਾ, ਕਿਉਂਕਿ ਉਹਨੂੰ ਕੋਈ ਬਹੁਤ ਤੱਤ ਚਾਹੀਦੇ ਨਹੀਂ, ਉਹ ਕਿਤੇ ਵੀ ਹੋ ਜਾਊਗਾ। ਜਿੰਨਾ ਜ਼ਿਆਦਾ ਨਿਊਟ੍ਰੀਸ਼ੀਅਸ ਫਰੂਟ ਹੈ, ਉਹੀ ਜਿਹੀ ਜ਼ਮੀਨ ਉਹਨੂੰ ਤਗੜੀ ਚਾਹੀਦੀ ਹੈ। ਹੁਣ ਪਸ਼ੂ ਨੇ ਜਦੋਂ ਇਹ ਖਾਧਾ, ਪੱਤਾ ਪੁੱਤਾ ਖਾਇਆ, ਉਹਨੇ ਆਪਣਾ ਸਰੀਰ ਬਣਾਇਆ, ਉਹਦੇ 'ਚੋਂ ਜੋ ਉਹਨੇ ਗਿਰਾਤਾ, ਕਿਆ ਉਹਦੇ 'ਚੋਂ ਦੁਬਾਰਾ ਫਰੂਟ ਬਣ ਸਕਦਾ? ਕਦੀ ਵੀ ਨਹੀਂ। ਠੀਕ ਹੈ। ਅੱਜ ਕੱਲ੍ਹ ਹੁਣ ਉਹ ਹਰ ਬੰਦਾ ਨਾ ਫੀਲਿੰਗ ਲੈ ਕੇ ਕਹੀ ਜਾਂਦੇ ਨੇ ਵੀ ਗੋਬਰ ਪਾ ਦਿਓ, ਮੂਤਰ ਪਾ ਦਿਓ। ਮੈਂ ਤੁਹਾਨੂੰ ਇਸ ਚੀਜ਼ ਦੀ ਸ਼ਰਤ ਲਾਉਣ ਨੂੰ ਤਿਆਰ ਹਾਂ ਵੀ ਤੁਸੀਂ ਖੁੱਲ੍ਹਾ ਗੋਬਰ ਪਾ ਦਿਓ ਕੱਚਾ, ਉਹ 'ਚ ਮੈਨੂੰ ਇੱਕ ਬੂਟਾ ਵੀ ਉਗਾ ਕੇ ਦਿਖਾ ਦਿਓ। ਹਾਲੇ ਉਹਨੇ ਟੁੱਟਣਾ ਹੈ, ਹਾਲੇ ਉਹਨੂੰ ਜੀਵਾਣੂ ਖਾਣਗੇ, ਉਹਨੂੰ ਜੀਵਾਣੂ ਪਚਾਣਗੇ, ਫਿਰ ਉਹ ਟੁੱਟ ਕੇ ਅਕਸਰ ਨੂੰ ਜਾ ਕੇ ਫਿਰ ਉਹ ਰੇਹ ਦੇ ਵਿੱਚ ਬਣੂਗਾ। ਇਕੱਲੇ ਉਹਦੇ ਵਿੱਚ ਤਾਕਤ ਨਹੀਂ ਹੈਗੀ ਕਿ ਦੁਬਾਰਾ ਫਰੂਟ ਪੈਦਾ ਕਰ ਸਕੇ। ਤਾਂ ਇਹਦਾ ਮਤਲਬ ਕਿ ਇਹ ਗੋਬਰ ਬੇਕਾਰ ਹੈ? ਬਿਲਕੁਲ ਨਹੀਂ, ਉਹਦਾ ਆਪਣਾ ਰੋਲ ਹੈ ਪਲੇ ਕਰਨ ਵਾਸਤੇ। ਤਾਂ ਜਿੰਨੀ ਵਨ ਸਵੰਨਤਾ ਤੁਸੀਂ ਲੈ ਕੇ ਆਓਗੇ, ਓਨਾ
ਤੁਹਾਡੀ ਜਿਹੜੀ ਜ਼ਮੀਨ ਹੈ ਉਹ ਜ਼ਿੰਦਾ ਹੋਊਗੀ। ਇੱਕ ਚੀਜ਼ ਇਹਦੇ ਨਾਲ ਹੋਰ ਜੋੜ ਦੇਣਾ। ਹੁਣ ਦੂਸਰਾ ਸਵਾਲ ਹੈ ਕਿ ਇਹਦੇ 'ਚ ਜੀਵਾਣੂ ਜਿਹੜੇ ਨੇ, ਜਿਨ੍ਹਾਂ ਨੇ ਉਹਨੂੰ ਤੋੜਨਾ ਹੈ, ਜਿਨ੍ਹਾਂ ਦਾ ਉਹ ਖਾਣਾ ਹੈ, ਉਹ ਕਿਵੇਂ ਆਣਗੇ? ਜੀਵਾਣੂ ਵੀ ਹਰ ਬੂਟੇ ਦੀ ਜੜ ਦੇ ਨਾਲ ਅਲੱਗ ਤਰ੍ਹਾਂ ਦਾ ਜੀਵਾਣੂ ਆਉਂਦਾ। ਤੋ ਜੇ ਤੁਹਾਡੇ ਕੋਲ ਵਿਭਿੰਨਤਾ ਨਹੀਂ ਤਾਂ ਹੋ ਸਕਦਾ ਇੱਕ ਦੋ ਤਰ੍ਹਾਂ ਦੇ ਹੀ ਜੀਵਾਣੂ ਹੁਣ, ਪਹਿਲੀ ਗੱਲ। ਦੂਸਰੀ ਗੱਲ, ਜਿਹੜੇ ਜੀਵਾਣੂ ਨੇ ਤੁਹਾਡੇ ਮੇਰੇ ਵਾਂਗੂ ਜਿੰਦਾ ਰਹਿੰਦੇ ਨੇ, ਉਹ ਬਹੁਤ ਵੰਨਸਵੰਦ ਹੈ। ਕੁਦਰਤ ਕਵਨ ਕਹਾਂ ਵਿਚਾਰ ਪਸਾਰਾ ਬਹੁਤ ਹੈ। ਉਹ ਠੰਡੀ ਜਗ੍ਹਾ 'ਚ ਰਹਿਣ ਵਾਲੇ ਵੀ ਨੇ, ਬਹੁਤ ਗਰਮ 'ਚ ਰਹਿਣ ਵਾਲੇ, ਥਰਮੋਫਿਲਸ, ਮੈਸੋਫਿਲਸ, ਤੁਹਾਡੇ ਮੇਰੇ ਵਾਲੀ 37 ਡਿਗਰੀ ਟੈਂਪਰੇਚਰ, ਕੋਈ ਅੰਤ ਨਹੀਂ ਹੈ ਪਸਾਰੇ ਦਾ। ਪਰ ਉਹਨਾਂ ਨੂੰ ਜਿੰਦਾ ਰਹਿਣ ਵਾਸਤੇ ਆਕਸੀਜਨ ਚਾਹੀਦੀ ਹੈ। ਬਿਨਾਂ ਆਕਸੀਜਨ ਵਾਲੇ ਵੀ ਹੁੰਦੇ ਨੇ। ਤੁਹਾਡੇ ਮੇਰੇ ਵਾਂਗੂ ਆਕਸੀਜਨ ਚਾਹੀਦੀ ਹੈ, ਨਮੀ ਚਾਹੀਦੀ ਹੈ, ਹਨੇਰਾ ਟੈਂਪਰੇਚਰ ਚਾਹੀਦਾ। ਹੁਣ ਇਸ ਜ਼ਮੀਨ ਦੇ ਅੰਦਰ ਜੇ ਉਹ ਜੀਵਾਣੂ ਹੈਗੇ ਨੇ ਔਰ ਉਹਦੇ ਵਿੱਚ ਪਿਆ ਜਿਹੜਾ ਬਾਇਓਮਾਸ ਹੈ, ਜਿਹੜੇ ਕਦੀ ਜਿੰਦਾ ਸੀ ਹੁਣ ਮਰ ਗਈ, ਜਿਹਨੇ ਵਾਪਸ ਟੁੱਟਣਾ, ਉਹਨੂੰ ਖਾ ਕੇ ਤੋੜ ਰਹੇ ਨੇ। ਉਹਨਾਂ ਜਿੰਦਾ ਤਾਂ ਉਦੋਂ ਤੱਕ ਹੀ ਰਹਿਣਗੇ ਜਦ ਤੱਕ ਉਹਦੇ ਵਿੱਚ ਖਾਣਾ ਹੈਗਾ। ਉਹਨਾਂ ਦਾ ਖਾਣਾ ਕੀ? ਮਰਿਆ ਹੋਈਆਂ ਪੱਤੀਆਂ, ਮਰਿਆ ਹੋਇਆ ਬੰਦਾ, ਉਹ ਤਾਂ ਹੁਣ ਅਸੀਂ ਪਾਉਂਦੇ ਨਹੀਂ ਵਿੱਚ, ਪਰ ਕੋਈ ਮਰਿਆ ਹੋਇਆ ਜਾਨਵਰ, ਜਨੌਰ ਜੋ ਵੀ ਹੈ, ਜੇ ਉਹ ਖਾਣਾ ਖਤਮ ਹੋ ਗਿਆ ਤਾਂ ਵੀ ਉਹ ਮਰਦੇ ਨਹੀਂ, ਹਾਈਬਰਨੇਟ ਹੁੰਦੇ ਨੇ। ਹਾਈਬਰਨੇਟ ਮਤਲਬ ਆਪਣੇ ਉੱਪਰ ਇੱਕ ਖੱਲ ਜੀ ਬਣਾ ਕੇ ਸੋ ਜਾਂਦੇ ਨੇ ਉਹ, ਜਦ ਤੱਕ ਕਿ ਦੁਬਾਰਾ ਖਾਣਾ ਨਾ ਮਿਲੇ। ਪਹਿਲੀ ਗੱਲ। ਜੇ ਪਾਣੀ ਖਤਮ ਹੋ ਗਿਆ ਤਾਂ ਵੀ ਗੜਬੜ ਹੋ ਗਈ, ਅਤੇ ਜੇ ਆਕਸੀਜਨ ਖਤਮ ਹੋ ਗਈ ਤਾਂ ਵੀ ਗੜਬੜ ਹੋ ਗਈ। ਪਰ ਜੇ ਉਹ ਹਾਈਬਰਨੇਟ ਹੁੰਦੇ ਨੇ, ਸਭ ਤੋਂ ਬੜਾ ਰੌਲਾ ਇੱਕ ਹੋਰ ਵੀ ਹੁੰਦਾ ਜੀ, 40-45 ਮਿੰਟ 'ਚ ਇੱਕ ਤੋਂ ਦੋ ਹੁੰਦੇ ਨੇ। ਇਹ ਉਹਨਾਂ ਦੇ ਵਧਣ ਦੀ ਇੱਕ ਕਾਰਸ਼ੈਲੀ ਹੈ। ਅਤੇ ਜੇ ਇੱਕ ਵੀ ਚੀਜ਼ ਘਟ ਗਈ, ਖਾਣਾ, ਹਵਾ ਜਾਂ ਪਾਣੀ, ਜਿਹੜੇ ਹਾਈਬਰਨੇਟ ਹੋਣਗੇ ਸਿਰਫ ਯੰਗ ਸੈਲਸ ਹੋਣਗੇ, ਜਿਹੜੇ ਇੱਕ ਵਾਰੀ ਵੀ ਨਹੀਂ ਟੁੱਟੇ। ਤਾਂ ਹੁਣੇ ਮੈਂ ਖਲਾਰਾ ਕਿਉਂ ਪਾਇਆ? ਸਿਰਫ ਇਹਦੇ ਵਿੱਚ ਜੀਵਾਣੂ ਪੈਦਾ ਕਰਨੇ ਹੀ ਨਹੀਂ, ਉਹਨਾਂ ਨੂੰ ਜਿਉਂਦਾ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅੱਛਾ, ਇੱਕ ਬਾਤ ਮੈਂ ਹੋਰ ਪੁੱਛਣਾ ਚਾਹਾਂਗਾ। ਜਿਸ ਤਰ੍ਹਾਂ ਪਹਿਲਾਂ ਬਾਤ ਕਰ ਰਹੇ ਥਾ, ਮੈਂ ਮਲ ਮੂਤਰ ਖਾਵਾਂ ਵੀ ਇੱਕ ਦੂਏ ਆਪਾਂ ਜੰਗਲ ਪਾਣੀ ਜਿਹੜਾ ਪਹਿਲਾਂ ਖੇਤਾਂ 'ਚ ਜਾਇਆ ਕਰਦੇ ਸੀ, ਉਹ ਫਲਸ਼ਾਵਾਂਗੇ, ਉਹ ਚੀਜ਼ ਨਹੀਂ ਹੈਗੀ? ਉਹ ਤਾਂ ਖੇਤ 'ਚ ਜਾਣਾ ਚਾਹੀਦਾ। ਤਾਂ ਦੇਖੋ ਜੀ, ਉਹ ਜਦੋਂ ਵਾਪਸ ਆਈ ਚੱਕਰ ਹੈ ਨਾ ਜੀ, ਇਕੋਲੋਜੀ ਦਾ ਸਾਈਕਲ ਟੁੱਟ ਗਿਆ ਨਾ ਜੀ। ਉਹ ਜੋ ਤੁਸੀਂ ਹੈ ਕਿ ਤੁਸੀਂ ਵੀ ਤਾਂ ਮਿੱਟੀ ਦਾ ਹੀ ਇੱਕ ਰੂਪ ਹੋ ਨਾ, ਆ ਵੀ ਮਿੱਟੀ ਦਾ ਹੀ ਇੱਕ ਰੂਪ ਹੈ ਨਾ। ਤਾਂ ਹੁਣ ਇਹ ਸਾਈਕਲ ਟੁੱਟ ਗਿਆ। ਸਭ ਤੋਂ ਪੌਸ਼ਟਿਕ ਚੀਜ਼ ਹੈ ਜਿਹੜੀ ਇਹਦੇ 'ਚੋਂ, ਉਹ ਅਸੀਂ ਬਾਹਰ ਕੱਢ ਲਈ, ਵਾਪਸ ਦਿੱਤੀ ਨਹੀਂ। ਸਿਰਫ ਇੰਨਾ ਹੀ ਨਹੀਂ ਹੈਗਾ ਸਰ, ਸੀਵਰੇਜ ਪੈ ਗਿਆ ਅੱਜ ਦੀ ਡੇਟ 'ਚ। ਜੀਵਾਣੂ ਨੇ, ਤੁਸੀਂ ਹਾਰਪਿਕ ਸ਼ਾਰਪਿਕ ਪਾਉਂਦੇ ਹੋ ਵਿੱਚ, ਆਪਣਾ ਤੇਜ਼ਾਬ ਪਾਉਂਦੇ ਹੋ, ਉਹ ਜਿਹੜਾ ਮਾੜਾ ਮੋਟਾ ਜਿਉਂਦਾ ਹੁੰਦਾ ਉਹ ਵੀ ਗੱਡੀ ਚੜ੍ਹ ਜਾਂਦਾ। ਨਹੀਂ, ਇਹ ਤਾਂ ਫਿਰ ਆਪਾਂ ਬਹੁਤ ਖਤਰਨਾਕ ਖੇਡ ਨਹੀਂ ਖੇਡ ਰਹੇ ਵੀ ਉਹ ਚੀਜ਼ ਨੂੰ ਜ਼ਹਿਰ ਬਣਾਤਾ, ਜਿਹੜੀ ਚੀਜ਼ ਖੇਤਾਂ 'ਚ ਜਾਣੀ ਚਾਹੀਦੀ ਸੀ। ਜਿੰਨੇ ਬੰਦੇ ਆਪਾਂ ਇੱਥੇ ਖੜੇ ਹਾਂ, ਕੈਮਰੇ ਵਾਲੇ ਵੀਰ, ਤੁਸੀਂ, ਮੈਂ, ਸਾਰੇ, ਅਸੀਂ ਸਾਰੇ ਹੀ ਬਿਮਾਰ ਹਾਂ। ਹੋ ਸਕਦਾ ਤੁਹਾਡੀ ਸਿਹਤ ਮੇਰੇ ਨਾਲੋਂ ਕੁਛ ਚੰਗੀ ਹੋਵੇ, ਪਰ ਤੁਸੀਂ ਵੀ ਬਿਮਾਰ ਹੋ। ਓਨੀ ਕੁ ਬਿਮਾਰੀ ਨੂੰ ਅਸੀਂ ਇੱਕ ਸਹਿਜਤਾ ਵੀ ਇੰਨਾ ਕੁ ਤਾਂ ਹੁੰਦਾ ਹੀ ਹੈ ਯਾਰ। ਸਾਡੀ ਜਿਹੜੀ ਸਿਹਤ ਹੈ ਅੱਜ ਦੀ ਡੇਟ 'ਤੇ 25% ਵੀ ਨਹੀਂ ਹੈ ਜੋ ਹਿਊਮਨ ਸਿਹਤ ਹੋਣੀ ਚਾਹੀਦੀ ਹੈ। ਉਹਦੇ ਕਾਰਨ ਕਿੱਥੋਂ ਲੱਭਦੇ ਹੋ ਤੁਸੀਂ? ਮੈਨੂੰ ਸ਼ੂਗਰ ਹੋ ਗਿਆ ਬਹੁਤ ਜ਼ਿਆਦਾ, 570 ਦੇ ਆਸ-ਪਾਸ। ਮੈਂ ਕੈਮੀਕਲਸ ਅੰਦਰ ਨਹੀਂ ਲੈਂਦਾ, ਕਿਉਂਕਿ ਮੈਨੂੰ ਪਤਾ ਕਿ ਕੈਮੀਕਲਸ ਵਾਸਤੇ ਮੇਰਾ ਸਰੀਰ ਬਣਾਇਆ ਨਹੀਂ ਹੈ ਕੁਦਰਤ ਨੇ। ਉਹਦੇ ਵਾਸਤੇ ਮੈਂ ਦਵਾਈਆਂ ਲਈਆਂ ਜੀ, ਹਰ ਤਰ੍ਹਾਂ ਦੀਆਂ, ਐਲੋਪੈਥੀ ਵੀ ਲਈ, ਹਰ ਤਰ੍ਹਾਂ ਦੀ, ਜਿਹੜਾ ਵੀ ਕੋਈ ਚੱਕੀ ਫਿਰਦਾ। 4 ਮਹੀਨੇ ਮੇਰੀ ਬੱਸ ਹੋਈ ਰਹੀ ਹੈ। ਮੈਂ ਖੋਜੀ ਪ੍ਰਵਿਰਤੀ ਹੈ ਮੇਰੀ, ਤੁਹਾਨੂੰ ਪਤਾ, ਹਟਦਾ ਮੈਂ ਹੈ ਨਹੀਂ। ਇੱਕ ਚੀਜ਼ ਮੇਰੇ ਸਮਝ ਆਈ ਕਿ ਜਦ ਤੱਕ ਮੈਂ ਖਾਣੇ ਦਾ ਪਰਹੇਜ਼ ਨਹੀਂ ਕਰਦਾ, ਮੇਰਾ ਸ਼ੂਗਰ ਕੰਟਰੋਲ ਨਹੀਂ ਹੁੰਦਾ। ਉਸ ਤੋਂ ਬਾਅਦ ਸਭ ਕੁਝ ਛੱਡ ਕੇ ਇੱਕ ਵਾਈਲਡ ਫਿਟ ਕਰਕੇ ਹੈ, ਹੈਗੇ ਨੇ, ਉਹਨਾਂ ਨੇ ਬਹੁਤ ਰਿਸਰਚ ਕਰੀ ਹੈ ਫੂਡ ਦੀ ਵੀ, ਇਨਸਾਨ ਨੂੰ ਬਣਿਆ ਕਿਵੇਂ ਸੀਗਾ, ਇਹਨੂੰ ਫੂਡ ਕਿਵੇਂ ਚਾਹੀਦਾ। ਉਹਦੇ ਹਿਸਾਬ ਨਾਲ ਮੈਂ ਫੂਡ ਖਾਣਾ ਸ਼ੁਰੂ ਕੀਤਾ। ਤੁਸੀਂ ਯਕੀਨ ਕਰੋਗੇ 15 ਦਿਨਾਂ ਦੇ ਵਿੱਚ ਮੇਰਾ ਸ਼ੂਗਰ ਲੈਵਲ 211 ਤੇ ਆ ਗਿਆ, ਜਿਹੜਾ ਕਾਬੂ ਹੀ ਨਹੀਂ ਸੀ ਆ ਰਿਹਾ। ਤਾਂ ਜਾਂ ਤਾਂ ਇੱਥੋਂ ਹੀ ਰਿਹਾ ਸਾਰਾ ਕੁਝ। ਕਿਆ ਖਾਇਆ ਫਿਰ ਤਾਂ? ਸੁਣਨ ਵਾਲੇ ਕਹਿੰਦੇ ਸ਼ੂਗਰ ਬਹੁਤ ਹੈ। ਉਹ ਵੀ ਕਰ ਲਾਂਗੇ, ਉਹ ਤਾਂ ਫਿਰ ਝੋਲਾ ਸਾਹਿਬ ਡਾਕਟਰੀ ਵਾਲੀ ਕਹਾਣੀ ਹੋ ਜੂਗੀ। ਉਹਨੂੰ ਸਮਝਣਾ ਜ਼ਰੂਰੀ ਹੈ, ਉਹਦੇ ਬਾਰੇ ਵੀ ਆਪਾਂ ਚਰਚਾ ਕਰ ਲੈਂਦੇ ਹਾਂ। ਨਹੀਂ, ਜਿਹੜੀ ਮੈਂ ਬਾਤ ਕਰ ਰਿਹਾ था ਵੀ ਮਸਲਾ ਮਤਲਬ ਸਿੱਧੀ ਬਾਤ ਜੋ ਹੈ ਵੀ ਮਾਰਾ ਜਿਹੜਾ ਜੋ ਹਮੇ ਖਾਵਾ ਪੀਆ ਉਹ ਖੇਤ ਮਾ ਜਾਣਾ ਚਾਹੀਦਾ ਹੈ। ਜੋ ਅਸੀਂ ਗਿਰਾ ਰਹੇ ਹਾਂ ਉਹ ਖੇਤ ਦਾ ਖਾਣਾ ਹੈ, ਜੋ ਇਹ ਗਿਰਾ ਰਿਹਾ ਹੈ ਇਹ ਸਾਡਾ ਖਾਣਾ ਹੈ। ਜਿਵੇਂ ਤੁਸੀਂ ਕਹਿ ਰਹੇ ਵੀ ਹਮੇ ਤਾਂ ਕੈਮੀਕਲ ਪਾ ਕੇ ਉਹ ਸਾਰਾ ਮਿੱਟੀ ਕਰਤੇ। ਹਾਂ, ਕਰਤਾ, ਸਿਆਣੇ ਆ ਨਾ ਜੀ ਅਸੀਂ। ਰੌਲਾ ਪੈ ਰਿਹਾ ਰੋਜ਼ ਟੀਵੀ ਪਰ ਕਿ ਸ਼ੌਚ ਖੁੱਲੇ में ना ਜਾਏ। ਹੁਣ ਤਾਂ ਪਿੰਡਾਂ ਦੇ ਵਿੱਚ ਆਏ ਉਹ ਬੰਦੇ ਆ ਕੇ ਫੜ ਲਏ, ਮਹਿਕਮੇ ਵਾਲੇ ਕਹਿੰਦਾ ਬਾਹਰ ਬੈਠਿਆ। ਤੁਸੀਂ ਮੇਰੀ ਗੱਲ ਸਮਝੋ ਨਾ ਜੀ, ਜੇ ਤੁਹਾਨੂੰ ਅਕਲ ਸਾਨੂੰ ਆ ਗਈ 1 ਮਿੰਟ ਵਾਸਤੇ ਤਾਂ ਅਸੀਂ ਰਾਜ ਥੋੜਾ ਕਰਨ ਦੇਵਾਂਗੇ ਕਿਸੇ ਨੂੰ। ਕੀ ਬਾਤ। ਤੁਸੀਂ ਇਹ ਮਾਸਕ ਦਾ ਰੌਲਾ ਪਾਉਂਦੇ ਹੋ, ਠੀਕ ਹੈ, ਮੈਂ ਵੀ ਹੁਣ ਲਾਇਆ ਕਿਉਂਕਿ ਆਵਾਜ਼ ਨਹੀਂ ਆਣੀ। ਮਾਸਕ ਤੁਸੀਂ ਮੂੰਹ ਤੇ ਲਾ ਲਿਆ, ਸਾਹ ਤਾਂ ਲੈ ਰਹੇ ਹੋ ਕਿ ਸਾਹ ਬੰਦ ਹੋ ਗਿਆ? ਹਾਂ, ਉਹ ਚਾਹੇ ਉਹ ਛਾਣੀ ਦੇ ਥਰੂ, ਚਾਹੇ ਉਹਦੇ ਸੁਰਾਖ ਦੇ ਥਰੂ, ਚਾਹੇ ਇਧਰੋਂ ਆ ਰਿਹਾ। ਉਹ ਤਾਂ ਤੁਹਾਨੂੰ ਲੱਗਦਾ ਵੀ ਇਹੋ ਜਿਹਾ ਮਾਈਕਰੋ ਆਰਗੇਨਿਜ਼ਮ ਜਿਹੜਾ ਮਾਈਕਰੋਸਕੋਪ ਦੇ ਹੇਠਾਂ ਨਹੀਂ ਦਿਖ ਰਿਹਾ, ਉਹਨੂੰ ਇਹ ਰੋਕ ਲੂਗਾ।
ਮੂਰਖੇ ਬਣਾਇਆ ਗਿਆ। ਜਿਹੜੀ ਕਾਰਬਨ ਡਾਈਆਕਸਾਈਡ ਮੈਂ ਬਾਹਰ ਸਿੱਟ ਰਿਹਾ ਉਹ ਵਾਪਸ ਮੇਰੇ ਅੰਦਰ ਜਾ ਰਹੀ ਹੈ। ਇੱਥੋਂ ਗਲ ਗਏ ਲੋਕ। ਕਾਰਬਨ ਡਾਈਆਕਸਾਈਡ ਲੈਣ ਵਾਸਤੇ ਤੁਸੀਂ ਨਹੀਂ ਬਣੇ, ਕਾਰਬਨ ਡਾਈਆਕਸਾਈਡ ਇਹਨੇ ਸੋਕਣੀ ਹੈ, ਤਾਂ ਹੀ ਸਰਕਲ ਪੂਰਾ ਹੋਊਗਾ ਨਾ। ਜੋ ਮੈਂ ਸਿੱਟੂਗਾ ਇਹ ਲਊਗਾ। ਮੈਂ ਤਾਂ ਜਿਹੜੀ ਇਹ ਆਕਸੀਜਨ ਸਿੱਟ ਰਿਹਾ ਉਹਨੂੰ ਲੈਣੀ ਹੈ। ਮੈਂ ਆਕਸੀਜਨ ਲੈ ਰਿਹਾ ਇੰਨੀ ਕੁ ਮੋਰੀ ਜੀ ਦੇ ਥੱਲੇ, ਉਹਦੇ ਵਿੱਚ ਕਰੋੜਾਂ ਤਰ੍ਹਾਂ ਦੇ ਜੀਵਾਣੂ ਆ ਰਹੇ ਨੇ ਅੰਦਰ, ਇੱਕ ਤਰ੍ਹਾਂ ਦਾ ਥੋੜਾ। ਉਹ ਅੰਦਰ ਆ, ਜਿਹੜਾ ਅੰਦਰ ਆ ਗਿਆ ਪਿਓ ਦਾ ਪੁੱਤ, ਉਹ ਬਾਹਰ ਔਖਾ ਜਾ ਰਿਹਾ ਸਣੇ ਕਾਰਬਨ ਡਾਈਆਕਸਾਈਡ ਦੇ ਮੇਰੇ ਐ ਨਥੁੰਨੇ ਤੇ ਲੱਗਿਆ ਹੋਇਆ। ਹੁਣ ਇਹਦੇ ਮਗਰ ਕੀ ਲੌਜਿਕ ਹੈ? ਜਿਹੜੇ ਯੂਐਸ ਵਾਲੇ ਕਦੀ ਕਹਿੰਦੇ ਲਾ ਲਓ, ਕਦੀ ਕਹਿੰਦੇ ਹਟਾ ਲਓ, ਕਦੇ ਕਹਿੰਦੇ N95 ਲਾ ਲਓ, ਕਦੀ ਜਿਵੇਂ ਮੈਂ ਤੁਹਾਨੂੰ ਦਵਾਈ ਦੀ ਗੱਲ ਕਹਿ ਕੇ ਹਟਿਆ ਨਾ, ਵਿੱਚ ਰਹਿ ਗਈ ਕਹਾਣੀ। ਮੈਂ ਤਗੜੇ ਤੋਂ ਤਗੜੇ ਡਾਕਟਰ ਜਿਹਦੀ 50-50 ਹਜ਼ਾਰ ਰੁਪਏ ਫੀਸ ਹੈ, ਮੈਂ ਉਹਨੂੰ ਕਿਹਾ ਵੀ ਤੂੰ ਡਾਕਟਰ ਹੈ, ਤੇਰੀ ਕਿ ਦਵਾਈਆਂ ਖਾਧੀਆਂ ਸਾਰੀਆਂ, ਮੈਂ ਜੋ ਖਾਣਾ ਉਹਨੂੰ ਨਾ ਰੋਕ ਤੂੰ। ਉਹ ਕਹਿੰਦਾ ਇਹਦੇ ਰੋਕ ਕੇ ਬਗੈਰ ਤੇਰਾ ਇਲਾਜ ਨਹੀਂ ਹੁੰਦਾ। ਮੈਂ ਫਿਰ ਤੇਰੀ ਦਵਾਈ ਮੈਂ ਕਿਉਂ ਲੈ ਰਿਹਾ, ਮੈਨੂੰ ਸਮਝਾ ਦੇ। ਸੋ ਇਹ ਜਿਹੜਾ ਸਾਰਾ ਸਿਸਟਮ ਸਾਡਾ ਸਾਈਕਲ ਜਿਹੜਾ ਬਣਿਆ ਹੋਇਆ ਸੋਇਲ ਦਾ, ਜੋ ਤੁਸੀਂ ਖਾਓਗੇ ਉਹੀ ਤੁਹਾਡੇ ਅੰਦਰ ਜਾਣਾ, ਉਸੇ ਨੇ ਕੰਮ ਕਰਨਾ, ਉਸੇ ਨੇ ਪਿੰਡਾ ਸਰੀਰ ਬਣਾਉਣਾ ਤੁਹਾਡਾ, ਹੋਰ ਤਾਂ ਕੁਛ ਹੈ ਨਹੀਂ। ਤਾਂ ਅਸੀਂ ਆ ਕੇ ਅਟਕ ਗਏ। ਅਸੀਂ ਅਟਕ ਉੱਥੇ ਗਏ ਕਿ ਹੁਣ ਜੇ ਤੁਸੀਂ ਕਹੋ ਕਸੂਰ ਕਿਹਦਾ, ਮੇਰੇ ਲਾਲਚ ਦਾ, ਮੇਰੇ ਨਿੱਜ ਦਾ, ਮੇਰੇ ਲਾਲਚ ਦਾ, ਮੇਰੇ ਨਿੱਜ ਦਾ। ਅੱਜ ਹੁਣ ਤੁਸੀਂ ਤਾਂ ਸਿਰਫ ਇਹਦੀ ਗੱਲ ਕਰ ਰਹੇ ਹੋ ਵੀ ਸ਼ੌਚ ਨਹੀਂ ਬਾਹਰ ਕਰਨ ਦਿੰਦੇ। ਉਹ ਤਾਂ ਐਂ ਕਹਿੰਦੇ ਨੇ ਵੀ ਤੁਸੀਂ ਰਹੋ ਵੀ ਗਰੀਬਾਂ ਵਾਂਗੂ। ਤੁਸੀਂ ਕਿਵੇਂ ਰਹਿਣਾ ਤੁਹਾਡੀ ਚੋਇਸ ਹੋਣੀ ਚਾਹੀਦੀ ਹੈ, ਕੰਪਲਸ਼ਨ ਨਹੀਂ ਹੋਣੀ ਚਾਹੀਦੀ। ਇਹ ਨਹੀਂ ਹੈ ਵੀ ਤੁਹਾਡੇ ਕੋਲ ਹੈ ਹੀ ਨਹੀਂ ਕੋਈ ਹੀਲਾ ਤਾਂ ਤੁਸੀਂ ਫੜੇ ਪੁਰਾਣੇ ਕੱਪੜੇ, ਕੋਈ ਸਾਦੇ ਕੱਪੜੇ ਪਾਣੇ, ਕੋਈ ਉਹ ਗੱਲ ਨਹੀਂ ਹੈ। ਸਾਧਨ ਹੀ ਨਹੀਂ ਛੱਡਿਓ, ਤੁਹਾਡੇ ਦਿਮਾਗ ਨੂੰ ਉਸ ਤਰ੍ਹਾਂ ਘੁਮਾਤਾ ਉਹਨੂੰ ਵੀ ਇਹਦੇ ਵਿੱਚ ਹੀ ਸਾਰਾ ਕੁਝ ਹੈ ਜੀ। ਤੁਸੀਂ, ਮੈਂ ਤਾਂ ਸਿੱਧੀ ਇੱਕ ਗੱਲ ਜਾਣਦਾ ਵੀ ਜਿਵੇਂ ਆਪਾਂ ਸਾਈਕਲ ਦੀ ਗੱਲ ਕਰੀ, ਮੇਰਾ ਮਲ ਮੂਤਰ ਮੇਰਾ ਖਾਣਾ ਨਹੀਂ ਹੈ। ਜੇ ਆਪਣਾ ਮਲ ਮੂਤਰ ਕੋਈ ਖਾਊਗਾ ਉਹ ਬਿਮਾਰ ਹੋਊਗਾ, ਮਰੂਗਾ। ਮਾਈਕਰੋਬਸ ਦੇ ਵਿੱਚ ਵੀ ਐਂ ਹੈ, ਜੇ ਹਾਈਡਰੋਲਿਸਿਸ ਹੈਗੇ ਨੇ, ਇਹ ਵੱਧ ਗਿਆ, ਇਹ ਵਾਲਾ ਜਿਹੜਾ ਇੱਥੇ ਹੋ ਰਿਹਾ, ਆਪਣੇ ਮਲ ਮੂਤਰ 'ਚ ਡੁੱਬ ਕੇ ਮਰ ਜਾਣਗੇ। ਮਾਈਕਰੋਬੀਅਲ ਇੰਬੈਲੈਂਸ ਕਹਿੰਦੇ ਆ ਇਹਨੂੰ। ਇਹ ਆਪਣਾ ਖਾਣਾ ਨਹੀਂ ਖਾ ਸਕਦਾ। ਤੁਸੀਂ ਇੱਥੇ ਇਹਦੇ ਪੈਰਾਂ ਦੇ ਵਿੱਚ ਫਰੂਟ ਸਿੱਟ ਤੋਂ ਸੁੰਡੀਆਂ ਆ ਜਾਣਗੀਆਂ, ਇਹਨੂੰ ਬਿਮਾਰੀ ਛਿੜ ਜੂਗੀ, ਇਹਨੂੰ ਉਲਟੀ ਦੀ ਉਲਟੀ। ਤੋ ਮੇਰੇ ਨਾਲ ਦਾ ਜਾਨਵਰ, ਪਸ਼ੂ ਵੀ ਤਾਂ ਮੈਂ ਹੀ ਹਾਂ, ਫੜ ਕੇ ਸਿੱਧਾ ਖੜਾਤਾ, ਉਹਦਾ ਮਲ ਮੂਤਰ ਤਾਂ ਮੈਂ ਕਿਸੇ ਹਿਸਾਬ 'ਚ ਖਾ ਹੀ ਨਹੀਂ ਸਕਦਾ। ਲੋਕ ਕਹਿੰਦੇ ਵੀ ਗਾਂ ਦਾ ਮੂਤ ਪੀ ਕੇ ਬਿਮਾਰੀ ਹਟੇ। ਚਲੋ ਹਟ ਜਾਂਦਾ ਹੋਊਗਾ, ਪਰ ਪ੍ਰੂਵ ਨਹੀਂ ਨਾ ਕੋਈ ਕਰ ਸਕਦਾ। ਫੀਲਿੰਗ ਇੱਕ ਚੀਜ਼ ਹੈ, ਫੀਲਿੰਗ ਇੱਕ ਚੀਜ਼ ਹੈ ਜਿਹੜੀ ਧਰਾਤਲ ਦੇ ਉੱਤੇ ਪ੍ਰੂਵ ਹੋ ਜਾਂਦੀ ਹੈ। ਜਿਵੇਂ ਮੈਂ ਸ਼ੂਗਰ ਦੀ ਤੁਹਾਨੂੰ ਗੱਲ ਦੱਸੀ, ਜੋ ਕੋਈ ਕਹੀ ਗਿਆ ਮੈਂ ਕਰੀ ਗਿਆ। ਮੂਤ ਨਹੀਂ ਮੈਂ ਪੀਤਾ, ਕਹਿੰਦੇ ਉਹ ਵੀ ਸੀਗੇ, ਬਟ ਕਿਉਂਕਿ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਵੀ ਮੈਂ ਆਪਣੀ ਜਾਤੀ ਪ੍ਰਜਾਤੀ ਦਾ ਮਲ ਮੂਤਰ ਮੈਂ ਨਹੀਂ ਪੀ ਸਕਦਾ, ਉਹ ਗਾਹਾਂ ਵਾਸਤੇ ਹੈ। ਪਰ ਕਹਾਣੀ ਸਾਰੀ ਖੜ ਕੇ ਆ ਕੇ ਤੁਹਾਡੀ ਫੂਡ ਦੇ ਉੱਤੇ ਹੈ। ਤਾਂ ਚਾਹੇ ਖੇਤੀ ਸੰਕਟ ਹੈ, ਚਾਹੇ ਤੁਹਾਡਾ ਮੇਰਾ ਸੰਕਟ ਹੈ, ਇਹ ਸਾਰਾ ਬੇਈਮਾਨੀ ਤੇ ਖੜਾ। ਸਾਰੀ ਬੇਈਮਾਨੀ ਹੈ, ਜਿਹਦਾ ਜਿੰਨਾ ਘਰੂਟ ਵੱਜਦਾ ਉਹਨਾਂ ਮਾਰ ਲੈਂਦਾ। ਇਹਨੂੰ ਛੱਡ ਕੇ ਜਦ ਤੱਕ ਅਸੀਂ ਆਪਣੇ ਵਿਵੇਕ ਤੋਂ ਕੰਮ ਨਹੀਂ ਲੈਂਦੇ, ਜਿਹੜਾ ਆਹ ਮੱਤ ਦਿੱਤੀ ਹੈ ਕੁਦਰਤ ਨੇ ਸਾਡੇ ਵਿੱਚ ਮੱਤ ਫਿੱਟ ਕਰੀ ਹੈ, ਇਹੀ ਸਾਡੇ ਅਗੇਂਸਟ ਕੰਮ ਕਰ ਰਹੀ ਹੈ। ਇਸ ਵੇਲੇ ਅਮਰੀਕਨ ਸਟਾਈਲ ਨਾਲ ਅਸੀਂ ਜੀ ਰਹੇ ਹਾਂ, ਗਰੋ ਬਿਗ, ਗੈਟ ਬਿਗ ਔਰ ਗੈਟ ਆਊਟ। ਬੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਗਊ ਹੈ, ਮੱਝ ਹੈ, ਤਾਂ ਇੱਕੋ ਹੀ ਫੋਕਸ ਹੈ ਕਿ ਪ੍ਰੋਡਕਸ਼ਨ ਪ੍ਰੋਡਕਸ਼ਨ ਪ੍ਰੋਡਕਸ਼ਨ। ਮੈਂ ਬਲੈਤੀ ਗਊ ਦੇਖੀ, 100 ਲੀਟਰ ਦੁੱਧ, 1,80,000 100 ਲੀਟਰ ਦੁੱਧ। ਕਿਹੜਾ ਬਛੜਾ ਜਿਹੜਾ 100 ਲੀਟਰ ਦੁੱਧ ਪੀ ਲੂਗਾ ਜੀ? ਉਹਦੇ ਵਿੱਚ ਪਤਾ ਨਹੀਂ ਕਿਆ ਕਿਆ ਡਾਲ ਕੇ ਕਿਵੇਂ ਉਹਨੂੰ ਪਾਣੀ, ਮੈਂ ਕਹਿੰਦਾ ਇਹਦੇ ਨਾਲ ਤਾਂ ਪਾਣੀ ਪਾ ਲਓ ਖਰਾ। ਕਿੰਨੇ ਐਂਟੀਬਾਇਓਟਿਕਸ ਉਹਨੂੰ ਦੇ ਰਹੇ ਆ। ਹੁਣ ਐਂਟੀਬਾਇਓਟਿਕ ਦੀ ਸੁਣ ਲਓ, ਗੱਲ ਆਪਣੀ ਲੰਬੀ ਹੋ ਗਈ, ਪਰ ਇਹ ਵੀ ਸੁਣ ਲਓ। ਜਦੋਂ ਆਪਾਂ ਚੰਗਿਆੜੇ ਰੱਖ ਲਾਂਗੇ, ਬਾਕੀ ਕੱਟ ਦਾਂਗੇ। ਸਰਲ ਭਾਸ਼ਾ ਦੇ ਵਿੱਚ ਸੁਣ ਲਓ ਤੁਸੀਂ। ਆਪਾਂ ਗੱਲ ਕਰੀ ਕਿ ਜਿਹੜਾ ਫਰੂਟ ਹੈ, ਇਹਦੇ 'ਚ ਸਭ ਤੋਂ ਵੱਧ ਨਿਊਟ੍ਰੀਸ਼ਨ ਹੈ। ਇਹਦੇ ਜਿਹੜੇ ਉੱਪਰਲੇ ਛਿਲਕੇ ਨੇ, ਉਹਨਾਂ ਦੇ ਵਿੱਚ ਉਸ ਤੋਂ ਘੱਟ ਨਿਊਟ੍ਰੀਸ਼ਨ ਹੈ। ਪਰ ਜਦੋਂ ਛਿਲਕਾ ਢੇਰ 'ਤੇ ਜਾ ਕੇ ਗਿਰ ਜਾਂਦਾ ਤਾਂ ਉਹੀ ਜ਼ਹਿਰ ਬਣ ਜਾਂਦਾ। ਕਾਰਨ ਸਮਝੋ, ਮੰਨ ਲਓ ਇੱਕ ਗਾਜਰ ਦਾ ਜੂਸ ਹੈ ਤੁਹਾਡੇ ਕੋਲ, ਉਹ ਗਾਜਰ ਦੇ ਜੂਸ ਦੇ ਵਿੱਚ ਕੀ ਹੈ? ਖਾਣਾ ਤਾਂ ਹੈਗਾ, ਫੂਡ ਉਹਦੇ ਵਿੱਚ ਹੈਗਾ, ਪਾਣੀ ਵੀ ਹੈਗਾ, ਨਮੀ ਵੀ ਹੈਗੀ ਹੈ। ਹਵਾ ਦੇ ਵਿੱਚ 20% ਆਕਸੀਜਨ ਹੁੰਦੀ ਹੈ ਜਿਹੜੀ ਅਸੀਂ ਸੁੰਘਦੇ ਹਾਂ। ਪਾਣੀ ਦੇ ਵਿੱਚ ਵੀ ਆਕਸੀਜਨ ਘੁਲੀ ਹੁੰਦੀ ਹੈ। ਜਦ ਤੁਸੀਂ ਐਂ ਫੈਂਟਦੇ ਹੋ ਜਾਂ ਪਾਣੀ ਗਿਰਦਾ, ਉਹਦੇ 'ਚ ਆਕਸੀਜਨ ਰਲਦੀ ਹੈ। ਉਸ ਆਕਸੀਜਨ ਦੇ ਸਹਾਰੇ ਮੱਛੀਆਂ, ਸਾਰੇ ਜੀਵ ਉਹਦੇ ਵਿੱਚ ਜਿਉਂਦੇ ਰਹਿੰਦੇ ਨੇ। 6-7% ਉਹ ਹੋਣੀ ਚਾਹੀਦੀ ਹੈ। ਹੁਣ ਇਹ ਪਾਣੀ ਦੇ ਵਿੱਚ ਵੀ 6-7% ਆਕਸੀਜਨ ਹੈ। ਚੰਗਾ ਮਾੜਾ ਕੁਦਰਤ 'ਚ ਕੋਈ ਹੁੰਦਾ ਨਹੀਂ, ਪਰ ਸਮਝਾਉਣ ਵਾਸਤੇ ਆਪਾਂ ਇਹ ਕਹਿ ਲੈਂਦੇ ਹਾਂ ਵੀ ਜਿਹੜੇ ਆਕਸੀਜਨ 'ਤੇ ਨੇ ਉਹ ਚੰਗੇ ਨੇ, ਜਿਹੜੇ ਬਗੈਰ ਆਕਸੀਜਨ ਤੋਂ ਨੇ ਉਹ ਮਾੜੇ ਨੇ, ਐਂ ਕਹਿ ਲੈਂਦੇ ਹਾਂ। ਤਾਂ ਜਦ ਆਕਸੀਜਨ ਉਹ ਖਤਮ ਹੋ ਜਾਂਦੀ ਹੈ ਤਾਂ ਮਾੜੇ ਜੀਵਾਣੂਆਂ ਦੀ ਗਿਣਤੀ ਵੱਧ ਜਾਂਦੀ ਹੈ। ਉੱਥੇ ਵੀ ਡੈਮੋਕ੍ਰੇਸੀ ਹੈ। ਉਹ ਕੀ ਹੋਊਗਾ, 2-3 ਦਿਨ ਬਾਅਦ ਸੜਿਆਂਦ ਮਾਰਨ ਲੱਗ ਜਾਊਗਾ ਉਹ ਜਿਹੜਾ ਜੂਸ ਹੈ, ਗੰਦਾ ਆ ਉਹ। ਜਦ ਤੁਸੀਂ ਉਹਨੂੰ ਪੀਆ
ਤੁਹਾਡੀ ਗੱਟ ਜਿਹੜੀ ਤੁਹਾਡੀ ਆਂਤੜੀਆਂ ਨੇ 70% ਇਹਦੇ ਵਿੱਚ ਉਹ ਜੀਵਾਣੂ ਨੇ ਜਿਨ੍ਹਾਂ ਨੇ ਇਹਨੂੰ ਪਚਾਣਾ, ਖਾਣੇ ਨੂੰ ਤੋੜਨਾ ਔਰ ਤੁਹਾਡੀਆਂ ਬਿਮਾਰੀਆਂ ਨਾਲ ਲੜਨੇ ਨੇ। ਫੌਜੀ ਨੇ ਉਹ ਬੈਠੇ, ਇਹ ਤੁਹਾਨੂੰ ਤੁਹਾਡੀ ਮਾਂ ਨੇ ਦਿੱਤੇ ਨੇ, ਮੈਨੂੰ ਮੇਰੀ ਮਾਂ ਨੇ ਦਿੱਤੇ ਨੇ, ਹੋਰ ਕਿਤੋਂ ਨਹੀਂ ਆਉਂਦੇ ਇਹ। ਜਦੋਂ ਇਹ ਗੰਦੇ ਜੀਵਾਣੂ ਅੰਦਰ ਜਾਣਗੇ ਦੋਨਾਂ ਦੀ ਲੜਾਈ ਹੋਣੀ ਹੈ, ਪੋਟਾਂ ਪੈਣੀਆਂ ਨੇ, ਇਹਦੀ ਗਿਣਤੀ ਵੱਧ ਹੈ, ਤੁਸੀਂ ਬਿਮਾਰ ਪਓਗੇ ਪੱਕਾ। ਜਦ ਤੁਸੀਂ ਡਾਕਟਰ ਕੋਲ ਜਾਓਗੇ ਉਹ ਤੁਹਾਨੂੰ ਕਹੂਗਾ ਇਨਫੈਕਸ਼ਨ ਹੋ ਗਈ, ਐਂਟੀਬਾਇਓਟਿਕ ਲੈ ਲਾ। ਹੁਣ ਐਂਟੀਬਾਇਓਟਿਕ ਨਾਂ ਦੇਖੋ ਕਿੰਨਾ ਸੋਹਣਾ, ਬਾਇਓਟਿਕ ਹੁੰਦਾ ਜਿੰਦਾ, ਐਂਟੀ ਮਤਲਬ ਖਿਲਾਫ। ਇਹੋ ਜੀ ਚੀਜ਼ ਜਿਹੜੀ ਜਿੰਦਾ ਚੀਜ਼ ਦੇ ਖਿਲਾਫ ਹੈ ਉਹਨੇ ਚੰਗੇ ਮਾੜੇ ਨਹੀਂ ਦੇਖਣੇ ਜਿਹੜੇ ਵੀ ਆਏ। ਹਾਂ, ਕਹਿੰਦਾ ਲੱਗੇਗੀ ਆਗ ਤੋਂ ਆਏਗਾ ਤੁਹਾਡਾ ਘਰ ਵੀ ਜ਼ਦ ਮੇ ਰਾਹਤ ਇੰਦੌਰੀਆਂ। ਕਹਿੰਦਾ ਵੀ ਆ ਜਿਹੜੇ ਅੱਜ ਕੱਲ੍ਹ ਭਾਂਬੜ ਵਾਲ ਰਹੇ ਚਾਰੇ ਪਾਸੇ ਨਾ, ਜੇ ਮੈਂ ਬਾਲ ਰਿਹਾ ਤਾਂ ਬਚਦਾ ਮੈਂ ਵੀ ਨਹੀਂ। ਤਾਂ ਚੰਗੇ ਮਾੜੇ ਦੋਹੇ ਮਰਨਗੇ। ਤਾਂ ਹੋਊਗਾ ਕੀ, ਜੇ ਮੰਨ ਲਓ ਤੁਹਾਡੀ ਇਨਫੈਕਸ਼ਨ ਕੰਟਰੋਲ ਆ ਗਈ ਤਾਂ ਠੀਕ ਹੈ, ਨਹੀਂ ਉਹ ਕਹੂਗਾ ਹੋਰ ਸਟਰੋਂਗ ਐਂਟੀਬਾਇਓਟਿਕ ਲੈ ਲਓ। ਇਹ ਵੀ ਹੋ ਸਕਦਾ ਕਿ ਜੇ ਇੰਨੀ ਜ਼ਿਆਦਾ ਤੁਹਾਡੀ ਅੰਦਰ ਇਨਫੈਕਸ਼ਨ ਹੋ ਜੇ ਕਿ ਠੀਕ ਹੋਣ ਤੋਂ ਬਾਅਦ ਵੀ ਤੁਹਾਡਾ ਜਿਵੇਂ ਮੰਨ ਲਓ ਖੁਜਲੀ ਜਾਂਦੀ ਹੀ ਨਹੀਂ, ਉਹਨੂੰ ਕਹਿੰਦੇ ਕਰੋਨਿਕ ਡਿਜ਼ੀਜ਼, ਕਿਉਂਕਿ ਅੰਦਰ ਉਸ ਤਰ੍ਹਾਂ ਦੇ ਜੀਵਾਣੂ ਖਤਮ ਹੋ ਗਏ। ਇਹ ਵੀ ਹੋ ਸਕਦਾ ਕਿ ਭੋਗ ਦਾ ਕਾਰਡ ਛਪ ਜਾਵੇ, ਤੁਹਾਡਾ ਕੱਲੇ ਆਏ ਨਾਨਕਾ ਸੱਦੇ ਉੱਠ ਜਾਏ, ਕੈਂਸਰ ਜਿਹਨੂੰ ਅਸੀਂ ਕਹਿ ਦਿੰਦੇ। ਉਸੇ ਗਾਜਰ ਦੇ ਜੂਸ ਨੂੰ ਜੇ ਤੁਸੀਂ ਐਂ ਹਿਲਾ ਲਓ, ਰੋਜ਼ ਕੀ ਕਰ ਰਹੇ ਹੋ, ਹਵਾ ਦੇ ਰਹੇ ਹੋ ਨਾ, ਖਾਣਾ ਤਾਂ ਉਹਦੇ ਅੰਦਰ ਹੈਗਾ, ਤਾਂ ਉਹਦੇ ਅੰਦਰ ਚੰਗੇ ਜੀਵਾਣੂ ਪੈਦਾ ਹੋਣਗੇ, ਪ੍ਰੋਬਾਇਓਟਿਕ ਪਰ ਕਾਂਜੀ ਕਹਿੰਦੇ। ਪਰ ਉਹ ਮੈਂ ਇੱਕ ਬਾਤ ਕਹਾ ਵੀ ਉਰੇ ਤਾਂ ਡੱਬਾ ਬੰਦ ਜੂਸ, ਉਹ ਬੜਾ ਤਕੜਾ ਨਾਂ ਰੱਖ ਕੇ ਡੱਬਾ ਬੰਦ ਜੂਸ ਪੀ ਰਹੇ ਲੋਕ, ਘਰਾਂ ਲਿਜਾ ਕੇ ਰੱਖ ਰਹੇ। ਜਿਹੜੀ ਚੀਜ਼ ਡੱਬੇ ਦੇ ਵਿੱਚ ਬੰਦ ਹੈ ਉਹ ਤੁਹਾਨੂੰ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਤੁਹਾਡੀ ਉਸ ਚੀਜ਼ ਨੂੰ ਖਾਣ ਦੀ ਭੁੱਖ ਵਧੇ। ਨਿਊਟ੍ਰੀਸ਼ਨ ਵੈਲਿਊ ਉਹਦੇ 'ਚ ਕੁਝ ਨਹੀਂ ਹੁੰਦੀ। ਇੱਕ ਅੰਗਰੇਜ਼ੀ ਦਾ ਅੱਖਰ ਹੈ ਨਿਊਟ੍ਰੀਸ਼ਨ ਹੰਗਰ। ਇੱਕ ਤਾਂ ਹੁੰਦਾ ਭੁੱਖ ਵੀ ਤੁਹਾਨੂੰ ਖਾਣਾ ਨਹੀਂ ਮਿਲਿਆ, ਇੱਕ ਇਹੋ ਜਿਹਾ ਕਿ ਉਹਦੇ 'ਚ ਤੱਤ ਹੈ ਨਹੀਂ। ਜਦ ਤੱਕ ਉਹ ਤੱਤ ਨਹੀਂ, ਤੁਹਾਡਾ ਦਿਮਾਗ ਕਹੇ ਖਾਈ ਜਾਂਦੇ ਹੋ ਤੁਸੀਂ, ਮੇਰੇ ਵਾਂਗੂ ਢਿੱਡ ਵਧਾਈ ਜਾਂਦੇ ਹੋ, ਲੇਕਿਨ ਦਿਮਾਗ ਕਹਿੰਦਾ ਕਿ ਕੁਝ ਕਮੀ ਹੈ, ਕੁਝ ਕਮੀ ਹੈ, ਕਿਉਂਕਿ ਨਿਊਟ੍ਰੀਸ਼ਨ ਨਹੀਂ ਹੈ ਉਹਦੇ 'ਚ। ਜੇ ਤੁਸੀਂ ਨਿਊਟ੍ਰੀਸ਼ਨ ਵਾਲਾ ਪੂਰੇ ਤੱਤਾਂ ਵਾਲਾ ਖਾਣਾ ਖਾਓਗੇ ਤਾਂ ਥੋੜਾ ਖਾਓਗੇ ਔਰ ਹੈਲਦੀ ਹੋਊਗਾ ਸਾਰਾ। ਤੋ ਜੇ ਇਹਨੂੰ ਸਾਰੀ ਚੀਜ਼ ਖਿਲਾਰੇ ਨੂੰ ਇਕੱਠਾ ਕਰ ਲਈ ਆਪਾਂ, ਬਹੁਤ ਜ਼ਿਆਦਾ ਪਾਲਿਆ ਤਾਂ ਆਪਾਂ ਹੁਣ ਉਧਰ ਨੂੰ ਚੱਲਦੇ ਹਾਂ। ਚਲੋ ਉਹ ਥੋੜਾ ਦੇਖਦੇ ਆ ਸਾਰਾ ਜੀ। ਆ ਮੁਰਗੀਆਂ ਵਾਲਾ ਦਿਖਾਓ ਮਾੜਾ ਜਿਹਾ। ਮੁਰਗੀਆਂ ਦਾ ਇਹ ਸਿਸਟਮ ਹੈ ਜੀ, ਇਹ ਹਾਂਜੀ ਮੁਰਗੀਆਂ ਦਾ ਸਹਿਜ ਗਿਆਨ ਇਹ ਹੁੰਦਾ ਕਿ ਵੀ ਇਹ ਜਿੱਥੇ ਘੁੰਮਦੀਆਂ ਨੇ ਉੱਥੇ ਬਿੱਠਾ ਪੁੱਠਾ ਨਹੀਂ ਕਰਦੀਆਂ ਜੀ। ਅੱਛਾ। ਔਰ ਰਾਤ ਨੂੰ ਇਹ ਉੱਚੀ ਜਗ੍ਹਾ ਤੇ ਜਾ ਕੇ ਸੌਂਦੀਆਂ ਨੇ। ਪੰਛੀ ਹੈ ਨਾ ਇਹ, ਤੇ ਆਲਣੇ ਦੇ ਵਿੱਚ ਹੀ ਆਂਡਾ ਦਿੰਦਾ। ਤੋ ਇਹਨੂੰ ਇਹਦਾ ਵੀ ਸਾਈਜ਼ ਸੂਈਜ਼ ਹੈਗੇ ਨੇ ਵੀ ਕਿੰਨੀਆਂ ਮੁਰਗੀਆਂ ਵਾਸਤੇ ਕੀ ਸਾਈਜ਼ ਹੋਣਾ ਚਾਹੀਦਾ। ਅੱਛਾ, ਇਹ ਉਰੇ ਬਿੱਠਾ ਨਹੀਂ ਕਰਦੀਆਂ? ਬਿਲ ਦੇਖੋ ਕੋਈ ਇੱਕ ਵੀ ਨਹੀਂ ਮਿਲਣੀ ਤੁਹਾਨੂੰ। ਇਹ ਬੜਾ ਕਮਾਲ ਹੈ। ਵੈਸੇ ਆਮ ਮੁਰਗੀਆਂ ਤਾਂ ਬਿੱਠਾ ਕਰਾਂ ਜਿੱਥੇ ਰੱਖੀ ਨਹੀਂ, ਉਰੇ ਨਹੀਂ ਕਰਦੀਆਂ ਜੀ। ਇਹ ਰਾਤ ਨੂੰ ਆ ਪੌੜੀ ਚੜ੍ਹ ਕੇ ਇੱਥੇ ਆ ਜਾਂਦੀਆਂ ਹਨੇਰੇ ਹੋਏ ਤੋਂ ਬਾਅਦ। ਅੱਛਾ। ਇਹਦੇ ਵਿੱਚ ਇਹਨਾਂ ਨੇ ਆ ਜਾਣਾ, ਜਿੰਨੀ ਬੈਠੇ ਇਹਨਾਂ ਨੇ ਕਰਨੀ ਹੈ ਇੱਥੇ ਹੀ ਕਰਨੀ ਹੈ ਜੀ। ਕਮਾਲ ਹੈ। ਇਹਦੇ ਉੱਪਰ ਸੌਂਦੀਆਂ ਨੇ। ਆ ਜਿਹੜਾ ਡੰਡਾ ਲੱਗਿਆ ਹੋਇਆ, ਸ਼ਾਮ ਨੂੰ ਮੈਂ ਤੁਹਾਨੂੰ ਫੋਟੋ ਖਿੱਚ ਕੇ ਭੇਜ ਦੂੰਗਾ, ਆਪਣੇ ਆਪ ਆ ਜਾਣਗੀਆਂ। ਆਂਡਾ ਇਹਨਾਂ ਨੇ ਦੇਣਾ ਜਾ ਕੇ ਆਪਣੇ ਘੋਂਸਲੇ ਦੇ ਵਿੱਚ। ਇਹ ਆ ਇਧਰਲੇ ਪਾਸੇ ਇਹਦੇ ਵਿੱਚ ਇਹਦੇ ਘੋਂਸਲੇ ਬਣੇ ਹੋਏ ਨੇ। ਆਂਡਾ ਇੱਥੇ ਹੀ ਦੇਣਗੀਆਂ ਇਹ। ਕੀ ਬਾਤ। ਤਾਂ ਤੁਸੀਂ ਕੁਝ ਨਹੀਂ ਕਰਨਾ, ਇੱਥੋਂ ਆ ਕੇ ਆਂਡੇ ਚੱਕਣੇ ਨੇ। ਘਰ ਦਾ ਜਿਹੜਾ ਤੁਹਾਡਾ ਰਸੋਈ ਦਾ ਬਚਿਆ ਹੋਇਆ ਸਮਾਨ ਹੈ ਇਹਨਾਂ ਨੂੰ ਦੇ ਦਿਓ, ਛਕ ਜਾਂਦੀਆਂ ਨੇ, ਉਹਨੂੰ ਆਂਡਾ ਬਣਾ ਕੇ ਤੁਹਾਨੂੰ ਫੜਾ ਦਿੰਦੀਆਂ ਨੇ ਇਹ ਜੀ। ਆ ਜਾਓ ਇੱਧਰ। ਹੁਣ ਆ ਜਿਹੜੇ ਫੱਟੇ ਲਾਏ ਹੋਏ ਥਾਨੇ, ਇਹ ਦਿਖਾਓ ਮੈਨੂੰ। ਹੈ ਜੀ। ਮੈਂ ਤਾਂ ਗੈਲ ਗੈਲ ਟਮਾਟਰ ਵੀ ਖਾ ਰਿਹਾ। ਤੁਹਾਨੂੰ ਐਂ ਲੱਗ ਰਿਹਾ ਵੀ ਟਮਾਟਰ ਖਾ ਰਹੇ ਹੋ ਕਿ ਸਟ੍ਰਾਬੇਰੀ ਖਾ ਰਹੇ ਹੋ? ਬਹੁਤ ਸਵਾਦ ਹੈ। ਇਹਦੀ ਜਿਹੜੀ ਮਿਠਾਸ ਹੈ ਸਾਰੀ ਦੀ ਸਾਰੀ ਉਹ ਉਹਦੇ ਵਿੱਚੋਂ ਹੀ ਆਣੀ ਹੈ। ਜੇ ਤੁਸੀਂ ਕਹੋ ਵੀ ਬਿਨਾਂ ਕੈਮੀਕਲ ਤੋਂ ਸਾਈਜ਼ ਨਹੀਂ ਬਣਦਾ ਤਾਂ ਇੱਕ ਵਾਰੀ ਆ ਵੀ ਦੇਖ ਲਓ। ਅੱਛਾ, ਇਹ ਕਹੇ ਨਾ, ਵਾਹ ਜੀ ਵਾਹ, ਚੁਕੰਦਰ। ਇਹ ਨਹੀਂ ਹੈ ਕਿ ਵੀ ਤੁਸੀਂ ਕਹੋ ਵੀ ਸਾਈਜ਼ ਨਹੀਂ ਬਣਦਾ। ਜੇ ਤੁਸੀਂ ਕਹੋ ਇੱਕ ਜੇ ਮਾਂ ਦੇ ਵਿੱਚ ਸਟਰੈਂਥ ਹੈ ਤਾਂ ਹੀ ਉਹ ਜ਼ਿਆਦਾ ਬੱਚੇ। ਹਾਂ, ਇੰਨੇ ਕਿਸ ਤਰ੍ਹਾਂ। ਹਾਂ, ਆਹ ਦੇਖੋ, ਇਹ ਸਾਰੀ ਖੇਡ ਹੀ ਜ਼ਮੀਨ ਦੀ ਹੈ ਜੀ। ਜੇ ਤੁਹਾਡੀ ਜ਼ਮੀਨ 'ਚ ਤਾਕਤ ਹੈਗੀ ਹੈ ਤਾਂ ਇਹ ਕੱਲਾ ਜਿਹੜਾ ਵੱਡ ਹੈ ਤੁਹਾਨੂੰ ਇਹਦਾ ਅਮਰੂਦ ਬਣਦਾ ਤੁਸੀਂ ਦੇਖੋਗੇ। ਔਰ ਇਹਨੂੰ ਜੇ ਉਲਟਾ ਕੈਮੀਕਲ ਪਾਓਗੇ ਤਾਂ ਉਲਟੀ ਪ੍ਰੋਡਕਸ਼ਨ ਇਹਦੀ ਘਟਣੀ ਹੈ, ਇਹ ਵੱਧਦੀ ਨਹੀਂ ਹੈਗੀ। ਪਰ ਇਹ ਗੱਲ ਆਮ ਜ਼ਿਮੀਂਦਾਰ ਤਾਂ ਨਹੀਂ ਸਮਝ ਸਕਦਾ, ਔਖਾ ਬੜਾ। ਦੇਖ ਔਖਾ ਹੈ, ਸੌਖਾ ਨਹੀਂ ਹੈਗਾ। ਔਰ ਜਿਹੜੇ ਇੱਕ ਤਾਂ ਰੌਲਾ ਪਾਉਂਦੇ ਨੇ ਨਾ ਵੀ 6 ਲੱਖ ਰੁਪਈਆ ਏਕੜ, 12 ਲੱਖ ਰੁਪਏ ਏਕੜ। ਤੁਸੀਂ 6 ਲੱਖ 12 ਲੱਖ ਹਟਾਓ ਆਪਣੇ ਦਿਮਾਗ ਦੇ ਅੰਦਰੋਂ ਪਹਿਲਾਂ ਤਾਂ। ਤੁਸੀਂ ਜੇ ਕੋਈ ਵਪਾਰ ਵੀ ਕਰਨਾ, ਪਹਿਲਾਂ ਕੁਛ ਦੇਰ ਟਾਈਮ ਪੈਸਾ ਇਨਵੈਸਟਮੈਂਟ ਕਰਨੀ ਪਊਗੀ, ਫਿਰ ਇੱਕ ਆਊਟਪੁੱਟ ਆਊਗੀ ਨਾ। ਜਿਹੜੀ ਜ਼ਮੀਨ ਦਾ ਤੁਸੀਂ ਬੇੜਾ ਗਰਕ ਕਰ ਰੱਖਿਆ, ਅੱਜ ਤੁਸੀਂ ਇੱਕ ਸਿਰੇ ਤੋਂ ਦੇਖ ਲਓ, ਦੂਸਰੇ ਸਿਰੇ ਤੱਕ ਤੁਹਾਨੂੰ ਖੇਤ ਹਜ਼ਾਰਾਂ ਏਕੜਾਂ ਹੀ ਦਿਖਦਾ। ਕੋਈ ਪੇੜ, ਕੋਈ ਰੁੱਖ ਨਜ਼ਰ ਆਉਂਦਾ ਤੁਹਾਨੂੰ ਉਹਦੇ ਤੇ? ਰੁੱਖਾਂ की ਤਾਂ मैं बात करा, वो जिमीदार कहा भी रुख नहीं यार, मानू कहा भी रुख ने 100 ने फसल मार दी मारी। ਅਸੀਂ 1.25 ਲੱਖ ਰੁਪਏ 1.25 ਲੱਖ ਰੁੱਖ ਲਾਏ ਸੀਗੇ ਕਿਸੇ ਕੰਪਨੀ ਨਾਲ ਰਲ ਕੇ। ਪਹਿਲਾਂ ਤਾਂ ਕੰਬਾਈਨਾਂ ਵਾਸਤੇ ਜਗ੍ਹਾ ਛੱਡਦੇ ਸੀ ਅਸੀਂ, ਹੌਲੀ ਹੌਲੀ ਦੇਖਿਆ ਵੀ ਖੁਰਚ ਕੇ
ਉਹ ਵੀ ਗੱਡੀ ਚਾੜਦੀ ਹੈ ਸਾਰੇ ਦੇ ਸਾਰੇ। ਨਹੀਂ ਮੜਾ ਜਿਹਾ ਦੱਸੋ ਹਾਂਜੀ ਵੀ ਜਿਹੜਾ ਆਮ ਜ਼ਿਮੀਂਦਾਰ ਕਹਾ ਵੀ ਰੁੱਖ ਤੇ ਵੀ ਛਾਂ ਹੋ ਗਈ ਮੇਰੀ ਫਸਲ ਮਰ ਜਾਏਗੀ, ਥਮੇ ਕਿਆ ਕਹਾ ਵੀ ਰੁੱਖਾ ਹੋਣਾ ਜ਼ਰੂਰੀ ਹੈ ਖੇਤ ਮਾ? ਦੇਖੋ ਜੀ ਗੱਲ ਇਹ ਹੈ ਕਿ ਜਿਹੜੀ ਕੁਦਰਤ ਨਾ ਉਹ ਕਿਵੇਂ ਡਿਜ਼ਾਈਨ ਹੋਈ ਆ। ਪਹਿਲਾਂ ਤਾਂ ਜ਼ਮੀਨ ਦੇ ਥੱਲੇ ਕੰਧ ਮੂਲ ਲੱਗਦੇ ਨੇ, ਫਿਰ ਜ਼ਮੀਨ ਦੇ ਉੱਪਰ ਧਰਤੀ ਕਦੀ ਨੰਗੀ ਨਹੀਂ ਰਹਿੰਦੀ ਹੈਗੀ। ਜੇ ਧਰਤੀ ਤੋਂ ਤੁਸੀਂ ਘਾਹ ਪੱਟ ਦੋਗੇ ਜਾਂ ਕੁਝ ਕਰ ਦੋਗੇ, ਉਹ ਇੱਕ ਤਰ੍ਹਾਂ ਦਾ ਸਕਾਰ, ਇੱਕ ਤਰ੍ਹਾਂ ਦਾ ਕੱਟ ਲੱਗਿਆ ਹੋਇਆ ਧਰਤੀ ਤੇ, ਉਹਦੇ ਤੇ ਇਮੀਡੀਏਟਲੀ ਕੁਝ ਨਾ ਕੁਝ ਉਗਾਊਗੀ ਉਹ ਧਰਤੀ ਉਹਦੇ ਉੱਪਰ। ਉਸ ਤੋਂ ਬਾਅਦ ਫਿਰ ਤੁਹਾਡੀਆਂ ਬੁਸ਼ਸ ਹੋ ਗਈਆਂ, ਛੋਟੀਆਂ ਝਾੜੀਆਂ, ਫਿਰ ਉਦੋਂ ਬਾਅਦ ਤੁਹਾਡੇ ਛੋਟੇ ਪੇੜ ਹੋ ਗਏ, ਉਹਨਾਂ ਤੇ ਬੇਲਾਂ ਚੜ ਗਈਆਂ, ਉਹਦੇ ਉੱਪਰ ਵੱਡੇ ਪੇੜ ਕੈਨਪੀ ਵਾਲੇ, ਉਹਦੇ ਉੱਪਰ ਇਮਰਜੈਂਟ ਪੇੜ ਜਿਹੜੇ 70 80 ਫੁੱਟ ਉੱਚੇ ਸੀਗੇ। ਔਰ ਹਰੇਕ ਲੈਵਲ ਦੇ ਅੱਡੋ ਅੱਡੀ ਪ੍ਰਾਣੀ ਨੇ। ਜੇ ਸਭ ਤੋਂ ਇਮਰਜੈਂਟ ਟਰੀਜ਼ ਦੇਖੋ ਤਾਂ ਇੱਲਾਂ ਚੀਲਾਂ ਉਹਦੇ ਤੇ ਬੈਠਦੀਆਂ ਸੀ, ਅੱਜ ਤੁਹਾਨੂੰ ਗਿੱਧ ਨਜ਼ਰ ਆਉਂਦੀ ਹੈ ਕਿਤੇ? ਖਤਮ ਹੋ ਗਏ, ਉਹਦਾ ਘਰ ਹੀ ਖਤਮ ਕਰਦਾ ਤੁਸੀਂ। ਤੋ ਜੇ ਸੰਰਕਸ਼ਣ ਨਹੀਂ ਹੈਗਾ ਤੁਹਾਨੂੰ, ਮਤਲਬ ਛਾਂ, ਕਈ ਬੂਟਿਆਂ ਨੂੰ ਛਾਂ ਚਾਹੀਏ, ਜੇ ਛਾਂ ਨਹੀਂ ਹੈ ਤਾਂ ਬੂਟਾ ਸਹੀ ਨਹੀਂ ਹੋਊਗਾ ਉਹ। ਲੇਕਿਨ ਜਿਹੜੇ ਮੋਡੀਫਾਈਡ ਸੀਡਸ ਨੇ ਉਹ ਬਣਾਈ ਇਸ ਤਰ੍ਹਾਂ ਹੋਏ ਨੇ, ਅਸੀਂ ਤਾਂ ਉੱਤੇ ਗ੍ਰੀਨ ਨੈਟ ਕਰਿਆ ਹੀ ਇਸੇ ਕਰਕੇ ਹੋਇਆ ਕਿ ਜਿਹੜੇ ਉਹਨਾਂ ਨੂੰ ਓਨੀ ਕੀ ਲਾਈਟ ਚਾਹੀਦੀ ਹੈ। ਤੋ ਜਿਹੜੀ ਚੀਜ਼ ਛਾਂ 'ਚ ਹੋਣੀ ਹੈ, ਹੁਣ ਹਲਦੀ ਛਾਂ 'ਚ ਹੋਣੀ ਹੈ ਨਾ, ਹੁਣ ਬਗੈਰ ਛਾਂ ਵਾਲੀ ਵੀ ਕਰ ਲਈ ਉਹਨਾਂ ਨੇ ਸਾਰਾ ਕੁਝ। ਉਹ ਤਾਂ ਕੁਦਰਤ ਦੇ ਖਿਲਾਫ ਤੁਸੀਂ ਚੱਲੋਗੇ ਨਾ ਜੀ। ਤੁਸੀਂ ਇੱਕ ਬਿਮਾਰੀ ਦਾ ਇਲਾਜ ਕੱਢੋਗੇ, ਕੁਦਰਤ ਦੋ ਹੋਰ ਅੱਗੇ ਲਿਆ ਕੇ ਖੜੀ ਕਰ ਦੇਗੀ। ਤੁਸੀਂ ਉਹਦਾ ਇਲਾਜ ਕੱਢੋਗੇ, ਕੁਦਰਤ ਤੁਹਾਡੇ ਤੋਂ ਇੱਕ ਕਦਮ ਸਹੀ ਅੱਗੇ ਹੈ, ਉਹ ਆਪਣੇ ਆਪ ਨੂੰ ਸਹੀ ਕਰਦੀ ਹੈ ਸਭ ਤੋਂ ਜ਼ਿਆਦਾ। ਹੁਣ ਉਹਨੂੰ ਐ ਪਤਾ ਲੱਗ ਗਿਆ ਵੀ ਸਭ ਤੋਂ ਬੜੀ ਗਲਤੀ ਬੰਦਾ ਬਣਾਈ ਦੀ ਹੈ, ਹੁਣ ਉਹਨੂੰ ਖਤਮ ਕਰਨ ਲੱਗੀ ਹੋਈ ਹੈ। ਤੋ ਕੁਦਰਤ ਦੇ ਅੱਗੇ ਤਾਂ ਮਤਲਬ ਕਿ ਸਾਰਾ ਕਹਿਣੇ ਦਾ ਮਤਲਬ ਹੈ ਵੀ ਖੇਤ ਮਾਂ ਜੇ ਫਸਲ ਹੈ ਤਾਂ ਦਰਖਤਾਂ ਦਾ ਹੋਣਾ ਉਨਾ ਹੀ ਜ਼ਰੂਰੀ ਹੈ। ਉਸ ਤੋਂ ਬਗੈਰ ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਮਾਈਕਰੋਬੀਅਲ ਐਕਟੀਵਿਟੀ, ਇੱਕੋ ਹੀ ਤਰ੍ਹਾਂ ਦੇ ਜੀਵਾਣੂ ਉਹਦੇ 'ਚ ਆ ਰਹੇ ਨੇ ਲਗਾਤਾਰ। ਧੁੱਪ ਹੈ, ਜ਼ਮੀਨ ਸੜ ਰਹੀ ਹੈ ਤੁਹਾਡੀ, ਇੱਕੋ ਹੀ ਤਰ੍ਹਾਂ ਦਾ ਤੁਹਾਡੇ ਕੋਲ ਉਹਦੇ ਫਰੂਟ ਆ। ਉਹ ਵੀ ਤੁਸੀਂ ਉਹ ਕੁਦਰਤੀ ਥੋੜ੍ਹਾ ਉਹਦੇ 'ਚ ਤਾਂ ਤੁਸੀਂ ਕੈਮੀਕਲ ਪਾ ਕੇ ਉਹਦੇ ਕਣਕ ਵਰਗੀ ਜਾਂ ਇੱਕ ਬੂਟੇ ਵਰਗੀ ਇੱਕ ਚੀਜ਼ ਬਣਾ ਰਹੇ ਹੋ ਤੁਸੀਂ। ਕੁਦਰਤੀ ਕਹਿਣਾ ਤਾਂ, ਕੁਦਰਤੀ ਖੇਤੀ ਕਹਿਣਾ ਗਲਤ ਹੈ, ਕਿਉਂਕਿ ਕੁਦਰਤ ਤੇ ਖੇਤੀ ਦੋ ਅਲੱਗ-ਅਲੱਗ ਚੀਜ਼ਾਂ। ਕੁਦਰਤ ਤਾਂ ਆਪਣੇ ਆਪ ਹੀ ਉਗਦੀ ਹੈ ਤੇ ਹਰ ਤਰ੍ਹਾਂ ਦੇ ਤੁਹਾਡੇ ਕੋਲੇ ਅਲੱਗ-ਅਲੱਗ ਸਾਈਜ਼ ਦੇ ਉਹ ਹੋਣੇ ਚਾਹੀਦੇ ਨੇ, ਪੇੜ ਹੋਣੇ ਚਾਹੀਦੇ ਨੇ, ਸ਼ਰਬਸ ਹੋਣੇ ਚਾਹੀਦੇ ਨੇ, ਮਲਟੀਪਲ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਡਿਊਸ ਹੋਣੀਆਂ ਚਾਹੀਦੀਆਂ ਨੇ। ਉਹਦੀ ਗੁਣਵੱਤਾ ਹੋਊਗੀ, ਉਹਨੂੰ ਸੇਲ ਕਰਨਾ ਵੀ ਆਸਾਨ ਹੋਊਗਾ। ਤੋ ਸਾਰਾ ਫੋਕਸ ਹੀ, ਜੇ ਕਿਸਾਨ ਇੱਕ ਤਰ੍ਹਾਂ ਵੈਸੇ ਮੰਗ ਰਹੇ ਨੇ ਵੀ ਸਾਡਾ ਸੌਦਾ ਖਰੀਦ ਲਓ, ਤਾਂ ਉਹਨਾਂ ਨੂੰ ਵੀ ਪਤਾ ਵੀ ਅਸੀਂ ਵੇਚ ਨਹੀਂ ਸਕਦੇ। ਪਰ ਜੇ ਇੱਥੇ ਤੁਸੀਂ ਦੇਖੋ 100 ਚੋਂ 100 ਨੰਬਰ ਕਿਸੇ ਨੂੰ ਨਹੀਂ ਦੇ ਸਕਦੇ। ਮੈਂ ਇਹੋ ਜਿਹਾ ਬੇਈਮਾਨ, ਮੈਨੂੰ ਪਤਾ ਮੇਰਾ ਵਿਕ ਜਾਣਾ, ਮੈਂ ਸਵਾਹ ਕੇ ਵੀ ਉਗਾਉਂਦਾ। ਅੱਜ ਮੈਂ ਮੰਡੀਆਂ 'ਚ ਜਾ ਕੇ ਦੇਖ ਕੇ ਆਓ ਤੁਸੀਂ, ਬੋਰੀਆਂ ਭਰੀਆਂ ਹੋਈਆਂ ਨੇ, ਅੱਧੀਆਂ ਪਾਣੀ 'ਚ ਡੁੱਬੀਆਂ ਹੋਈਆਂ ਨੇ, ਫੰਗਸ ਲੱਗ ਗਿਆ ਉਹਦੇ। ਹੈ ਕਿਸੇ ਨੂੰ ਪਰਵਾਹ ਵਿੱਚੇ ਮੇਰੇ? ਸੋ ਇਹ ਸਾਰਾ ਜੋ ਉੱਬਲ ਰਿਹਾ, ਜੋ ਬਲ ਰਿਹਾ, ਨਿਜਵਾਦ ਨੇ ਇੱਕ ਵਾਰ ਸਾਰੀ ਤਬਾਹੀ ਮਚਾ। ਸਾਡਾ ਨਿੱਜ ਸਭ ਤੋਂ ਅੱਗੇ ਹੈ ਔਰ ਉਹਦਾ ਅੰਤ ਵੀ ਕੋਈ ਨਹੀਂ ਹੈਗਾ। ਮਤਲਬ ਕਿਤੇ ਜਾ ਕੇ ਖੜੇ ਤਾਂ ਸਹੀ ਨਾ, ਕਿਤੇ ਜਾ ਕੇ ਤੁਸੀਂ ਵੱਡਾ ਬੰਦਾ ਛੋਟੇ ਬੰਦੇ ਨਾਲ ਜੋ ਵਿਹਾਰ ਕਰ ਰਿਹਾ ਉਹ ਤਾਂ ਦੇਖ ਰਹੇ ਹੋ। ਜੇ ਉਹਦੀ ਅਸਲੀਅਤ ਦੇਖਣੀ ਹੈ ਨਾ, ਤਾਂ ਜਦੋਂ ਆਪਣੇ ਤੋਂ ਛੋਟੇ ਨਾਲ ਉਹ ਵਿਹਾਰ ਕਰਦਾ ਉਦੋਂ ਵੇਖੋ ਵੀ ਕਿੱਥੇ ਖੜਾ ਹੋ। ਕੀ ਬਾਤ ਹੈ। ਤੋ ਜੇ ਮੈਂ ਕਹਾ ਸਾਡਾ ਜਿਹੜਾ ਬਰਬਾਦੀ ਦਾ ਕਾਰਨ ਹੈ, ਸਭ ਤੋਂ ਬੜਾ ਜਿਹੜਾ ਕਾਰਨ ਹੈ ਉਹ ਹੈ ਹੀ ਸਾਡਾ ਨਿੱਜ ਇੰਨਾ ਭਾਰੂ ਹੋ ਗਿਆ ਸਾਡੇ ਉੱਪਰ ਵੀ ਜਿਹਦਾ ਕੋਈ ਹਿਸਾਬ ਨਹੀਂ। ਬਾਹਰਲੇ ਪਾਸੇ ਗੁਰੂ ਨਾਨਕ ਸਾਹਿਬ ਕੀਆਂ ਲਿਖੀ ਹੋਈਆਂ ਉਹ ਬਾਤਾਂ ਤਾਂ ਬਹੁਤ ਦੂਰ ਚਲੀ ਗਈਆਂ। ਆਧਾਰ ਤਾਂ ਉਹੀ ਹੈ ਜੀ, ਜਿਵੇਂ ਨਾਨਕ ਦੀ ਗੱਲ ਜਿਹੜੀ ਉੱਥੇ ਮੈਂ ਲਿਖੀ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਮਤਲਬ ਨਾਨਕ ਬਹੁਤ ਬੜੇ ਸਾਇੰਸਦਾਨ ਹੈ ਜੇ ਤੁਸੀਂ ਸਹੀ ਢੰਗ ਨਾਲ ਦੇਖੋ। ਬਾਬਾ ਨਾਨਕ ਹੀ ਕਹਿੰਦਾ ਕਿ ਕੁਦਰਤ ਦੇ ਨਿਯਮਾਂ ਦੀ ਹਰ ਚੀਜ਼ ਬੰਨੀ ਹੋਈ ਹੈ, ਉਹਦੇ ਤੋਂ ਬਾਹਰ ਕੋਈ ਨਹੀਂ। ਕਿਵੇਂ? ਜੇ ਤੁਸੀਂ ਜਹਾਜ਼ ਉਡਾ ਰਹੇ ਹੋ ਤਾਂ ਤੁਸੀਂ ਗੁਰੂਤਵਾਕਰਸ਼ਣ ਨੂੰ ਸਮਝਿਆ ਹੈ, ਇਹਨੂੰ ਝੁਠਲਾਇਆ ਥੋੜ੍ਹਾ। ਜੇ ਤੁਸੀਂ ਇਹ ਬੂਟਾ ਉਗਾਉਣਾ, ਜੇ ਤੁਸੀਂ ਸਮਝ ਜਾਓਗੇ ਕਿ ਕਿਵੇਂ ਉਗਣਾ, ਤਾਂ ਇਹ ਉੱਗੂਗਾ ਹੀ ਉੱਗੂਗਾ। ਸਵਾਲ ਇਹ ਨਹੀਂ ਹੈਗਾ ਕਿ ਤੁਸੀਂ ਪੱਗ ਬੰਨੀ ਹੈ ਕਿ ਤਿਲਕ ਲਾਇਆ ਕਿ ਕੀ ਕਰਿਆ। ਅਸੀਂ ਸਿਰਫ ਕੰਡੀਸ਼ਨਾਂ ਸੈੱਟ ਰਾਈਟ ਕਰਨੀਆਂ ਨੇ। ਸਾਡੇ ਰੌਲਾ ਇੱਥੇ ਹੋ ਗਿਆ ਕਿ ਕੰਡੀਸ਼ਨਾਂ ਗੜਬੜ ਹੋ ਗਈਆਂ, ਜ਼ਮੀਨ ਵੀ ਗੜਬੜ ਹੋ ਗਈ ਸਾਰੀ ਦੀ ਸਾਰੀ, ਆਹ ਵੀ ਗੜਬੜ ਹੋ ਗਿਆ ਸਾਡਾ। ਮਤਲਬ ਸਾਡਾ ਇੰਨਾ ਜ਼ਿਆਦਾ ਨਿੱਜ ਭਾਰੂ ਹੋ ਗਿਆ ਆਪਣੇ ਆਪ ਦੇ ਉੱਪਰ ਕਿ ਕੋਈ ਉਹਦਾ ਅੰਤ ਨਹੀਂ ਹੈਗਾ, ਕੋਈ ਅੰਤ ਨਹੀਂ ਹੈਗਾ। ਪਾਣੀ ਅਸੀਂ ਕੱਢ ਕੇ ਸਭ ਪਤਾ ਸਾਨੂੰ ਕਿਹੜੀ ਇਹੋ ਜਿਹੀ ਗੱਲ ਹੈ ਜਿਹੜੀ ਕਿਸੇ ਨੂੰ ਨਾ, ਅਗਲਾ ਕਹਿੰਦਾ ਛੱਡ ਯਾਰ ਮੈਂ ਕੀ ਲੈਣਾ। ਇਹ ਕਹਾਣੀ ਪੜ੍ਹ ਰਹੇ ਆ, ਪਵਨ ਗੁਰੂ ਪਾਣੀ ਪੀਤਾ, ਪੰਪ ਸਪਰੇਅ ਵਾਲਾ ਚੱਲ ਰਿਹਾ ਨਾਲ ਚੱਲ ਰਿਹਾ ਨਾਲ। ਉਹ ਮਤਲਬ ਸਾਰਿਆਂ ਦੇ ਲਾਗੂ ਹੈ ਜੀ ਉਹ ਜਿਹੜਾ ਨਿੱਜ ਜਿਹੜਾ ਨਾ, ਪ੍ਰੋਬਲਮ ਹੀ ਸਾਰੀ ਨਿੱਜ ਦੀ ਆ ਕੇ ਆਪਾਂ ਜਿਹਨੂੰ ਮਰਜ਼ੀ ਗਾਲਾਂ ਕੱਢੀ ਜਾਈਏ। ਉਹ ਜੇ ਕੋਈ ਪਾਵਰ ਸਾਰੇ ਹੀ ਮੇਰੇ ਖਿਆਲ ਜ਼ਿੰਮੇਵਾਰ ਹੈ, ਸਾਰੇ ਜ਼ਿੰਮੇਵਾਰ ਹੈ, ਸਾਰੇ ਜ਼ਿੰਮੇਵਾਰ ਹੈ। ਤੇ ਜਦ ਤੱਕ ਸਾਡੀ ਆਪਣੀ ਸੋਚ ਨਹੀਂ ਸੁਧਰਦੀ, ਉਹ 2 ਜਨਰੇਸ਼ਨ ਤੋਂ ਬਾਅਦ ਸੁਧਰੂਗੀ, ਹਾਲੇ ਨਹੀਂ ਸੁਧਰਦੀ। ਅਜੇ ਮੈਨੂੰ ਸਮਝ ਨਹੀਂ ਆਉਂਦੀ ਹਾਲੇ ਨਹੀਂ। ਉਹ ਕਾਰਨ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੁੰਦੀ ਫਿਰ ਉਹਦਾ ਮੁੱਲ ਪੈਂਦਾ ਜੀ। ਜਦ ਤੁਹਾਡੇ ਕੋਲ ਪਾਣੀ ਹੈ ਹੀ ਨਹੀਂ, ਪਾਣੀ ਮੈਨੂੰ ਲੱਗਦਾ 5-10 ਸਾਲ ਕੱਟੇਗਾ ਬਸ।
ਨਹੀਂ, ਮੈਨੂੰ ਆਪਣੇ ਆ ਨੇੜੇ ਤੇੜਿਆਂ ਤੇ ਜ਼ਿਆਦਾ ਭਰੋਸਾ, ਛੇਤੀ ਖਤਮ ਕਰ ਦਾਂਗੇ ਅਸੀਂ ਜਿੰਨਾ ਅਸੀਂ ਡੂੰਘਾ ਜਾ ਰਹੇ ਹਾਂ। ਕੂੜੇ ਵਾਲਾ ਮਾੜਾ ਜਿਹਾ ਦੱਸੋ, ਤੁਹਾਨੂੰ ਕੂੜੇ ਵਾਲਾ ਬਹੁਤ ਵਧੀਆ ਕੂੜੇ ਦਾ ਭੋਗ ਪਾਵੇਂ। ਕੂੜੇ ਦਾ ਵੀ ਜਿਸ ਤਰ੍ਹਾਂ ਹਾਂ, ਜਿਹੜਾ ਕੂੜੇ ਵਾਲਾ ਕਿੱਥੇ ਕਰਿਆ ਤੁਹਾਨੂੰ ਠੀਕ ਲੋਡ ਕਰਿਆ ਤਾਂ ਖੜਾ? ਇਹ ਸਰਹੰਦ ਰੋਡ ਦੇ ਕੋਲੇ ਉੱਥੇ ਸੀਗਾ ਕੂੜੇ ਦਾ ਢੇਰ। ਇਹ ਜਿਹੜਾ ਕੂੜਾ ਹੈ ਇਹ ਜੀ ਜੀ 1 ਮਿੰਟ ਪਹਿਲਾਂ ਤਾਂ ਖਾਣਾ ਹੈ ਨਾ ਤੁਹਾਡਾ, 1 ਮਿੰਟ ਬਾਅਦ ਕੂੜਾ ਬਣਦਾ ਨਾ ਜੀ। ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਪੌਸ਼ਟਿਕਤਾ, ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ, ਜਦੋਂ ਅਸੀਂ ਇਹਨੂੰ ਢੇਰ ਦੇ ਵਿੱਚ ਲਾਇਆ, ਜਿਵੇਂ ਮੈਂ ਤੁਹਾਨੂੰ ਗਾਜਰ ਜੂਸ ਦਾ ਦੱਸਿਆ, ਬਦਬੂ ਮਾਰ ਰਿਹਾ ਇਹਦੇ ਚੋਂ, ਲੀਚੇਟਸ ਨਿਕਲ ਰਹੇ, ਗੰਦਾ ਪਾਣੀ ਨਿਕਲ, ਤਾਂ ਕਰਨਾ ਕੀ ਹੈ ਤੁਸੀਂ ਇਹਨੂੰ ਫਰੋਲਣਾ ਤਾਂ ਕਿ ਇਹਦੇ 'ਚ ਹਵਾ ਆ ਜਾਵੇ ਥੋੜੀ ਜੀ। ਇਹਦੇ ਵਿੱਚ ਜੀਵਾਣੂ ਪਾਣੇ ਨੇ ਜਿਹੜੇ ਕਿ ਉਹਨੂੰ ਖਾ ਕੇ ਖਾਦ ਬਣਾ ਦੇਣੇ, ਬਸ ਇੰਨਾ ਹੀ ਕੰਮ ਹੈ। ਮਤਲਬ ਕਿ ਕਿੱਥੇ ਤੇ ਫਿਰ ਜੀਵਾਣੂ ਮਰ ਗਏ ਕਿ ਜੇ ਤੁਸੀਂ ਗੰਡੋਏ ਦੇ ਉੱਪਰ ਨਮਕ ਪਾ ਦੋਗੇ ਤਾਂ ਮਰ ਜੂਗਾ। ਨਹੀਂ, ਜੀਵਾਣੂ ਫਿਰ ਕੋਈ ਸਪੈਸ਼ਲ ਕੁਝ ਪਾਇਆ ਕੁਝ ਇੱਥੇ ਧਰਤੀ 'ਚ ਨੇ ਜੀ, ਆਪਣੇ ਆਪ ਆਪ ਇਹਦੇ 'ਚੋਂ ਕੱਢ ਲਓ ਤੁਸੀਂ। ਇਹਦੇ ਵਿੱਚ ਹਰੇਕ ਜਗ੍ਹਾ ਹੈਗੇ ਨੇ ਉਹ। ਆਹ ਪਾਣੀ ਤੇ ਜੀਵਾਣੂ ਦੇਖੋ, ਉਹਨੂੰ ਪਾਣੀ ਮਿਲ ਗਿਆ, ਖਾਣਾ ਉਹਦੇ ਵਿੱਚ ਹੈਗਾ। ਇਹਨੇ 40 ਦਿਨ ਦੇ ਵਿੱਚ 60% ਘਟਾਤਾ ਸੀ ਉਹਨੇ। 60%, ਯਾਨੀ 60% ਜ਼ਮੀਨ ਦਾ ਤੁਹਾਡੀ ਵੈਸੇ ਹੀ ਵਿਹਲੀ ਹੋ ਗਈ। ਉਦੋਂ ਬਾਅਦ ਇਹਨੂੰ ਝਾੜ ਲਓ। ਇਹਦੇ ਚੋਂ ਆਹ ਜਗਾੜ ਵੀ ਅਸੀਂ ਆਪੇ ਬਣਾਇਆ ਸੀਗਾ। ਬਲੈਤੀ ਤਾਂ ਫਿਰ ਤੁਹਾਨੂੰ ਪਤਾ ਪੈਸੇ ਆਪਣੇ ਹਿਸਾਬ ਨਾਲ ਮੰਗਦੇ ਆ। ਉਸ ਤੋਂ ਬਾਅਦ ਜਦੋਂ ਇਹਨੂੰ ਝਾੜਿਆ, ਉਹਦੇ ਚੋਂ ਪਲਾਸਟਿਕ ਸਾਰਾ ਅਲੱਗ ਹੋ ਗਿਆ, ਬਾਕੀ ਖਾਦ ਹੋ ਗਈ ਜੀ। ਉਹ ਖਾਦ ਲੋਕਾਂ ਨੇ ਖੇਤਾਂ ਖੁੱਤਾਂ 'ਚ ਪਾ ਲਈ। ਵੈਸੇ ਹਾਂ, ਫਿਰ ਤੁਹਾਨੂੰ ਉਰੇ ਬਰਫੀ ਖਾਈ। ਹਾਂ, ਇਹ ਫਿਰ ਪੰਨੂ ਸਾਹਿਬ ਵੀ ਤੇ ਹੋਰ ਵੀ ਡਾਇਰੈਕਟਰ ਸਾਰੇ ਆਏ ਸੀ। ਅਸੀਂ ਉਹਨਾਂ ਨੂੰ ਬਰਫੀ ਤਾਂ ਖਵਾਈ ਕਿ ਜਦੋਂ ਇਹ ਟੁੱਟ ਕੇ ਖਾਦ ਬਣ ਗਿਆ, ਉਦੋਂ ਬਦਬੂ ਨਹੀਂ ਮਾਰਦਾ। ਇਹ ਬਦਬੂ ਉਦੋਂ ਮਾਰੂਗਾ ਜਦੋਂ ਜ਼ਹਿਰ ਹੈ। ਤਾਂ ਉੱਥੇ ਕੋਈ ਸਮੈਲ ਨਹੀਂ, ਕੋਈ ਕੁਛ ਨਹੀਂ। ਮੁੜ ਕੇ ਆ ਕੰਪੋਸਟ ਸਾਰੀ ਖੇਤਾਂ 'ਚ ਪੈ ਕੇ ਵਰਤੀ ਗਈ। ਪਲਾਸਟਿਕ ਜਿਹੜਾ ਉਹ ਇਹਨਾਂ ਨੇ ਫਰਨਸਾਂ 'ਚ ਸਾੜ ਛੂੜ ਲਿਆ। ਤਾਂ ਹੱਲ ਤਾਂ ਹਰ ਚੀਜ਼ ਉਸਕੇ ਵਿੱਚ ਕੀ ਰੱਖਿਆ ਵਾ ਤੁਹਾਨੂੰ? ਉਹਦੇ 'ਚ ਕਮਲ ਲਾਏ ਹੋਏ ਨੇ ਜੀ, ਸਿਮੈਂਟ ਕੇ ਉਸਕੇ ਵਿੱਚ। ਇਹਦੇ 'ਚ ਕਮਲ ਲੱਗੇ ਹੋਏ ਨੇ ਇਹਦੇ ਵਿੱਚ? ਹਾਂ, ਇਹ ਆਹ ਵਾਲੇ 2 ਕਮਲ ਹੈ। ਹੁਣ ਆ ਜਾਣਗੇ, ਇਹ ਆਹ ਦੇਖੋ। ਅੱਛਾ, ਇਹ ਆ ਜਾਣਗੇ ਥੋੜੀ ਦੇਰ ਦੇ ਵਿੱਚ ਨਾ, ਗਰਮੀ ਕਰਕੇ ਥੋੜਾ ਜਿਹਾ। ਕਮਲ ਦੇ ਜਿਹੜੇ ਆਪਣੇ ਫੁੱਲ, ਕਮਲ ਦੇ ਫੁੱਲ ਆ ਲੱਗੇ ਹੋਏ ਨੇ। ਇਹ ਹੁਣ ਆਣਗੇ ਕਿ ਵੀ ਇੱਕ ਆਹ 2 ਕਮਲ ਇਹਦੇ ਚ ਨੀਲ ਵਾਲਾ। ਇੱਕ ਥਾਂ ਜਿਹੜਾ ਉਹ ਮੇਰੇ ਖਿਆਲ ਤੇ ਕਹਿ ਰਹੇ ਬੂਟੇ ਲਗਾ ਹਰਿਆਣੇ ਮਾ ਕਰਿਆ ਵੀ ਬਿਨਾਂ ਕਿਸੇ ਮਸ਼ੀਨ ਚਲਾਏ। ਇਹਦੇ ਵਿੱਚ ਵੀ ਕਹਾਣੀ ਸਾਰੀ ਉਹੀ ਹੈ ਜੀ, ਮਿੱਟੀ ਵਾਲੀ ਬਿਨਾਂ ਮਸ਼ੀਨ ਵੀ ਚਲਾਈ ਕੋਈ ਲੋੜ ਨਹੀਂ ਹੈ ਜੀ। ਜਿਹੜਾ ਮਲ ਮੂਤਰ ਸੀਵਰੇਜ ਦਾ ਪਾਣੀ 5 ਲੱਖ ਲੀਟਰ ਰੋਜ਼ ਦਾ ਆ ਰਿਹਾ ਉੱਥੇ, ਇਹਦੇ ਵਿੱਚ ਜੋ ਅਸੀਂ ਗਿਰਾਇਆ ਉਹ ਹੈ। ਜੋ ਅਸੀਂ ਗਿਰਾਇਆ ਉਹ ਬੂਟਿਆਂ ਦਾ ਤੇ ਜੀਵਾਣੂਆਂ ਦਾ ਖਾਣਾ ਹੈ। ਅਸੀਂ ਕੁਝ ਨਹੀਂ ਕਰਿਆ। ਇਹਦੇ ਵਿੱਚ ਐ ਢਾਲਾਂ ਬਣਾ ਲਈਆਂ ਤਾਂ ਕਿ ਇਹਦੇ 'ਚ ਹਵਾ ਪੈਦਾ ਹੋ ਜਾਵੇ। ਔਰ ਉਹਦੇ ਅੱਗੇ ਆ ਬੂਟੇ ਲਾਤੇ ਜੀ। ਬੂਟਿਆਂ ਦੀਆਂ ਜੜ੍ਹਾਂ ਨੇ ਉਹ ਸਾਰੀ ਗੰਦਗੀ ਖਾ ਲਈ। ਔਰ ਪਾਣੀ ਆ ਜਿਵੇਂ ਬਿਸਲਰੀ ਦਾ ਪਾਣੀ ਹੁੰਦਾ, ਇਹਨੂੰ ਪੀ ਨਹੀਂ ਸਕਦੇ ਕਿਉਂਕਿ ਪੈਥੋਜਨਸ ਹੁੰਦੇ ਆ, ਪਰ ਖੇਤੀਬਾੜੀ ਵਾਸਤੇ ਬਹੁਤ ਵਧੀਆ। ਜਿੱਥੇ ਇਹ 2.5-3 ਕਰੋੜ ਦਾ ਲੱਗਦਾ, ਇਹ ਸਾਰੇ 35-40 ਲੱਖ ਰੁਪਏ ਦਾ ਲੱਗਿਆ ਸੀਗਾ ਜਗਾੜ ਸਾਰਾ। ਤੇ 1 ਹਾਰਸ ਪਾਵਰ ਦੀ ਵੀ ਮੋਟਰ ਨਹੀਂ ਲੱਗੀ, ਲੋੜ ਨਹੀਂ, ਬਸ ਇਦਾਂ ਹੀ ਸਾਫ਼ ਹੋ ਗਿਆ। ਢਾਲ ਤੋਂ ਪਾਣੀ ਗਿਰ ਰਿਹਾ ਹੈ, ਬੂਟਿਆਂ ਦੇ ਵਿੱਚ ਦੀ ਲੰਘ ਰਿਹਾ ਹੈ। ਔਰ ਇਹ ਮੇਰੀ ਟੈਕਨੋਲੋਜੀ ਨਹੀਂ ਹੈਗੀ, ਐਸਟੈਬਲਿਸ਼ਡ ਟੈਕਨੋਲੋਜੀ ਹੈ, ਕੰਸਟਰਕਟਡ ਵੈਟਲੈਂਡ ਕਹਿੰਦੇ ਨੇ। ਉਹ ਬਣਾਇਆ। ਇਹ ਰੇਨ ਵਾਟਰ ਹਾਰਵੈਸਟ ਹੈ ਜੀ। ਉੱਪਰੋਂ ਜਿੰਨਾ ਛੱਤ ਦਾ ਪਾਣੀ ਹੈ, ਆ ਸਾਰਾ ਇੱਥੋਂ ਅਸੀਂ ਇਹਦੇ ਥੱਲੇ 52 ਲੱਖ ਲੀਟਰ ਪਾਣੀ ਟੈਂਕੇ ਵਾਲੇ। ਹਾਂ, ਇਹਦੇ ਥੱਲੇ ਫਸਕੇਟ ਆ ਦੇਖੋ ਨਾ, ਸਾਰਾ ਜਿੰਨਾ ਪਾਣੀ ਇੱਥੇ ਤੁਸੀਂ ਦੇਖੋਗੇ, ਇਹ ਸਾਰਾ ਰੇਨ ਵਾਟਰ ਸਟੋਰਡ ਵਾਟਰ ਹੀ ਹੈ। ਇੱਥੇ ਅਸੀਂ ਬਾਹਰੋਂ ਇੱਕ ਤੁਪਕਾ ਵੀ ਨਹੀਂ ਵਰਤਦੇ ਜੀ। ਲੋੜ ਹੀ ਨਹੀਂ ਹੈਗੀ, ਪਾਣੀ ਤਾਂ ਇੰਨਾ ਡਿੱਗਦਾ ਉੱਪਰੋਂ, ਅਸੀਂ ਜੇ ਉਹਨੂੰ ਸਾਂਭ ਵੀ ਲਈਏ। ਮੱਖਣੀ ਸਾਹਿਬ, ਥਾਰੇ ਬਾ ਇੰਨੀ ਕਲਾਕਾਰੀ ਹੈ, ਤੁਹਾਨੂੰ ਤਾਂ ਸਰਕਾਰ ਨੂੰ ਆਪਣੀਆਂ ਸੇਵਾਵਾਂ ਦੇਣੀ ਚਾਹੀਦੀਆਂ। ਦਿੱਤੀਆਂ ਸਰ ਸਾਰੇ ਪਾਸੇ, ਸਾਰੇ ਪਾਸੇ ਸਰਕਾਰ ਲੈਂਦੀ ਨਹੀਂ ਸੇਵਾਵਾਂ। ਨਹੀਂ, ਮੈਂ ਸਰਕਾਰ ਅੱਖਰ ਨਹੀਂ ਵਰਤਣਾ ਚਾਹੁੰਦਾ। ਹਰੇਕ ਦਾ ਨਿੱਜ ਆਪਣਾ, ਹਰੇਕ ਬੰਨਿਆ ਹੋਇਆ। ਉਹੀ ਮਸਲਾ ਫੇਰ ਕੈਲਕੂਲੇਟਰ ਸਾਰਿਆਂ ਦੀ ਜੇਬ 'ਚ ਬਹੁਤ ਸਾਰੀਆਂ ਬਿੰਦੀਆਂ ਵਾਲੇ ਨੇ। ਜਿਹੜਾ ਬੰਦਾ ਕੰਮ ਕਰਨ ਵਾਲਾ, ਉਹਦੀ ਜ਼ਰੂਰਤ ਨਹੀਂ ਹੈ ਇੱਥੇ। ਕੰਮ ਉਹ ਕਰਨਾ ਜਿਹੜਾ ਨਜ਼ਰ ਨਾ ਆਵੇ, ਜਿਹਦੇ 'ਚ ਪੈਸੇ ਬਣਨ। ਜਿਹੜਾ ਨਜ਼ਰ ਆਊਗਾ ਉਹਦੇ ਤਾਂ ਗਿਣਤੀ ਮਿੰਤੀ ਹੋਊਗੀ ਨਾ ਜੀ। ਤੇ ਉਹ ਕਿਸੇ ਇੱਕ ਬੰਦਾ ਜਾਂ ਵਿਅਕਤੀ ਵਿਸ਼ੇਸ਼ ਤੇ ਉਂਗਲੀ ਰੱਖਣੀ ਬਿਲਕੁਲ ਗਲਤ ਹੋਊਗੀ। ਸਭ ਤੋਂ ਪਹਿਲਾਂ ਜੇ ਮੈਂ ਤੁਹਾਡੇ ਕੰਨੀ ਕਰ ਰਿਹਾ, 3 ਮੇਰੇ ਆਪਣੇ ਕੰਨੀ ਹੈ। ਜੇ ਮੈਂ ਸਹੀ ਹੋ ਗਿਆ, ਤੁਹਾਡੀ ਮਜਾਲ ਨਹੀਂ, ਤੁਸੀਂ ਟੇਢੇ ਹੋ ਜਾਓ। ਸ਼ੁਰੂ ਮੇਰੇ ਤੋਂ ਹੋਈ ਹੈ ਕਹਾਣੀ। ਸਰਕਾਰਾਂ ਨੂੰ ਫ੍ਰੀ ਕਰ ਕਰਕੇ ਦਿਖਾਇਆ, ਸਾਰਾ ਕੁਝ ਕਰਕੇ ਦਿਖਾਇਆ। ਤੇ ਆਪਣਾ ਜਿੰਨੀ ਮੇਰੀ ਪੂੰਜੀ ਸੀ 60-70 ਲੱਖ ਰੁਪਏ ਦੀ, ਠੰਡੀ ਕਰਕੇ ਹੁਣ ਮੈਂ ਆਰਾਮ ਨਾਲ ਪਾਣੀ ਪੂਣੀ ਪੀਣਾ ਉਹਦੇ ਬੇਟਾ। ਹਟਦਾ ਮੈਂ ਵੀ ਨਹੀਂ, ਜੇ ਤੁਸੀਂ ਨਹੀਂ ਹਟਦੇ ਤਾਂ ਮੈਂ ਕਿਉਂ ਹਟੂੰਗਾ। ਤਾਂ ਅਸੀਂ ਹੁਣ ਡੇਅਰੀ ਦੇ ਉੱਤੇ ਥੋੜ੍ਹਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇਹਦੀ ਇਨਪੁਟ ਸਾਰੀ ਗਊ ਦਾ ਜਿਹੜਾ ਆਰਗੈਨਿਕ ਮੈਟਰ ਹੈ ਉਹਦੇ ਤੋਂ ਸ਼ੁਰੂ ਹੁੰਦੀ ਹੈ। ਤੇ ਜਦੋਂ ਉਹ ਫੀਲਡ ਨੂੰ ਅਸੀਂ ਦੇਖਣਾ ਸ਼ੁਰੂ ਕੀਤਾ, ਸਮਾਰਟਨੈਸ ਉਹਦੇ 'ਚ ਵੀ ਕੋਈ ਨਾ ਸ਼ੁਰੂ ਹੈ ਨਾ ਕੋਈ ਉਹਦਾ ਅੰਤ ਹੈ। ਅੱਛਾ, ਚਲੋ ਮੈਂ ਸੋਚਾਂ ਵੀ ਆਪਾਂ ਭੋਗ ਪਾਵੇਂ। ਤੇ ਮੈਂ ਇੱਕ ਗੱਲ ਕਰ ਸਕਾਂ, ਮੈਂ ਕਿਹਾ ਜਿਹੜਾ ਮੂੰਹ ਹਾਸੀ ਵਾਲੀ ਗੱਲ ਵੀ ਵੈਸੇ ਵੀ ਆਪਾਂ ਜਿਹੜੇ ਸਾਰੇ ਬੰਦੇ ਘੱਟੋ ਘੱਟ ਸਾਰੇ ਨੇ ਅੱਧੇ ਖੇਤਾਂ ਵਿੱਚ ਜੰਗਲ ਪਾਣੀ ਚਲੇ ਜਾਇਆ ਕਰਨ ਤਾਂ ਫਾਇਦਾ ਨਹੀਂ ਹੋ ਸਕਦਾ। 101% ਤੁਸੀਂ ਕੀ ਨਹੀਂ ਸਰਕਾਰ ਨਹੀਂ, ਆਪਾਂ ਹੁਣ ਮੀਡੀਆ ਦੇ ਰਾਹੀਂ ਦਿਨ ਰਾਤ ਮੁਤਾਬਕ ਨਾਵਾ ਮਸ਼ਹੂਰੀ ਕਰਾ ਵੀ ਘਰਾਂ ਦੇ ਵਿੱਚ ਆਪਾਂ ਸਿੱਧੀ ਪੰਜਾਬੀ ਮੈਂ ਕਹਾਂ ਘਰ ਮਗੇ ਵਿੱਚ ਹਗੋ
ਉਹ ਪੁਰਾਣੇ ਬਜ਼ੁਰਗ ਇਹ ਕਰਦੇ ਵੀ ਯਾਰ ਘਰਾਂ ਆ ਕਰੇ ਤਾਂ ਸੋਚ ਹੀ ਨਹੀਂ ਸਕਦੇ ਕਦੇ ਆਪਾਂ ਘਰਾਂ ਆ ਕਰੇ। ਮਨਜੀਤ ਜੀ ਮੈਂ ਨਾ ਇੱਕ ਗੱਲ ਕਹੂੰਗਾ, ਇੱਕ ਬੰਦਾ ਝੂਠ ਬੋਲਦਾ ਕਿ ਨਹੀਂ ਉਹਦਾ ਪਤਾ ਨਹੀਂ ਹੁੰਦਾ। ਅਮਿਤਾਭ ਬੱਚਨ ਦਾ ਤਾਂ ਸਾਨੂੰ ਪਤਾ ਪੈਸੇ ਲੈ ਕੇ ਝੂਠ ਬੋਲਦਾ, ਉਹ ਤਾਂ ਕਰਨੀ ਐਕਟਿੰਗ ਹੈ ਉਹਨੇ ਤਾਂ। ਦੇਖੋ ਇਹ ਜਿੰਨੇ ਐਕਟਰ ਨੇ ਇਹ ਸਭ ਤੋਂ ਬੜੇ ਝੂਠੇ ਨੇ, ਇਹਨਾਂ ਤੋਂ ਬੜੇ ਪੋਲੀਟੀਸ਼ੀਅਨ ਝੂਠੇ, ਕਿਉਂਕਿ ਉਹ ਵਪਾਰ ਹੀ ਉਹਨਾਂ ਦਾ ਝੂਠ ਦਾ ਨਾ। ਨਹੀਂ ਜਿਸ ਤਰ੍ਹਾਂ ਉਹਦੇ ਕਹੇ ਨੂੰ ਜੇ ਅਸੀਂ ਮੰਨ ਰਹੇ ਆ ਫਿਰ ਤਾਂ ਜਿਸ ਤਰ੍ਹਾਂ ਥਵੇਂ ਬਾਤ ਕਰ ਰਹੇ ਤੇ ਵੀ ਕਾਰਬਨ ਡਾਈਆਕਸਾਈਡ ਉਹ ਕਰ ਰਹੇ ਕੱਢ ਰਹੇ ਆਪਾਂ ਜੰਗਲ ਪਾਣੀ ਜਾ ਰਹੇ ਅੰਦਰ ਫਲਸ਼ ਬੈਠੇ ਉਹੀ ਕਾਰਨ ਸੇ ਕੱਢ ਰਹੇ ਤੇ ਉਹੀ ਨਾਸਾ ਫੇਸ ਹੋ ਜਾ ਰਿਹਾ ਅੰਦਰ ਸਾਰਾ ਕੁਝ ਉੱਥੇ ਜਾ ਰਿਹਾ, ਬਿਮਾਰੀਆਂ ਵਧ ਰਹੀਆਂ। ਬਿਲਕੁਲ ਵਧਣਗੀਆਂ ਜੀ। ਜਿਹੜਾ ਤੁਸੀਂ ਖਾਣਾ ਖਾਇਆ ਸਭ ਤੋਂ ਚਾਹੇ ਗਰੀਬ ਹੋ ਚਾਹੇ ਅਮੀਰ ਹੋ, ਸਭ ਤੋਂ ਪੌਸ਼ਟਿਕ ਚੀਜ਼ ਖਾਓਗੇ ਨਾ ਤੁਸੀਂ, ਘਾਹ ਥੋੜਾ ਖਾਓਗੇ ਕੱਖ, ਤਾਂ ਤੁਸੀਂ ਜੋ ਗਿਰਾਓਗੇ ਉਹਦੇ 'ਚ ਬਹੁਤ ਸਾਰਾ ਨਿਊਟ੍ਰੀਸ਼ਨ ਹੈ। ਉਹ ਨਿਊਟ੍ਰੀਸ਼ਨ ਪੌਦਿਆਂ ਦਾ ਖਾਣਾ ਹੈ ਨਾ, ਉਹ ਪੌਦਿਆਂ ਦਾ ਖਾਣਾ ਹੈ। ਉਹ ਤੁਸੀਂ ਸਿੱਟ ਕਿੱਥੇ ਰਹੇ ਹੋ, ਤੁਸੀਂ ਫਲਸ਼ 'ਚ ਜਾਂਦੇ ਹੋ, ਉਹਦੇ ਵਿੱਚ ਅੱਗੇ ਜ਼ਹਿਰੀਲਾ ਮੈਨੂੰ ਆਪਣੇ ਮੱਖਣੀ ਸਾਹਿਬ ਯਾਦ ਆਵਾ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ, ਪਤਾ ਹੀ ਹੈ ਬਾਬੇ ਆਪਣੇ ਸਭ ਤੋਂ ਕਮਾਲ ਕੇ। ਉਹ ਗਲੀਆਂ ਦੇ ਵਿੱਚ ਤੇ ਵੀ ਚੱਕ ਕੇ ਲਿਆਂਦੇ ਤੇ ਉਹਨਾਂ ਕੇ ਲਿਖਿਆ ਵਾ ਵੀ ਜਿਹੜੀ ਟੱਟੀ ਹੈ ਇਹ ਕਹਿੰਦਾ ਗਲਤ ਥਾਂ ਤੇ ਪਿਆ ਧਨ ਹੁੰਦਾ, ਜੇ ਖੇਤਾਂ ਚਲੇ ਜਾਵੇ ਕਹਿੰਦਾ ਕਮਾਲ ਹੈ। ਖਜ਼ਾਨਾ ਕਹਿੰਦੇ ਖਜ਼ਾਨਾ ਆਰੋ ਚੱਕਦੇ ਫਿਰਦੇ ਤੇ ਤੇ ਮਾਨੂੰ ਜਿਹੜੀ ਫਿਰ ਸਾਇੰਸ ਕੀ ਆੜਮ ਹੈ ਮੀਡੀਆ ਅਮਿਤਾਭ ਬੱਚਨ ਵਰਗੇ ਲਾ ਕੇ ਇਹ ਸਾਰਾ ਦਿਨ ਸਮਝਾ ਰਹੇ ਆ। ਨਹੀਂ ਅਮਿਤਾਭ ਬੱਚਨ ਤਾਂ ਪੈਸੇ ਲੈ ਕੇ ਝੂਠ ਬੋਲਦਾ ਸਰ। ਉਹ ਜਿੰਨੀਆਂ ਉਹਦੀਆਂ ਫਿਲਮਾਂ ਦੇਖਦੇ ਹੋ ਤੁਸੀਂ, ਉਹ ਸਾਨੂੰ ਪਤਾ ਹੈ ਕਿ ਉਹ ਇਹਨਾਂ ਦਾ ਕੰਮ ਹੈ ਇਹ। ਮੈਂ ਕਿਸੇ ਦਾ ਕਸੂਰ ਨਹੀਂ ਕੱਢਦਾ, ਕਸੂਰ ਮੇਰਾ। ਮੈਨੂੰ ਕੋਈ ਕਹਿੰਦਾ ਮਾਖਣੀ ਤੈਨੂੰ ਕੋਈ ਬੇਵਕੂਫ ਬਣਾ ਗਿਆ, ਮੈਂ ਗਲਤ ਕਿਹਾ ਤੂੰ ਬਣਾ ਕੇ ਰੱਬ ਨੇ ਭੇਜਿਆ, ਉਹ ਸਿੱਧ ਕਰ ਗਿਆ। ਹੁਣ ਜੇ ਅਸੀਂ ਸਿੱਧ ਹੋ ਰਹੇ ਹਾਂ ਕਿ ਅਸੀਂ ਮੂਰਖ ਹਾਂ, ਉਹਦਾ ਹੱਲ ਕੋਈ ਹੈ ਨਹੀਂ ਨਾ। ਅਸੀਂ ਆਪਣੇ ਆਪ ਨੂੰ ਸਿਆਣੇ ਸਮਝਦੇ ਹਾਂ। ਕਮਾਲ ਹੈ ਹੁਣ ਕਰੋਨਾ ਦੇ ਵਿੱਚ ਮੈਨੂੰ ਨਹੀਂ ਪਤਾ ਕਿਆ ਹੈ, ਜਦ ਆਪਾਂ ਨੂੰ ਐਡੀ ਬੜੀ ਚੀਜ਼ ਥਵੇਂ ਕਹਿ ਰਹੇ ਹਾਂ ਵੀ ਇਹ ਬਹੁਤ ਚੀਜ਼ ਹੈ, ਖੇਤਾਂ ਮਾ ਜਾਣਾ ਪੌਦਿਆਂ ਦੀ ਖੁਰਾਕ ਹੈ, ਤੇ ਆਪਾਂ ਉਸ ਵਾਰ ਦਿਨ ਰਾਤ ਰੌਲਾ ਪੈ ਰਿਹਾ ਚਲਾਨ ਕੱਟੇ ਜਾਂ ਕਿ ਮਹਿਕਮੇ ਮੇਰਾ ਦੋਸਤ ਡਰਾਈਵਰ ਹੈ, ਉਹ ਕਹਿੰਦਾ ਮੈਨੂੰ ਅਫਸਰ ਕਹਿ ਲੇਗਾ ਚਲਾ ਵੀ ਇਹ ਖੇਤਾਂ ਵਿੱਚ ਜੰਗਲ ਬਣੀ ਬੈਠਾ ਉਸਦਾ ਪਰਚਾ ਕੱਟੋ। ਇਹ ਹੈ ਕਿਆ ਚੀਜ਼ ਹੈ? ਮੈਂ ਕਹਿੰਦਾ ਜੇ ਪਰਚਾ ਵੀ ਇਮਾਨਦਾਰੀ ਨਾਲ ਕੱਟਣ ਤਾਂ ਵੀ ਠੀਕ ਹੈ। ਤੋ ਰੌਲਾ ਸਾਰਾ ਕੰਟਰੋਲ ਕਰਨ ਦਾ ਜੀ, ਹਰ ਚੀਜ਼ ਨੂੰ ਕੰਟਰੋਲ ਕਰਨਾ। ਕੰਟਰੋਲ ਕੋਈ ਸਾਡੇ ਨੇਤਾ ਨਹੀਂ ਕਰਦੇ, ਆਮ ਬੰਦਿਆਂ ਦੇ ਪੁਲਿਸ ਆਰਮੀ ਬੈਠੀ ਹੈ, ਉਹਨਾਂ 'ਤੇ ਪੋਲੀਟੀਸ਼ੀਅਨ ਬੈਠੇ, ਉਹਨਾਂ 'ਤੇ ਹੋਰ ਬੈਠੇ, ਉਹਨਾਂ 'ਤੇ ਜਿਹੜੀ ਉੱਪਰਲੇ ਲੋਕ ਬੈਠੇ ਨਾ, ਚੰਦ ਕੁ ਲੋਕ ਜਿਹੜੇ ਨੇ ਉਹ ਚਲਾ ਰਹੇ ਆ ਸਾਰੇ ਦੇਸ਼ ਨੂੰ। ਆਪ ਉਹ ਨੈਚੁਰਲ ਖਾਂਦੇ ਨੇ, ਨੈਚੁਰਲ ਰਹਿੰਦੇ ਨੇ ਉਹ। ਪਰ ਤੁਹਾਡੀ ਮੇਰੀ ਮੱਤ ਨੂੰ ਜਿਹੜਾ ਹੈਗਾ ਉਹ ਸਾਨੂੰ ਸਿੱਧ ਕਰਨ ਲੱਗੇ ਹੋਏ ਨੇ ਵੀ ਇਹ ਮੂਰਖ ਬਣਾਏ ਹੋਏ। ਮੈਂ ਕਿਸੇ ਨੂੰ ਮੂਰਖ ਕਿਵੇਂ ਕਹਾਂ? ਇੱਕ ਚੀਜ਼ ਤੁਹਾਨੂੰ ਸਿੱਧੀ ਸਮਝ ਆਉਣੀ ਚਾਹੀਦੀ ਹੈ, ਜਿਹੜੀਆਂ ਗੱਲਾਂ ਬਿਲਕੁਲ ਸਿੱਧੀਆਂ ਸਮਝ ਆਉਣੀਆਂ ਚਾਹੀਦੀਆਂ। ਸਾਨੂੰ ਸਮਝ ਕੇ ਵੀ ਜੇ ਸਮਝ ਨਹੀਂ ਆ ਰਹੀ ਆ ਤਾਂ ਉਹਦਾ ਤਾਂ ਕੋਈ ਹੱਲ ਨਹੀਂ ਹੈ। ਪਰ ਹਟਾਂਗੇ ਨਹੀਂ ਅਸੀਂ, ਨਾ ਤੁਸੀਂ ਹਟੋਗੇ ਨਾ ਅਸੀਂ ਹਟਾਂਗੇ। ਚਲੋ ਕੋਸ਼ਿਸ਼ ਸਾਡੀ ਜਾਰੀ ਮੇਰਾ ਖਿਆਲ ਹੈ ਇੰਨੇ ਚੰਗਿਆੜੇ ਬਹੁਤ ਹੈ। ਲੈ ਵੀ ਥਵੇਂ ਇੰਨੇ ਚੰਗਿਆੜੇ ਮਨਜ਼ੂਰ ਕਰਿਓ ਮਾਰੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।